ਵਾਰ-ਵਾਰ ਸਿੱਟਾਂ ਬਣਦੀਆਂ ਨੇ, ਵਾਰ-ਵਾਰ ਚਲਾਨ ਪੇਸ਼ ਕੀਤੇ ਜਾਂਦੇ ਨੇ, ਵਾਰ-ਵਾਰ ਇਹ ਲੋਕਾਂ ਵੱਲੋਂ ਗੁਹਾਰ ਲਾਈ ਜਾਂਦੀ ਹੈ ਜਾਂ ਲੋਕਾਂ ਵੱਲੋਂ ਇਨਸਾਫ ਦੀ ਉਡੀਕ ਕਰਦੇ ਆ। ਇਹ ਗੱਲ ਦੇਖੀ ਜਾਂਦੀ ਹੈ ਕਿ ਸ਼ਾਇਦ ਹੁਣ ਦੋਸ਼ੀ ਨੇ ਜਿਹੜੇ ਉਹ ਕਟਹਿਰੇ ਦੇ ਵਿੱਚ ਖੜੇ ਹੋਣ। ਜੇ ਸਮੁੱਚੀ ਮਾਨਵਤਾ ਨਾਲ ਜੁੜਿਆ ਵਾ ਮਾਮਲਾ ਹੋਵੇ ਤੇ ਉਸ ਮਾਮਲੇ 'ਚ ਕੋਈ ਨਿਆਂ ਤੇ ਇਨਸਾਫ ਮਿਲੇ ਹੀ ਨਾ ਜੀ। ਇਸ ਤੋਂ ਵੱਡੀ ਜਿਹੜੀ ਹੈਗੀ ਹੈ ਗੈਰ ਦਿਆਨਤਦਾਰੀ, ਸਰਕਾਰਾਂ ਦੀ ਬੇਭਰੋਸਗੀ, ਸਰਕਾਰਾਂ ਦੀ ਨਲਾਇਕੀ, ਇਹਨਾਂ ਬਾਰੇ ਜੋ ਮਰਜ਼ੀ ਸ਼ਬਦ ਆਪਾਂ ਵਰਤ ਸਕਦੇ ਹਾਂ, ਉਹ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ ਕਿਉਂਕਿ ਇੰਨੇ ਸਮੇਂ 'ਚ ਕੀਤਾ ਕੁਝ ਨਹੀਂ। ਕਿ ਇਸ ਮਾਮਲੇ 'ਚ ਕਟਹਿਰੇ ਤੇ ਹੈ ਤਾਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਸੁਮੇਧ ਸੈਣੀ ਸੁਭਾਵਿਕ ਹੈ ਕਿਉਂਕਿ ਨਾਂ ਉਹਨਾਂ ਦੇ ਹੈ, ਉਹ ਆਪਣੇ ਵੱਲੋਂ ਜੋ ਮਰਜ਼ੀ ਕਹਿਣ ਪਰ ਜਵਾਬਦੇਹੀ ਤਾਂ ਉਹਨਾਂ ਤੋਂ ਹੀ ਬਣਦੀ ਹੈ। ਜੇ ਆਪਾਂ ਇਸੇ ਮੁੱਦੇ ਤੇ ਗੱਲ ਕਰੀ ਤਾਂ ਸੁਖਬੀਰ ਬਾਦਲ ਕਹਿ ਰਿਹਾ ਵੀ ਮੈਂ ਤਾਂ ਉਹਨਾਂ ਦਿਨਾਂ 'ਚ ਵਿਦੇਸ਼ 'ਚ ਸੀ, ਮੈਂ ਤਾਂ ਇੱਥੇ ਹੀ ਨਹੀਂ ਸੀਗਾ ਤੇ ਮੇਰੇ ਕੋਲ ਤਾਂ ਖਾਮਖਾ ਪੋਲੀਟੀਕਲ ਤੌਰ ਤੇ ਰਾਜ ਸੀ, ਰੰਜਿਸ਼ ਦੇ ਨਾਲ ਮੈਨੂੰ ਫਸਾਇਆ ਜਾ ਰਿਹਾ। ਦੇਖੋ ਸੁਖਬੀਰ ਬਾਦਲ ਦਾ ਆਪਣਾ ਦਾਵਾ ਹੈਗਾ ਪਰ ਚਾਰਜ ਸ਼ੀਟ 'ਚ ਉਹਦਾ ਨਾਂ ਹੈ। ਵੱਖ-ਵੱਖ ਜਿਹੜੇ ਅਕਾਲੀ ਧੜੇ ਜਿਹੜੇ ਅਕਾਲੀ ਦਲ 'ਚ ਟੁੱਟ ਕੇ ਹੀ ਗਏ ਆ, ਉਹਨਾਂ ਨੂੰ ਵੀ ਹੁਣ ਇੱਕ ਮੌਕਾ ਮਿਲ ਗਿਆ ਜੀ ਇਸ ਗੱਲ ਨਾਲ ਕਿ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸੁਖਬੀਰ ਬਾਦਲ ਜਿਹੜਾ ਹੈਗਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਕਾਬਿਲ ਨਹੀਂ ਹੈ, ਨਹੀਂ ਕਰ ਸਕਦਾ, ਭਰੋਸਾ ਨਹੀਂ ਕੀਤਾ ਜਾ ਸਕਦਾ। ਜਿਹਨਾਂ ਨਾਲ ਮੂੰਹ ਬੰਦ ਕਰਨ ਦੀ ਗੱਲ ਹੁੰਦੀ ਹੈ। ਕੋਈ ਤਾਂ ਇਹ ਹੁੰਦਾ ਕਿ ਤੁਹਾਨੂੰ ਕੁਝ ਪੱਤਰਕਾਰਾਂ ਨੂੰ ਇੱਦਾਂ ਦੇ ਰੁਤਬੇ ਦਿੱਤੇ ਜਾਂਦੇ ਆ, ਇੱਦਾਂ ਦੇ ਮਾਨ ਸਨਮਾਨ ਕਹਿ ਲਓ ਜਾਂ ਇੱਦਾਂ ਦਾ ਜਿਹੜੇ ਉਹਨਾਂ ਨੂੰ ਲੋਭ ਲਾਲਚ ਦਿੱਤੇ ਜਾਂਦੇ ਆ। ਗੋਦੀ ਮੀਡੀਆ ਸ਼ਬਦ ਵੀ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਇੱਦਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾ ਨਦੀਪ ਜਦੋਂ ਸੱਤਾ 'ਚੋਂ ਬਾਹਰ ਹੋ ਜਾਂਦੀਆਂ ਨਾ, ਇਹਨਾਂ ਦੇ ਏਸੀ ਬੰਦ ਹੋ ਜਾਂਦੇ ਆ। ਇਹਨਾਂ ਦੀ ਪਾਵਰ ਇੱਕ ਐਸੀ ਹੈ, ਉਹਦੀ ਠੰਡੀ ਹਵਾ ਨਾ ਜਿਹੜੀ ਕਈ ਤਰੀਕੇ ਨਾਲ ਆਉਂਦੀ ਹੈ ਇਹਨਾਂ ਨੂੰ, ਤੇ ਜਦੋਂ ਠੰਡੀ ਹਵਾ ਦੇ ਬੁੱਲੇ ਬੰਦ ਹੁੰਦੇ ਆ ਨਾ ਤਾਂ ਪੋਲੀਟੀਕਲ ਪਾਰਟੀਆਂ ਵੀ ਬਖਲਾ ਜਾਂਦੀਆਂ। ਗਵਰਨਰ ਜਦੋਂ ਕਾਂਗਰਸ ਦੀਆਂ ਸਰਕਾਰਾਂ 'ਚ ਜਾ ਕੇ ਦਖਲ ਦਿੰਦਾ ਹੈ ਤਾਂ ਬਹੁਤ ਤਕਲੀਫ ਹੁੰਦੀ ਹੈ, ਜਦੋਂ ਆਪ ਜਾ ਕੇ ਦਖਲ ਦਿੰਦਾ ਹੈ ਤਾਂ ਉਦੋਂ ਫਿਰ ਉਹਨੂੰ ਬੱਲੇ ਬੱਲੇ ਕਰਦੇ। ਖਿਡਾਰੀ ਗਰਾਊਂਡ ਦੇ ਵਿੱਚ ਆਉਣ ਤੋਂ ਡਰਨ ਲੱਗ ਗਏ ਨੇ। ਇਹਨਾਂ ਨੂੰ ਲੱਗਦਾ ਵੀ ਜੇ ਅਸੀਂ ਕਿਤੇ ਗਰਾਊਂਡ 'ਚ ਜਾਵਾਂਗੇ, ਖੇਡਾਂਗੇ ਤਾਂ ਸਾਨੂੰ ਵੀ ਕੋਈ ਕਿਸੇ ਗੋਲੀ ਦਾ ਨਿਸ਼ਾਨਾ ਨਾ ਬਣਾ ਲਵੇ। ਖਿਡਾਰੀਆਂ ਨੂੰ, ਗੇਮਾਂ ਨੂੰ ਜਿਹੜਾ ਹੈਗਾ ਇੱਦਾਂ ਦੀਆਂ ਧਮਕੀਆਂ ਤੋਂ, ਪੋਲੀਟਿਕਸ ਤੋਂ ਦੂਰ ਰੱਖਣਾ ਚਾਹੀਦਾ ਹੈ। ਜਿਹੜੀ ਹੈਗੇ ਮੈਚ ਖੇਡਣੇ, ਜਿਹੜੇ ਹੈਗੇ ਚਾਹੇ ਕਬੱਡੀ ਮੈਚ ਹੈ, ਚਾਹੇ ਰੇਸਿਸ ਹੈ, ਚਾਹੇ ਦੂਜੀਆਂ ਦੌੜਾਂ ਹੈਗੀਆਂ, ਇੱਦਾਂ ਦੀਆਂ ਜਿਹੜੀਆਂ ਹੈਗੀਆਂ, ਉਹਨੂੰ ਇਸ ਤਰ੍ਹਾਂ ਡਰਾਇਆ ਜਾਣਾ, ਧਮਕਾਇਆ ਜਾਣਾ, ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ। ਉਹਦੇ ਨੇਤਾ ਵੀ ਪੰਜਾਬ 'ਚ ਹੋਏ ਆ ਜਿਹੜੇ ਕਹਿੰਦੇ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ। ਉਹ ਕੈਲੀਫੋਰਨੀਆ ਦੇਖਦੇ ਦੇਖਦੇ ਪੰਜਾਬ ਵਾਲੇ ਹੀ ਕੈਲੀਫੋਰਨੀਆ ਚਲੇ ਗਏ। ਇੱਥੇ ਤਾਂ ਕੀ ਬਣਨਾ ਸੀ, ਜਿਹੜਾ ਜਿੰਨਾ ਕੁ ਪੰਜਾਬ ਸੀਗਾ ਉਹ ਵੀ ਕੈਲੀਫੋਰਨੀਆ ਪਹੁੰਚਣਾ ਸ਼ੁਰੂ ਹੋ ਗਿਆ। ਜੇ ਕਿਤੇ ਪੋਲੀਟੀਕਲ ਸਿਸਟਮ ਜਾਂ ਅਖਲਾਕ ਜਾਂ ਕਰੈਕਟਰ ਕਿਰਦਾਰ ਇੱਦਾਂ ਦਾ ਆ ਜੇ ਕਿ ਦੇਸ਼ ਦੀ ਖਾਤਰ, ਪੰਜਾਬ ਦੀ ਖਾਤਰ, ਆਪਣੇ ਲੋਕਾਂ ਦੀ ਖਾਤਰ ਅਸੀਂ ਰਹਿਣਾ ਹੈ, ਆਪਣੇ ਜਿਹੜੇ ਨਿੱਜੀ ਸਵਾਰਥ ਛੱਡ ਦੇਣੇ ਆ, ਤਾਂ ਸ਼ਾਇਦ ਜਿਹੜਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ, ਰੰਗਲਾ ਪੰਜਾਬ ਵੀ ਬਣ ਸਕਦਾ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਪ੍ਰੋਗਰਾਮ ਹੈ ਜਿਸ ਵਿੱਚ ਅਸੀਂ ਝਾਤ ਮਾਰਦੇ ਹਾਂ ਵੱਖੋ ਵੱਖਰੀਆਂ ਸਰਗਰਮੀਆਂ ਤੇ ਇਕੱਠੀਆਂ ਕਰਦੇ ਹਾਂ ਵੱਖੋ ਵੱਖਰੀਆਂ ਖਬਰਾਂ ਦੇ ਵਿੱਚੋਂ ਉਹ ਖਬਰਾਂ ਜਿਸ ਤੇ ਗੱਲਬਾਤ ਕਰਨੀ ਬਣਦੀ ਹੈ ਤੇ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਤੁਹਾਨੂੰ ਪੂਰੀ ਸਬੂਤਾਂ ਸਮੇਤ ਜਿਹੜੀ ਜਾਣਕਾਰੀ ਹੈ, ਸਿੱਟਾ ਭਰਪੂਰ ਜਿਹੜੀ ਜਾਣਕਾਰੀ ਹੈ ਉਹ ਜ਼ਰੂਰ ਦਿੱਤੀ ਜਾਵੇ। ਸੋ ਇਸੇ ਲਈ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਜਗਤਾਰ ਸਿੰਘ ਸਿੱਧੂ ਜੀ ਨੂੰ। ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਸਰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਨਵਦੀਪ, ਮਿਹਰਬਾਨੀ। ਮੈਂ ਵੀ ਸੱਚੀ ਗੱਲ ਜੇ ਪੁੱਛੋ ਤਾਂ ਹਫ਼ਤਾ ਭਰ ਉਡੀਕਦਾ ਰਹਿਣਾ ਹੈ ਕਿਸ ਦਿਨ ਜਿਹੜਾ ਇਹ ਪ੍ਰੋਗਰਾਮ ਹੋਏਗਾ। ਅਸੀਂ ਦਰਸ਼ਕਾਂ ਨਾਲ ਜੋ ਹਫ਼ਤਾ ਭਰ ਦੀਆਂ ਖਬਰਾਂ, ਜੋ ਅੱਜ ਦੀਆਂ ਤਾਜ਼ਾ ਖਬਰਾਂ ਹੈਗੀਆਂ, ਉਹਨਾਂ ਨਾਲ ਸਾਂਝੀਆਂ ਕਰ ਸਕੀਏ ਕਿ ਕੀ ਜਾਣਕਾਰੀ ਹੈ, ਕੀ ਅਸੀਂ ਦਰਸ਼ਕਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ। ਜੀ ਬਿਲਕੁਲ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਬਹੁਤ ਕੁਝ ਅਹਿਮ ਹੋਏਗਾ। ਜੇ ਖਬਰ ਦੀ ਸ਼ੁਰੂਆਤ ਤੋਂ ਗੱਲ ਕਰੀਏ ਤਾਂ ਕੋਟਕਪੂਰਾ ਗੋਲੀकांड ਨੂੰ ਲੈ ਕੇ ਗੱਲਬਾਤ ਹੋਵੇਗੀ, ਪੁਲਿਸ ਪ੍ਰਸ਼ਾਸਨ ਨੂੰ ਲੈ ਕੇ ਗੱਲਬਾਤ ਹੋਵੇਗੀ, ਮੰਤਰੀਆਂ ਨੂੰ ਲੈ ਕੇ ਸਾਰੀਆਂ ਹੀ ਖਬਰਾਂ, ਭਾਵੇਂ ਉਹ ਰਾਜਨੀਤੀ ਦੇ ਨਾਲ ਰਿਲੇਟਡ ਹੋਣ, ਧਾਰਮਿਕ ਮੁੱਦਿਆਂ ਦੇ ਨਾਲ ਰਿਲੇਟਡ ਹੋਣ, ਸਮਾਜ ਦੇ ਵਿੱਚ ਚੱਲ ਰਹੀਆਂ ਵੱਖੋ ਵੱਖਰੀਆਂ ਜਿਹੜੀਆਂ ਹਲਚਲਾਂ ਨੇ ਉਹਨਾਂ ਦੇ ਨਾਲ ਸੰਬੰਧਿਤ ਹੋਣਗੀਆਂ। ਤੇ ਸ਼ੁਰੂਆਤ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਕੋਟਕਪੂਰਾ ਗੋਲੀकांड ਮਾਮਲੇ ਤੇ ਗੱਲ ਕਰਾਂਗੇ, ਜਿਸ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਟਵੀਟ ਹੈ। ਟਵੀਟ ਕੀ ਹੈ ਉਹ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਂਦੀ ਹਾਂ। ਉਹਨਾਂ ਨੇ ਕਿਹਾ ਕਿ ਕੋਟਕਪੂਰਾ ਗੋਲੀकांड ਦੇ ਦੋਸ਼ੀ ਅਤੇ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਹੋਏ ਬੇਨਕਾਬ, ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਮਿਲੇਗਾ ਸਕੂਨ। ਅਸੀਂ ਇਨਸਾਫ ਦਿਵਾਉਣ ਦੇ ਵਾਅਦੇ ਤੇ ਕਾਇਮ ਹਾਂ। ਮੰਤਰੀ ਜਾਂ ਸੰਤਰੀ, ਕਾਨੂੰਨ ਲਈ ਸਭ ਇੱਕ ਨੇ, ਸੱਚ ਕਦੇ ਛੁਪਦਾ ਨਹੀਂ। ਸਿੱਧੂ ਸਰ, ਕੀ ਹੈ? ਨਵਦੀਪ,
ਜਿਸ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ, ਦੇਖੋ ਪਿਛਲੇ ਤਕਰੀਬਨ 7-8 ਸਾਲਾਂ ਤੋਂ ਪੰਜਾਬੀ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਉਸ ਦੇ ਨਿਆਂ ਤੇ ਇਨਸਾਫ ਨੂੰ ਲੈ ਕੇ ਕੋਟਕਪੂਰਾ ਗੋਲੀकांड ਦੀ ਤੁਸੀਂ ਗੱਲ ਕੀਤੀ ਹੈ, ਜ਼ਿਕਰ ਕੀਤਾ ਹੈ। ਕਿਸ ਤਰੀਕੇ ਨਾਲ ਉੱਥੇ 2 ਬੇਦੋਸ਼ੇ ਜਿਹੜੇ ਸਿੰਘ ਹੈ ਉਹਨਾਂ ਦੀ ਸ਼ਹਾਦਤ ਹੋਈ ਪੁਲਿਸ ਗੋਲੀ ਦੇ ਨਾਲ। ਇੰਨਾ ਲੰਬਾ ਸਮਾਂ ਨਿਕਲ ਗਿਆ, ਇੰਨੇ ਸਾਲ ਨਿਕਲ ਗਏ, ਕੋਈ ਨਿਆਂ ਤੇ ਇਨਸਾਫ ਮਿਲਿਆ ਨਹੀਂ ਹੈ। ਬਹੁਤ ਹੀ ਸਾਰਿਆਂ ਦੀ ਮਾਨਸਿਕ ਤੌਰ ਤੇ ਬੜੀ ਪੀੜਾ, ਬੜਾ ਸੰਤਾਪ ਕਿਤੇ ਸਾਰੇ ਪੰਜਾਬੀ ਇਸ ਇਸ਼ੂ ਦੇ ਉੱਤੇ ਭੋਗ ਰਹੇ ਆ ਕਿ ਆਖਰ ਇੱਕ ਐਡਾ ਵੱਡਾ ਮਾਮਲਾ ਹੋਵੇ। ਦੇਖੋ ਅਸੀਂ ਸਰਕਾਰਾਂ ਕੀ ਕਰਦੀਆਂ ਨਵਦੀਪ, ਜਿੱਥੇ ਕਿਤੇ ਕੋਈ ਇਹਨਾਂ ਦਾ ਕੋਈ ਜਾਤੀ ਰੰਜਿਸ਼ ਹੁੰਦੀ ਹੈ, ਕਿਸੇ ਪੋਲੀਟੀਕਲ ਪਾਰਟੀ ਨਾਲ ਕੋਈ ਹਿਸਾਬ ਕਿਤਾਬ ਇਹਨਾਂ ਨੇ ਬਰਾਬਰ ਕਰਨਾ ਹੁੰਦਾ, ਇਹਨਾਂ ਦੇ ਬਹੁਤ ਹਿਸਾਬ ਕਿਤਾਬ ਹੁੰਦੇ ਇੱਦਾਂ ਕਿ ਕਿਸੇ ਦਾ ਕਿਵੇਂ ਉਹਨੂੰ ਕਿਸੇ ਨੂੰ ਕਿਵੇਂ ਟਿਕਾਣੇ ਲਾਉਣਾ ਹੈ, ਕਿਵੇਂ ਕਿਸੇ ਨੂੰ ਠਿੱਬੀ ਲਾਉਣੀ ਹੈ। ਬਾਹਰ ਨਹੀਂ, ਪਾਰਟੀਆਂ ਦੇ ਅੰਦਰ ਵੀ ਇਹ ਕੰਮ ਚੱਲਦਾ ਹੈ। ਤੇ ਜਿੱਥੇ ਸਮੁੱਚੀ ਮਾਨਵਤਾ ਨਾਲ ਜੁੜਿਆ ਵਾ ਮਾਮਲਾ ਹੋਵੇ ਤੇ ਉਸ ਮਾਮਲੇ ਤੇ ਕੋਈ ਨਿਆਂ ਤੇ ਇਨਸਾਫ ਮਿਲੇ ਹੀ ਨਾ। ਇਸ ਤੋਂ ਵੱਡੀ ਜਿਹੜੀ ਹੈਗੀ ਹੈ ਗੈਰ ਦਿਆਂਤਦਾਰੀ, ਸਰਕਾਰਾਂ ਦੀ ਬੇਭਰੋਸਗੀ, ਸਰਕਾਰਾਂ ਦੀ ਨਲਾਇਕੀ, ਇਹਨਾਂ ਬਾਰੇ ਜੋ ਮਰਜ਼ੀ ਸ਼ਬਦ ਆਪਾਂ ਵਰਤ ਸਕਦੇ ਹਾਂ, ਉਹ ਇਹਨਾਂ ਦੇ ਉੱਤੇ ਪੂਰੀ ਤਰ੍ਹਾਂ ਢੁਕਦੀ ਹੈ, ਕਿਉਂਕਿ ਇੰਨੇ ਸਮੇਂ 'ਚ ਕੀਤਾ ਕੁਝ ਨਹੀਂ। ਹੁਣ ਜਿਸ ਦਾ ਤੁਸੀਂ ਜ਼ਿਕਰ ਕੀਤਾ, ਦੇਖੋ ਇੱਕ ਦਿਨ ਪਹਿਲਾਂ ਫਰੀਦਕੋਟ ਦੀ ਅਦਾਲਤ ਦੇ ਵਿੱਚ ਸੈਂਕੜੇ ਸਫ਼ਿਆਂ ਦੀ ਜਿਹੜੀ ਚਾਰਜਸ਼ੀਟ ਹੈ ਉਹ ਦਾਖਲ ਕੀਤੀ ਗਈ ਹੈ। ਜਿੱਦਾਂ ਤੁਸੀਂ ਭਗਵੰਤ ਮਾਨ ਦਾ ਟਵੀਟ ਪੜ੍ਹ ਕੇ ਸੁਣਾਇਆ ਕਿ ਜੀ ਮੁੱਖ ਦੋਸ਼ੀ ਜਿਹੜੇ ਹੈਗੇ, ਚਾਹੇ ਸੰਤਰੀ ਹੋਣ, ਮੰਤਰੀ ਹੋਣ, ਜੋ ਵੀ ਹੋਣ, ਉਹ ਸੱਚ ਕਦੇ ਛੁਪਦਾ ਨਹੀਂ, ਸਾਹਮਣੇ ਆਏਗਾ। ਸੱਚ ਸਾਹਮਣੇ ਆਏਗਾ ਕਿ ਨਹੀਂ ਆਏਗਾ, ਇਹ ਤਾਂ ਦੇਖੋ ਅਜੇ ਕਾਫੀ ਸਫ਼ਰ ਇਸ ਗੱਲ ਦਾ ਤੈਅ ਹੋਏਗਾ। ਇਹ ਗੱਲ ਜ਼ਰੂਰ ਹੈ ਕਿ ਉਸ ਪਾਸੇ ਵੱਲ ਨੂੰ ਇੱਕ ਕਦਮ ਪੁੱਟਿਆ ਗਿਆ। ਔਰ ਇਹਦੇ 'ਚ ਵੀ ਵੱਡੀ ਗੱਲ ਨਵਦੀਪ ਇਹ ਹੈ, ਅਸੀਂ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਸ਼ੇਅਰ ਕਰਨੀ ਚਾਹੁੰਦੇ ਹਾਂ, ਸਾਂਝੀ ਕਰਨੀ ਚਾਹੁੰਦੇ ਹਾਂ ਕਿ ਵੱਡੀ ਗੱਲ ਹੈ ਕਿ ਉਹ ਚਾਰਜਸ਼ੀਟ ਜਿਹੜੀ ਦਾਖਲ ਕੀਤੀ ਗਈ ਹੈ ਉਹਦੇ 'ਚ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਦੇ ਮੌਜੂਦਾ ਪ੍ਰਧਾਨ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਹਦੇ 'ਚ ਡਿਪਟੀ ਮੁੱਖ ਮੰਤਰੀ ਦਾ ਅਹੁਦਾ, ਅਮਨ ਕਾਨੂੰਨ ਦੀ ਸਥਿਤੀ ਇਹਨਾਂ ਨੇ ਦੇਖਣੀ ਸੀ, ਸਾਰਾ ਕੁਝ ਇਹਨਾਂ ਦੇ ਹਵਾਲੇ ਸੀ। ਤੇ ਮੁੱਖ ਸਾਜ਼ਿਸ਼ ਘੜਤਾ ਦੇ ਤੌਰ ਤੇ ਉਸ ਚਾਰਜਸ਼ੀਟ ਦੇ ਜਿਹੜਾ ਨਾਂ ਹੈ ਉਹ ਸਾਹਮਣੇ ਆਇਆ। ਕੇਵਲ ਇਹਨਾਂ ਦੇ ਨਹੀਂ, ਜਿਹੜੇ ਸਾਬਕਾ DGP ਹੈ ਸਮੇਤ ਸੈਣੀ ਦਾ ਨਾਮ ਵੀ ਜਿਹੜਾ ਇਸੇ ਮੁੱਖ ਸਾਜ਼ਿਸ਼ ਘੜਤਾ ਜਿਹੜੇ ਉਹਨਾਂ 'ਚ ਆਇਆ। ਹਾਲਾਂਕਿ ਨਾ ਤਾਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹੈ, ਜਿਹੜੇ 5 ਵਾਰ ਮੁੱਖ ਮੰਤਰੀ ਰਹੇ ਹੈ। ਉਹਨਾਂ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਇਹਨਾਂ ਸਾਰੇ ਮਾਮਲਿਆਂ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਜੋ ਇਨਸਾਫ ਦੇ ਨਾਲ ਲਈ ਕੰਮ ਹੋਣਾ ਚਾਹੀਦਾ, ਮਦਦ ਹੋਣੀ ਚਾਹੀਦੀ ਸੀ, ਉਹ ਮਦਦ ਜਿਹੜੀ ਹੈਗੀ ਹੈ ਉਸ ਤਰੀਕੇ ਨਾਲ ਨਹੀਂ ਕੀਤੀ ਗਈ, ਬਲਕਿ ਜਿਹੜੇ ਸਾਜ਼ਿਸ਼ ਘੜਤਾ ਹੈਗੇ ਆ ਉਹਨਾਂ ਦੀ ਹਮਾਇਤ ਕੀਤੀ ਗਈ। ਸੋ ਇਹੋ ਜਿਹੀ ਸਥਿਤੀ 'ਚ ਇਹ ਬੜੀ ਨਵਦੀਪ ਜਿਹੜੀ ਚਾਰਜਸ਼ੀਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਬੜੀ ਅਹਿਮ ਹੈ। ਜੀ ਬਿਲਕੁਲ। ਤਾਂ ਸਿੱਧੂ ਸਾਹਿਬ ਜੀ ਗੱਲ ਕੀਤੀ ਜਾਵੇ ਕਿ 7 ਸਾਲ ਦਾ ਸਮਾਂ ਹੋ ਗਿਆ, ਹੁਣ ਤਕਰੀਬਨ 8ਵਾਂ ਸਾਲ ਲੱਗਿਆ ਹੋਇਆ, ਤਾਂ ਬਹੁਤ ਜਲਦ 3-4 ਮਹੀਨਿਆਂ ਦੇ ਵਿੱਚ 8 ਸਾਲ ਵੀ ਪੂਰੇ ਹੋ ਜਾਣਗੇ। ਇਨਸਾਫ ਦੀ ਉਮੀਦ ਦੇ ਵਿੱਚ 8 ਸਾਲ ਕੱਢ ਦੇਣੇ ਕੋਈ ਛੋਟੀ ਗੱਲ ਨਹੀਂ ਹੁੰਦੀ। ਵਾਰ-ਵਾਰ ਸਿੱਟਾਂ ਬਣਦੀਆਂ ਨੇ, ਵਾਰ-ਵਾਰ ਚਲਾਨ ਪੇਸ਼ ਕੀਤੇ ਜਾਂਦੇ ਨੇ, ਵਾਰ-ਵਾਰ ਇਹ ਲੋਕਾਂ ਵੱਲੋਂ ਗੁਹਾਰ ਲਾਈ ਜਾਂਦੀ ਹੈ ਜਾਂ ਲੋਕਾਂ ਵੱਲੋਂ ਇਨਸਾਫ ਦੀ ਉਡੀਕ ਕਰਦੇ ਆ। ਇਹ ਗੱਲ ਦੇਖੀ ਜਾਂਦੀ ਹੈ ਕਿ ਸ਼ਾਇਦ ਹੁਣ ਦੋਸ਼ੀ ਨੇ ਜਿਹੜੇ ਉਹ ਕਟਹਿਰੇ ਦੇ ਵਿੱਚ ਖੜੇ ਹੋਣਗੇ, ਸ਼ਾਇਦ ਉਹ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਵੇਗਾ, ਕਿਉਂਕਿ ਇਹ ਜਿਹੜੇ ਦੋਸ਼ ਨੇ ਉਹ ਘੱਟ ਨਹੀਂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਗੱਲ ਕੀਤੀ ਜਾਵੇ, ਕੋਟਕਪੂਰਾ ਗੋਲੀकांड ਦੀ ਗੱਲ ਕੀਤੀ ਜਾਵੇ, ਬੇਦੋਸ਼ੀਆਂ ਨੂੰ ਮਾਰੇ ਜਾਣ ਦੀ ਗੱਲ ਕੀਤੀ ਜਾਵੇ ਕਿ ਅਣਪਛਾਤੀ ਪੁਲਿਸ ਕਹਿ ਕੇ ਉਹਨਾਂ ਤੇ ਮਾਮਲੇ ਦਰਜ ਕੀਤੇ ਜਾਣ, ਪਰ ਉਹਨਾਂ ਨੂੰ ਇੰਨਾ ਜ਼ਿਆਦਾ ਸਮਾਂ ਦਾ ਲੰਘ ਜਾਣਾ। ਪਰ ਹੁਣ ਇੱਕ ਵਾਰ ਫਿਰ ਤੋਂ ਇਸ ਗੱਲ ਦਾ ਆਪਾਂ ਕਹਾਂਗੇ ਸਾਹ ਪਿਆਉਣਾ ਕਿ ਹਾਂ ਹੁਣ ਇਨਸਾਫ ਜ਼ਰੂਰ ਦਿੱਤਾ ਜਾਵੇਗਾ। ਜਦੋਂ ਇਨਸਾਫ ਦੀ ਤੁਸੀਂ ਗੱਲ ਕਰ ਰਹੇ ਹੋ, ਜ਼ਿਕਰ ਕਰ ਰਹੇ ਹੋ ਨਾ, ਇਹਦੇ 'ਚ ਇੱਕ ਅਹਿਮ ਗੱਲ ਇਹ ਵੀ ਹੈਗੀ ਹੈ ਕਿ ਆਖਰਕਾਰ ਜਿਹੜੀ ਚਾਰਜਸ਼ੀਟ ਦਾਖਲ ਕੀਤੀ ਗਈ ਹੈ, ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਉਹਦੇ 'ਚ ਮੁੱਖ ਸਾਜ਼ਿਸ਼ ਘਾੜੇ ਦੇ ਤੌਰ ਤੇ ਸੁਖਬੀਰ ਬਾਦਲ, DGP X ਜਿਹੜੇ ਹੈਗੇ ਸਮੇਤ ਸੈਣੀ, ਉਹਨਾਂ ਦੇ ਨਾਂ ਹੈਗੇ ਆ। ਪਰ ਕਿੱਦਾਂ ਮੁੱਖ ਸਾਜ਼ਿਸ਼ ਘਾੜੇ ਹੈ ਇਹ ਅਜੇ ਗੱਲ ਸਾਹਮਣੇ ਨਹੀਂ ਆਈ। ਜੋ ਕੁਝ ਮੀਡੀਆ ਦੇ ਵਿੱਚ ਦਿੱਤਾ ਗਿਆ, ਹੁਣ ਮੀਡੀਆ ਕੋਲ ਕਿੱਥੋਂ ਹੁੰਦੀ ਹੈ ਜਾਣਕਾਰੀ, ਜਾਂ ਪੁਲਿਸ ਅਧਿਕਾਰੀ ਦੱਸਦੇ ਆ, ਸਰਕਾਰ ਦੱਸਦੀ ਹੈ, ਇਨਫੋਰਮੇਸ਼ਨ ਉਹਨਾਂ ਦੇ ਰਾਹੀਂ ਆਈ ਹੈ ਨਾ। ਪਰ ਜਦੋਂ ਪੂਰੀ ਚਾਰਜਸ਼ੀਟ ਜਿਹੜੀ ਹੈਗੀ ਹੈ ਸਾਹਮਣੇ ਆਏਗੀ, ਉਹਦੇ 'ਚ ਵਿਸਥਾਰ ਨਾਲ ਇਹ ਗੱਲ ਸਾਹਮਣੇ ਆਏਗੀ ਕਿ ਵੀ ਕੀ ਵਜ੍ਹਾ ਹੈਗੀ ਹੈ, ਕਿਸ ਤਰ੍ਹਾਂ ਮੁੱਖ ਸਾਜ਼ਿਸ਼ ਘਾੜੇ ਜਿਹੜਾ ਹੈਗਾ ਸੁਖਬੀਰ ਬਾਦਲ ਨੂੰ ਮੰਨਿਆ ਜਾ ਰਿਹਾ। ਜੇ ਆਪਾਂ ਇਸੇ ਮੁੱਦੇ ਤੇ ਗੱਲ ਕਰੀ ਤਾਂ ਸੁਖਬੀਰ ਬਾਦਲ ਕਹਿ ਰਿਹਾ ਵੀ ਮੈਂ ਤਾਂ ਉਹਨਾਂ ਦਿਨਾਂ 'ਚ ਵਿਦੇਸ਼ 'ਚ ਸੀ, ਮੈਂ ਤਾਂ ਇੱਥੇ ਹੀ ਨਹੀਂ ਸੀਗਾ, ਤੇ ਮੇਰੇ ਕੋਲ ਤਾਂ ਖਾਮਖਾ ਪੋਲੀਟੀਕਲ ਤੌਰ ਤੇ ਰਾਜਸੀ ਰੰਜਿਸ਼ ਦੇ ਨਾਲ ਮੈਨੂੰ ਫਸਾਇਆ ਜਾ ਰਿਹਾ। ਦੇਖੋ ਇਹ ਸੁਖਬੀਰ ਬਾਦਲ ਦਾ ਆਪਣਾ ਦਾਵਾ ਹੈਗਾ, ਪਰ ਚਾਰਜਸ਼ੀਟ 'ਚ ਉਹਦਾ ਨਾਂ ਹੈ। ਆਖਰਕਾਰ ਆਪਾਂ ਜਾਣਦੇ ਹਾਂ, ਬਾਕੀ ਤਾਂ ਕਾਨੂੰਨੀ ਪ੍ਰਕਿਰਿਆ, ਕਾਨੂੰਨ ਦੇ ਸਾਹਮਣੇ ਜੋ ਕੁਝ ਆਏਗਾ ਉਹਦੇ ਮੁਤਾਬਕ ਪਤਾ ਲੱਗੇਗਾ ਕੀ ਤੱਥ ਸਾਹਮਣੇ ਆਉਂਦੇ ਆ।
ਪਰ ਇੱਕ ਗੱਲ ਤਾਂ ਹੈ ਹੀ ਹੈ, ਜਦੋਂ ਕਿਸੇ ਦਾ ਨਾਂ ਚਾਰਜ ਸ਼ੀਟ 'ਚ ਆ ਜਾਂਦਾ ਹੈ ਤਾਂ ਉਹਨੂੰ ਆਪਣੇ ਆਪ ਨੂੰ ਇਹ ਤੇ ਸਾਬਤ ਕਰਨਾ ਪਏਗਾ ਹੀ ਨੇ ਕਿ ਮੈਂ ਮੁੱਖ ਸਾਜ਼ਿਸ਼ ਘਾੜਾ ਨਹੀਂ ਸੀ। ਹੁਣ ਜਦੋਂ ਉਹਦਾ ਨਾਂ ਆਇਆ, ਸੁਖਬੀਰ ਬਾਦਲ ਦੇ ਕਹਿਣ ਦੇ ਨਾਲ ਜਿਹੜਾ ਹੈਗਾ ਗੱਲ ਨਹੀਂ ਹੋਣੀ, ਹੁਣ ਤਾਂ ਤੱਥਾਂ ਦੇ ਆਧਾਰ ਤੇ ਗੱਲ ਹੋਏਗੀ। ਬਹੁਤ ਵੱਡਾ ਮਾਮਲਾ ਹੈ, ਪਿਛਲੇ ਇੰਨੇ ਸਾਲਾਂ ਤੋਂ ਜਿੱਦਾਂ ਮੈਂ ਕਿਹਾ ਮਾਮਲਾ ਲਟਕ ਰਿਹਾ ਸੀ, ਪਰ ਹੁਣ ਇਹ ਗੱਲ ਜਿਹੜੀ ਹੈਗੀ ਹੈ ਸਾਹਮਣੇ ਆ ਗਈ। ਜੀ ਬਿਲਕੁਲ। ਤੇ ਸਿੱਧੂ ਸਾਹਿਬ, ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਬਹੁਤ ਸਾਰੀਆਂ ਉਮੀਦਾਂ ਸੀ ਤੇ ਉਮੀਦਾਂ ਨੇ। ਲੋਕਾਂ ਨੂੰ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਹੈ, ਜਿਸ ਦੇ 92 ਵਿਧਾਇਕ ਅਸੀਂ ਜਿਤਾ ਕੇ ਭੇਜੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਬਣਵਾਈ, ਤਾਂ ਆਮ ਆਦਮੀ ਪਾਰਟੀ ਜਿਹੜੇ ਵਾਅਦੇ ਕਰਕੇ ਆਈ ਸੀ ਤਾਂ ਹੌਲੀ ਹੌਲੀ ਉਹਨਾਂ ਸਾਰੇ ਵਾਅਦਿਆਂ ਨੂੰ ਪੂਰਾ ਜ਼ਰੂਰ ਕੀਤਾ ਜਾਵੇਗਾ। ਤੇ ਜਿਨ੍ਹਾਂ ਵਿੱਚੋਂ ਇੱਕ ਇਹ ਵੀ ਸੀ ਕਿ ਕੋਟਕਪੂਰਾ ਕਾਂਡ ਦੇ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਜ਼ਾਵਾਂ ਜ਼ਰੂਰ ਮਿਲਣਗੀਆਂ। ਪਰ ਹੁਣ ਜੇ ਪਿਛਲੇ ਹਫ਼ਤੇ ਦੀ ਦੌਰਾਨ ਅਸੀਂ ਤੁਹਾਡੇ ਨਾਲ ਇਸੇ ਪ੍ਰੋਗਰਾਮ ਦੇ ਵਿੱਚ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਕੋਟਕਪੂਰਾ ਬਠਿੰਡਾ ਹਾਈਵੇ ਹੈ, ਉੱਥੇ ਜਿਹੜਾ ਧਰਨਾ ਲੱਗਿਆ ਹੋਇਆ ਸੀ ਉਸ ਨੂੰ ਚੁਕਵਾਇਆ ਗਿਆ। ਉਸ ਤੋਂ ਇੱਕ ਸਾਈਡ ਜਿਹੜੀ ਹੈ ਖੁਲਵਾਈ ਗਈ, ਜਿੱਥੇ ਕਿ ਜਿਹੜੇ ਨੇ ਕੁਲਦੀਪ ਸਿੰਘ ਧਾਲੀਵਾਲ ਉਹ ਆਪ ਗਏ ਮੁੱਖ ਮੰਤਰੀ ਸਾਹਿਬ ਦਾ ਸੁਨੇਹਾ ਦੇ ਕੇ ਕਿ 28 ਫਰਵਰੀ ਤੱਕ ਤੁਹਾਨੂੰ ਇਨਸਾਫ ਦੀ ਗੱਲ ਜ਼ਰੂਰ ਮਿਲੇਗੀ। 28 ਤਰੀਕ ਤੱਕ ਕੁਛ ਨਾ ਕੁਛ ਤੁਹਾਨੂੰ ਸੁਣਨ ਨੂੰ ਐਸਾ ਮਿਲੇਗਾ ਕਿ ਤੁਸੀਂ ਕਹੋਗੇ ਕਿ ਹਾਂ, ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਵੀ। ਕੀ ਇਹ ਉਸੇ ਦਾ ਹੀ ਨਤੀਜਾ ਤਾਂ ਨਹੀਂ? ਨਵਦੀਪ, ਜਦੋਂ ਆਪਾਂ ਗੱਲ ਕਰ ਰਹੇ ਹਾਂ, ਦੇਖੋ 28 ਫਰਵਰੀ ਜ਼ਰੂਰ ਹੈ, ਕਿਹਾ ਸੀਗਾ ਕਿ 28 ਫਰਵਰੀ ਤੱਕ ਅਸੀਂ ਨਿਆਂ ਤੇ ਇਨਸਾਫ ਦੇਵਾਂਗੇ। ਉਸ ਪਾਸੇ ਵੱਲ ਨੂੰ ਇੱਕ ਪਹਿਲ ਕਦਮੀ ਜ਼ਰੂਰ ਹੈ, ਪਰ ਨਿਆਂ ਤੇ ਇਨਸਾਫ ਦੀਆਂ ਗੱਲਾਂ ਅਜੇ ਦੂਰ ਹੈ। ਇਹ ਮਾਮਲਾ ਅਦਾਲਤ 'ਚ ਜਾਏਗਾ, ਕਾਨੂੰਨੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ। ਆਪਾਂ ਸਾਰੇ ਜਾਣਦੇ ਆ ਇੱਦਾਂ ਦੀ ਜਿਹੜੀ ਹੈਗੀ ਚਾਰਜ ਸ਼ੀਟ ਕੁੰਵਰ ਵਿਜੇ ਪ੍ਰਤਾਪ ਜਿਹੜੇ ਹੁਣ ਇਸ ਵੇਲੇ ਆਪ ਦੇ ਮੌਜੂਦਾ ਵਿਧਾਇਕ ਹੈਗੇ ਆ, ਉਹਨਾਂ ਵੱਲੋਂ ਵੀ ਦਾਖਲ ਕੀਤੀ ਗਈ ਸੀ। ਤਾਂ ਅਦਾਲਤ ਵੱਲੋਂ ਉਹਨੂੰ ਇੱਕ ਤਰਫਾ ਜਿਹੜਾ ਰੱਦ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਸੀ ਇਹ ਬਿਲਕੁਲ ਜਿਹੜਾ ਰਾਜਸੀ ਰੰਗਤ ਨਾਲ ਰੰਗੀ ਵੀ ਚਾਰਜ ਸ਼ੀਟ ਹੈਗੀ ਹੈ ਤੇ ਇਹਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਤੇ ਉਹ ਰੱਦ ਹੋ ਗਈ ਸੀ। ਔਰ ਅਕਾਲੀ ਦਲ ਉਦੋਂ ਤੋਂ ਲੈ ਕੇ ਲਗਾਤਾਰ ਇਹ ਕਹਿੰਦਾ ਆ ਰਿਹਾ ਕਿ ਦੇਖੋ ਅਦਾਲਤ ਨੇ ਸਾਡਾ ਪੱਖ ਜਿਹੜਾ ਸਾਹਮਣੇ ਲਿਆਂਦਾ ਹੈ, ਸੱਚਾਈ ਸਾਹਮਣੇ ਲਿਆਂਦੀ ਹੈ ਕਿ ਸਾਨੂੰ ਖਾਮਖਾ ਇਹਦੇ 'ਚ ਲਿਆ ਜਾ ਰਿਹਾ ਸੀ। ਹੁਣ ਦੂਜੀ ਵਾਰੀ ਫਿਰ ਇਸ ਤਰ੍ਹਾਂ ਦੀ ਸਿਚੁਏਸ਼ਨ ਸਾਹਮਣੇ ਆਈ ਹੈ, ਜਿਹੜੀ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਹਾਲਾਂਕਿ ਜਿਹੜੀ ਪਹਿਲੀ ਚਾਰਜ ਸ਼ੀਟ ਸੀਗੀ ਉਹਦੇ ਜੋ ਸਾਹਮਣੇ ਆਇਆ ਉਹਦੇ 'ਚ ਮੁੱਖ ਸਾਜ਼ਿਸ਼ ਘੜਤਾ ਦੇ ਤੌਰ ਤੇ ਇੱਦਾਂ ਦੀ ਗੱਲ ਸੁਖਬੀਰ ਬਾਦਲ ਦੇ ਬਾਰੇ 'ਚ ਨਹੀਂ ਸੀ ਆਈ, ਪਰ ਹੁਣ ਉਗੜਵੇਂ ਰੂਪ ਦੇ ਵਿੱਚ ਜਦੋਂ ਇਹ ਗੱਲ ਆਈ, ਅੱਜ ਮੀਡੀਆ ਸਭ ਜਗ੍ਹਾ ਤੇ ਗੱਲ ਛਾਇਆ ਹੋਈ ਹੈ, ਤਾਂ ਇਹਦੇ ਨਾਲ ਬਹੁਤ ਵੱਡਾ ਇਸ਼ੂ ਉੱਭਰ ਕੇ ਸਾਹਮਣੇ ਆਇਆ। ਦੇਖੋ ਸੁਖਬੀਰ ਬਾਦਲ ਦੇ ਪੋਲੀਟੀਕਲ ਕੈਰੀਅਰ ਦੇ ਲਈ ਵੀ ਇਹ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਜਿਸ ਤਰੀਕੇ ਨਾਲ ਨਵਦੀਪ ਪਿਛਲੇ ਕਾਫੀ ਲੰਬੇ ਸਮੇਂ ਤੋਂ ਅਕਾਲੀ ਦਲ ਆਪਣੀ ਹੋਂਦ ਬਚਾਉਣ ਲਈ ਜੂਝ ਰਿਹਾ, ਲੜਾਈ ਲੜ ਰਿਹਾ ਕਿ ਅਕਾਲੀ ਦਲ ਆਪਣੀ ਹੋਂਦ ਕਿਵੇਂ ਬਚਾ ਸਕਦਾ ਹੈ। ਇਹਦੇ ਪਾਰਟੀ ਦੇ ਜੇ ਆਪਾਂ ਐਮਐਲਏ ਦੀ ਗੱਲ ਕਰੀਏ, ਤਿੰਨ ਐਮਐਲਏ ਰਹਿ ਗਏ ਹੈ, ਔਰ ਪਾਰਟੀ ਦੇ ਅੰਦਰ ਸੁਖਬੀਰ ਬਾਦਲ ਦੇ ਲਈ ਵੀ ਵਿਰੋਧ, ਔਰ ਵੱਖ-ਵੱਖ ਜਿਹੜੇ ਅਕਾਲੀ ਧੜੇ ਜਿਹੜੇ ਅਕਾਲੀ ਦਲ ਚੋਂ ਟੁੱਟ ਕੇ ਹੀ ਗਏ ਆ, ਉਹਨਾਂ ਨੂੰ ਵੀ ਹੁਣ ਇੱਕ ਮੌਕਾ ਮਿਲ ਗਿਆ ਇਸ ਗੱਲ ਨਾਲ ਕਿ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਸੁਖਬੀਰ ਬਾਦਲ ਜਿਹੜਾ ਹੈਗਾ ਅਕਾਲੀ ਦਲ ਦੀ ਪ੍ਰਧਾਨਗੀ ਦੇ ਕਾਬਿਲ ਨਹੀਂ ਹੈ, ਨਹੀਂ ਕਰ ਸਕਦਾ, ਭਰੋਸਾ ਨਹੀਂ ਕੀਤਾ ਜਾ ਸਕਦਾ। ਤੇ ਹੁਣ ਇਹ ਗੱਲ ਚਾਰਜ ਸ਼ੀਟ ਨਾਲ ਵੀ ਸਾਹਮਣੇ ਆ ਰਹੀ ਹੈ, ਪਰ ਚਾਰਜ ਸ਼ੀਟ ਆਪਣੇ ਆਪ 'ਚ ਮੁਕੰਮਲ ਸੱਚ ਨਹੀਂ ਹੈ। ਜਦੋਂ ਅਦਾਲਤ 'ਚ ਜਾਏਗਾ, ਅਦਾਲਤ ਕਿਸ ਤਰੀਕੇ ਨਾਲ ਲੈਂਦੀ ਹੈ, ਜਿੱਦਾਂ ਮੈਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਚਾਰਜ ਸ਼ੀਟ ਸੀ ਉਹ ਰਿਜੈਕਟ ਹੋ ਗਈ ਸੀ, ਕਿ ਇਹ ਚਾਰਜ ਸ਼ੀਟ ਟਿਕ ਪਾਏਗੀ, ਇਹਦੇ ਤੇ ਕੋਈ ਕਿਸ ਤਰ੍ਹਾਂ ਦੇ ਹੋਰ ਕਾਨੂੰਨੀ ਸਵਾਲ ਉੱਠਣਗੇ, ਇਹ ਆਉਣ ਵਾਲੇ ਸਮੇਂ 'ਚ ਸੁਖਬੀਰ ਬਾਦਲ ਕੀ ਪੱਖ ਪੇਸ਼ ਕਰਦੇ ਹੈ, ਸਰਕਾਰੀ ਜਿਹੜੇ ਐਡਵੋਕੇਟ ਜਨਰਲ ਹੈ ਉਹਨਾਂ ਦੀ ਟੀਮ ਹੈ, ਕੀ ਮੁੱਦੇ ਕਿਹੜੇ ਇਸ਼ੂਜ਼ ਨੂੰ ਜਿਹੜਾ ਬੇਸ ਬਣਾ ਕੇ ਸਾਹਮਣੇ ਰੱਖਣਗੇ। ਸੋ ਬਹੁਤ ਸਾਰਾ ਮਾਮਲਾ ਹੈਗਾ, ਪਰ ਇਹ ਗੱਲ ਜ਼ਰੂਰ ਹੈ ਕਿ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ, ਔਰ ਜੇ ਕੋਈ ਇਸ ਮਾਮਲੇ 'ਚ ਕਟਹਿਰੇ ਤੇ ਹੈ ਤਾਂ ਸੁਖਬੀਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਤੇ ਸਮੇਤ ਸੈਣੀ। ਸੁਭਾਵਿਕ ਹੈ ਕਿਉਂਕਿ ਨਾ ਉਹਨਾਂ ਦੇ ਹੈ, ਉਹ ਆਪਣੇ ਵੱਲੋਂ ਜੋ ਮਰਜ਼ੀ ਕਹਿਣ, ਪਰ ਜਵਾਬਦੇਹੀ ਤਾਂ ਉਹਨਾਂ ਤੋਂ ਹੀ ਬਣਦੀ ਹੈ। ਜੀ ਬਿਲਕੁਲ। ਤੇ ਸਿੱਧੂ ਸਾਹਿਬ, ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਜਦੋਂ ਚਾਰਜ ਸ਼ੀਟ ਹੈ ਜਿਹੜੀ ਉਹ ਮੀਡੀਆ ਕਰਮਚਾਰੀਆਂ ਦੇ ਹੱਥ ਦੇ ਵਿੱਚ ਆਏਗੀ, ਮੀਡੀਆ ਦੇ ਵਿੱਚ ਨਸ਼ਰ ਹੋਏਗੀ, ਉਸ ਤੋਂ ਬਾਅਦ ਕੁਝ ਵੀ ਕਹਿਣਾ ਜਿਹੜਾ ਹੈਗਾ ਉਹ ਬਣਦਾ ਹੈ ਕਿ ਆਖਿਰਕਾਰ ਜੋ ਸੁਖਬੀਰ ਸਿੰਘ ਬਾਦਲ ਤੇ ਸਿੱਧੇ ਨਿਸ਼ਾਨੇ ਸਾਜ਼ਿਸ਼ਕਰਤਾ ਤੇ ਲਾਏ ਜਾ ਰਹੇ ਨੇ ਕਿ ਉਹ ਕਿੰਨੇ ਕੁ ਸੱਚ ਨੇ, ਕਿਸ ਤਰੀਕੇ ਦੇ ਨਾਲ ਮੀਡੀਆ ਉਸ ਬਾਬਤ ਗੱਲ ਕਰੇਗਾ, ਕਿਸ ਤਰੀਕੇ ਦੇ ਨਾਲ ਹੋਰ ਜ਼ਿਆਦਾ ਕੰਨੋ ਸੋਹਾਂ ਨਿਕਲ ਕੇ ਸਾਹਮਣੇ ਆਉਣਗੀਆਂ। ਪਰ ਇੱਕ ਗੱਲ ਇਹ ਜ਼ਰੂਰ ਹੈ ਕਿ ਇੱਕ ਵਾਰੀ ਸਿਆਸੀ ਭੁਚਾਲ ਹੈ ਸਿੱਧੂ ਸਾਹਿਬ, ਉਹ ਜ਼ਰੂਰ ਆ ਗਿਆ, ਵੱਡਾ ਸਿਆਸੀ ਭੁਚਾਲ। ਇਸ ਤੋਂ ਬਾਅਦ ਪੰਜਾਬ ਦੇ ਵਿੱਚ ਮੈਂ ਕਹਿੰਦਾ ਕਿ ਪਿਛਲੇ 3 ਮੁੱਖ ਮੰਤਰੀ ਜਿੱਦਾਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ, ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੀ ਸਰਕਾਰ ਤਾਂ ਗਈ ਇਸ ਇਸ਼ੂ ਤੇ, ਕੈਪਟਨ ਅਮਰਿੰਦਰ ਵਾਅਦਾ ਕਰਕੇ ਉਹਨਾਂ ਦੀ ਸਰਕਾਰ ਗਈ, ਚੰਨੀ ਦੀ ਸਰਕਾਰ ਗਈ, ਤੇ ਹੁਣ ਸਰਕਾਰ ਆਈ ਹੈ। ਸੋ ਵੱਡਾ ਸਿਆਸੀ ਭੁਚਾਲ ਹੈ ਹੀ ਹੈ, ਕੋਈ ਸ਼ੱਕ ਨਹੀਂ। ਜੀ ਬਿਲਕੁਲ। ਤੇ ਜੇ ਗੱਲ ਚੱਲੀ ਹੈ ਮੀਡੀਆ ਦੀ, ਤਾਂ ਮੀਡੀਆ ਦੀ ਗੱਲ ਕਰਨੀ ਬੇਹੱਦ ਜ਼ਰੂਰੀ ਬਣਦੀ ਹੈ, ਕਿਉਂਕਿ ਹਰ ਇੱਕ ਗੱਲ ਨੂੰ ਗਰਾਊਂਡ ਪੱਧਰ ਤੋਂ ਲੈ ਕੇ ਤੁਹਾਡੇ ਸਭ ਦੇ ਸਾਹਮਣੇ ਰੱਖਣ ਵਾਲਾ ਮੀਡੀਆ, ਜਿਸ ਦੇ ਵਿੱਚ
ਤਕਰੀਬਨ ਸਾਰੇ ਹੀ ਕਰਮਚਾਰੀ ਸ਼ਾਮਿਲ ਹੁੰਦੇ ਨੇ। ਉਹਨਾਂ ਦੇ ਵਿੱਚ ਭਾਵੇਂ ਐਂਕਰ ਹੋਣ, ਉਹਨਾਂ ਦੇ ਵਿੱਚ ਭਾਵੇਂ ਗੈਸਟ ਹੋਣ, ਉਹਨਾਂ ਦੇ ਵਿੱਚ ਭਾਵੇਂ ਸੀਨੀਅਰ ਪੱਤਰਕਾਰ ਹੋਣ, ਜੋ ਫੀਲਡ ਦੇ ਵਿੱਚ ਐਂਕਰ ਦੇ ਨਾਲ ਕੈਮਰਾ ਪਰਸਨ ਨਿਕਲਦੇ ਨੇ, ਜੋ MCR ਦੇ ਵਿੱਚ ਪੈਂਦੇ ਨੇ, ਜੋ ਐਡੀਟਿੰਗ ਟੀਮ ਹੁੰਦੀ ਹੈ, ਸਾਰੀ ਮੀਡੀਆ ਕਰਮੀਆਂ ਦੇ ਉਹਦੇ ਵਿੱਚ ਆਉਂਦੀ ਹੈ। ਪਰ ਜੇ ਅਸੀਂ ਗੱਲ ਕਰੀਏ ਕਿ ਕਈ ਅਜਿਹੇ ਕੇਸ ਹੁੰਦੇ ਨੇ ਜਿਸ ਦੇ ਵਿੱਚ ਕਹਿੰਦੇ ਨੇ ਕਿ ਹਾਈ ਪ੍ਰੋਫਾਈਲ ਕੇਸ ਆ ਗਿਆ ਜੀ, ਇਸ ਕੇਸ ਨੂੰ ਦੱਬ ਲਿਆ ਜਾਵੇ। ਕਈ ਥਾਂ ਤੇ ਤਾਂ ਅਸੀਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਕਿ ਪੱਤਰਕਾਰ ਦਾ ਮੂੰਹ ਬੰਦ ਕਰਨ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਪੱਤਰਕਾਰ ਨੂੰ ਦਰੜਿਆ ਜਾਂਦਾ ਜੀਪਾਂ ਦੇ ਹੇਠ, ਉਹਨੂੰ ਮਾਰ ਮੁਕਾ ਹੀ ਦਿੱਤਾ ਜਾਂਦਾ, ਕਈਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਾਂਦਾ, ਗੌਰੀ ਲਕੇਸ਼ ਵਰਗਿਆਂ ਨੂੰ। ਪਰ ਉਵੇਂ ਹੀ ਜੇ ਗੱਲ ਕੀਤੀ ਜਾਵੇ ਅਡਾਨੀ ਕੇਸ ਮਾਮਲੇ ਦੇ ਵਿੱਚ, ਤਾਂ ਅਡਾਨੀ ਕੇਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਰੇ ਹੀ TV ਚੈਨਲਸ ਤੇ ਇਹਨਾਂ ਖਬਰਾਂ ਨੂੰ ਨਸ਼ਰ ਕੀਤਾ ਗਿਆ, ਕਿਸ ਤਰੀਕੇ ਦੇ ਨਾਲ ਅਡਾਨੀ ਗਰੁੱਪ ਦੇ ਸ਼ੇਅਰਸ ਹੇਠਾਂ ਡਿੱਗੇ, ਉਹ ਦੱਸਣ ਦੀ ਜ਼ਰੂਰਤ ਨਹੀਂ ਕਿਉਂਕਿ ਸਭ ਨੇ ਸਭ ਕੁਝ ਪੜ੍ਹਿਆ ਵੀ ਹੈ ਤੇ ਸੁਣਿਆ ਵੀ ਹੈ। ਪਰ ਅਡਾਨੀਜ਼ ਵੱਲੋਂ ਇੱਕ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਗਈ। ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਸਾਡੇ ਜਿਹੜੇ ਕੇਸ ਦੀ ਪ੍ਰੋਪਰ ਸੁਣਵਾਈ ਨਹੀਂ ਹੋ ਜਾਂਦੀ ਤਾਂ ਮੀਡੀਆ ਕੋਈ ਵੀ ਖਬਰ ਨੂੰ ਨਸ਼ਰ ਨਹੀਂ ਕਰੇਗਾ, ਜਿਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਸ ਗੱਲ ਨੂੰ ਜਿਹੜਾ ਹੈਗਾ ਨਕਾਰ ਦਿੱਤਾ। ਤਾਂ ਉਹਨਾਂ ਨੇ ਕਿਹਾ ਕਿ ਨਹੀਂ, ਅਜਿਹੀ ਕੋਈ ਵੀ ਪਟੀਸ਼ਨ ਹੈ ਜਿਹੜੀ ਉਸ ਨੂੰ ਕਬੂਲਿਆ ਨਹੀਂ ਜਾਏਗੀ। ਲਵਦੀਪ, ਜਦੋਂ ਜਿਸ ਮੁੱਦੇ ਤੁਸੀਂ ਗੱਲ ਕਰਦੇ ਹੋ, ਦੇਖੋ ਤੁਸੀਂ ਕਿਹਾ ਕਿ ਪੱਤਰਕਾਰਾਂ ਦਾ ਮੂੰਹ ਬੰਦ ਕਰਨ ਦੇ, ਬੜਾ ਪਿਆਰਾ ਸ਼ਬਦ ਹੈ। ਕਈ ਤਰ੍ਹਾਂ ਨਾਲ ਮੂੰਹ ਬੰਦ ਕਰਨ ਦੀ ਗੱਲ ਹੁੰਦੀ ਹੈ। ਕੋਈ ਤਾਂ ਇਹ ਹੁੰਦਾ ਕਿ ਤੁਹਾਨੂੰ ਕੁਝ ਪੱਤਰਕਾਰਾਂ ਨੂੰ ਇਦਾਂ ਦੇ ਰੁਤਬੇ ਦਿੱਤੇ ਜਾਂਦੇ ਆ, ਇਦਾਂ ਦੇ ਮਾਣ ਸਨਮਾਨ ਕਹਿ ਲਓ, ਜਾਂ ਇਦਾਂ ਦਾ ਜਿਹੜੇ ਉਹਨਾਂ ਨੂੰ ਲੋਭ ਲਾਲਚ ਦਿੱਤੇ ਜਾਂਦੇ ਆ। ਗੋਦੀ ਮੀਡੀਆ ਸ਼ਬਦ ਵੀ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ। ਸੋ ਗੋਦੀ ਮੀਡੀਆ ਜਦੋਂ ਸ਼ਬਦ ਵਰਤੇ ਜਾਂਦੇ ਤਾਂ ਮੂੰਹ ਬੰਦ ਉੱਥੇ ਵੀ ਹੋ ਜਾਂਦੇ ਆ। ਪਰ ਜਿਸ ਲਹਿਜੇ ਤੁਸੀਂ ਗੱਲ ਕਰ ਰਹੇ ਹੋ ਉਹ ਇੱਕ ਅਲੱਗ ਲਹਿਜੇ ਦੀ ਗੱਲ ਹੈਗੀ ਆ। ਉਹਦੇ 'ਚ ਹੈਗਾ ਕਿ ਵੀ ਜਦੋਂ ਅਡਾਨੀ ਦੀ ਇਸ਼ੂ ਦੇ ਉੱਤੇ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨੇ ਬੇਈਮਾਨੀ ਕੀਤੀ, ਉਹਦੀ ਕੰਪਨੀਆਂ ਨੇ ਕਿੱਦਾਂ ਵੱਡਾ ਇਹਦੇ ਨਾਲ ਸਾਡੀ ਹਿੰਦੁਸਤਾਨ ਨੂੰ, ਭਾਰਤ ਸਰਕਾਰ ਨੂੰ ਕਸਾਰਾ ਹੋਇਆ ਔਰ ਸਾਡੀ ਸ਼ਾਖ ਨੂੰ ਵੀ ਧੱਕਾ ਲੱਗਿਆ। ਕੌਮਾਂਤਰੀ ਪੱਧਰ ਤੇ ਕਿਸ ਤਰ੍ਹਾਂ ਉਹਦੇ ਜਿਹੜੇ ਸ਼ੇਅਰ ਬਾਜ਼ਾਰ 'ਚ ਗਿਰਾਵਟ ਆਈ, ਬਹੁਤ ਸਾਰੇ ਇਸ਼ੂ ਆਪਾਂ ਪਿਛਲੇ ਦਿਨਾਂ ਜਿਹਨਾਂ 'ਤੇ ਡਿਸਕਸ ਕਰਦੇ ਰਹੇ ਹਾਂ। ਉਹਦੀਆਂ ਡਿਟੇਲਸ ਰਿਪੋਰਟ ਜਿਹੜੀਆਂ ਹੈਗੀਆਂ ਮੀਡੀਆ ਦੇ ਅੰਦਰ ਆਉਂਦੀਆਂ ਰਹੀਆਂ। ਬੜੀ ਪਰੇਸ਼ਾਨੀ ਸੀ ਅਡਾਨੀ ਗਰੁੱਪ ਨੂੰ ਕਿ ਬਈ ਇਹ ਜਿਹੜਾ ਹੈਗਾ ਆਉਣੀਆਂ ਨਹੀਂ ਚਾਹੀਦੀਆਂ, ਕਿਉਂ ਆ ਰਹੀਆਂ ਜਿਹੜੀਆਂ ਰਿਪੋਰਟਸ ਨੂੰ ਲੈ ਕੇ ਉਹਨਾਂ ਨੇ ਅਦਾਲਤ ਦਾ ਬੂਹਾ ਖੜਕਾਇਆ ਤੇ ਅਦਾਲਤ ਨੇ ਬਹੁਤ ਹੀ ਸਹੀ ਫੈਸਲਾ ਸੁਣਾਇਆ ਕਿ ਵੀ ਅਸੀਂ ਇਸ ਤਰੀਕੇ ਦੇ ਨਾਲ ਮੀਡੀਆ ਨੂੰ ਰੋਕ ਨਹੀਂ ਸਕਦੇ। ਜੇ ਇੱਦਾਂ ਦੀ ਪਾਬੰਦੀ ਲੱਗੇਗੀ ਤਾਂ ਕੱਲ੍ਹ ਨੂੰ ਨਵਦੀਪ ਕੋਈ ਵੀ ਅਦਾਲਤ 'ਚ ਜਾ ਕੇ ਕਹਿ ਦਿਆ ਕਰੇਗਾ ਕਿ ਜੀ ਮੀਡੀਆ ਨੂੰ ਕਹੋ ਕਿ ਇਹ ਪਾਬੰਦੀ ਲੱਗਣੀ ਚਾਹੀਦੀ ਹੈ, ਇਹਦੇ 'ਤੇ ਗੱਲ ਨਹੀਂ ਆਉਣੀ ਚਾਹੀਦੀ। ਸੋ ਇਹ ਸਵਾਗਤਯੋਗ ਫੈਸਲਾ ਅਦਾਲਤ ਦਾ ਜਿਹੜਾ ਹੈਗਾ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਜੇ ਹਿੰਦੁਸਤਾਨ ਦੀ ਡੈਮੋਕ੍ਰੇਸੀ ਬਚੀ ਵੀ ਹੈ, ਕੁਝ ਦੇ ਚੰਗੇ ਪੱਖ ਅਜੇ ਵੀ ਜਿਹੜੇ ਨਜ਼ਰ ਆ ਰਹੇ ਹੈ, ਤਾਂ ਉਹਦਾ ਇੱਕ ਵੱਡਾ ਹਿੱਸਾ ਜਿੱਦਾਂ ਆਪਾਂ ਮੀਡੀਆ ਕਰਮੀ ਆਪਾਂ ਆਪਣੀ ਗੱਲ ਤਾਂ ਕਰਾਂਗੇ, ਜਿੱਥੇ ਮੀਡੀਆ ਦਾ ਯੋਗਦਾਨ ਹੈ ਉੱਥੇ ਜਿਹੜਾ ਹੈਗਾ ਸਾਡੀ ਨਿਆਂਪਾਲਿਕਾ ਜੁਡੀਸ਼ਰੀ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਬਹੁਤ ਵੱਡੀ ਭੂਮਿਕਾ ਹੈ। ਆਹ ਜਿਹੜਾ ਕਦਮ ਹੈ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਇਹ ਵੀ ਉਸੇ ਪਾਸੇ ਵੱਲ ਨੂੰ ਹੀ ਹੈ ਕਿ ਉਹਨਾਂ ਨੇ ਕਿਹਾ ਕਿ ਨਹੀਂ, ਇੱਦਾਂ ਦੀ ਜਿਹੜੀ ਕਾਰਵਾਈ ਹੈ ਉਹਦੇ ਬਾਰੇ ਡਿਟੇਲ ਜਾਣਕਾਰੀ ਦੇਣ ਤੋਂ ਕੋਈ ਪਾਬੰਦੀ ਜਾਂ ਇੱਦਾਂ ਦਾ ਨਹੀਂ ਲੱਗ ਸਕਦਾ। ਅਕਸਰ ਇੱਦਾਂ ਦੇ ਇਸ਼ੂ ਆਉਂਦੇ ਆ, ਕੇਵਲ ਇੰਨਾ ਹੀ ਨਹੀਂ। ਦੇਖੋ ਅਲੱਗ-ਅਲੱਗ ਕੇਸੇ 'ਤੇ ਕਈ ਵਾਰੀ ਇਹ ਗੱਲਾਂ ਸਾਹਮਣੇ ਆਉਂਦੀਆਂ। ਕੁਝ ਕੇਸਿਸ ਇਹੋ ਵੀ ਆਏ ਜਦੋਂ ਕਿਸੇ ਜਰਨਲਿਸਟ ਨੇ ਕਿਸੇ ਵੱਡੇ ਨੇਤਾ ਦੇ ਖਿਲਾਫ ਕੋਈ ਗੱਲ ਕੀਤੀ ਤਾਂ ਉਹਦੇ 'ਤੇ ਕੇਸ ਬਣਾਤਾ, ਉਹਨੂੰ ਜੇਲ੍ਹ ਸੁੱਟਤਾ, ਬਾਅਦ 'ਚ ਜ਼ਮਾਨਤ ਹੁੰਦੀ ਆ ਨਹੀਂ ਹੁੰਦੀ। ਤਾਂ ਜਰਨਲਿਸਟ, ਜਿੱਦਾਂ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਜਰਨਲਿਸਟ ਬਾਖੂਬੀ ਆਪਣੀ ਭੂਮਿਕਾ ਅਦਾ ਕਰਦਾ, ਨਿਭਾਉਂਦਾ ਹੈ। ਪਰ ਜਰਨਲਿਸਟ ਦੀ ਤਾਕਤ ਇੱਕ ਮੀਡੀਆ ਦੇ ਤੌਰ ਤੇ ਹੀ ਹੈ। ਜਰਨਲਿਸਟ ਦੀ ਵਿਅਕਤੀਗਤ ਤੌਰ ਤੇ ਉੱਦਾਂ ਦੀ ਕੋਈ ਤਾਕਤ ਨਹੀਂ ਹੁੰਦੀ ਕਿ ਉਹਦੇ ਪਿੱਛੇ ਕੋਈ ਬਹੁਤ ਵੱਡੀ ਇੱਦਾਂ ਦੀ ਫੋਰਸ ਖੜੀ ਹੈ ਕਿ ਜਰਨਲਿਸਟ ਨੂੰ ਜੇਲ੍ਹ ਸੁੱਟ ਦਿੱਤਾ ਜਾਏਗਾ ਤਾਂ ਕੋਈ ਪਤਾ ਨਹੀਂ ਕਿੱਡਾ ਕੁ ਤੂਫਾਨ ਖੜਾ ਹੋ ਜਾਏਗਾ। ਸਾਡੇ ਮੀਡੀਆ ਕਰਮਚਾਰੀ ਜਿਹੜੇ ਹੈਗੇ ਆ ਉਸ ਮਾਮਲੇ 'ਤੇ ਪ੍ਰੋਟੈਸਟ ਵੀ ਕਰਦੇ ਆ, ਅਖਬਾਰਾਂ 'ਚ ਬਿਆਨ ਵੀ ਲੱਗਦੇ ਆ, ਇਸ਼ੂਜ਼ ਵੀ ਆਉਂਦੇ ਆ, ਕੁਝ ਜਿਹੜੀਆਂ ਜਥੇਬੰਦੀਆਂ ਉਹ ਮਾਮਲੇ ਦਾ ਨੋਟਿਸ ਵੀ ਲੈਂਦੀਆਂ। ਪਰ ਵੱਡੀਆਂ ਲੜਾਈਆਂ ਜਿਹੜੀਆਂ ਹੈਗੀਆਂ ਉਹ ਲੋਕ ਲੜਦੇ ਆ ਜਿਨ੍ਹਾਂ ਦੇ ਪਿੱਛੇ ਬਹੁਤ ਵੱਡੀਆਂ ਫੋਰਸਿਸ ਖੜੀਆਂ ਹੁੰਦੀਆਂ। ਜਰਨਲਿਸਟ ਤਾਂ ਮੀਡੀਆ ਦੀ ਆਜ਼ਾਦੀ ਲਈ ਪਹਿਰੇਦਾਰੀ ਕਰਦਾ ਹੈ ਤੇ ਉਸ ਪਹਿਰੇਦਾਰੀ ਦੀ ਹਮਾਇਤ ਦੇ ਵਿੱਚ ਹੀ ਜਦੋਂ ਨਿਆਂਪਾਲਿਕਾ ਨੇ ਗੱਲ ਕੀਤੀ ਤਾਂ ਸਾਨੂੰ ਸਾਰਿਆਂ ਨੂੰ ਇਹ ਗੱਲ ਚੰਗੀ ਲੱਗੀ ਹੈ ਕਿ ਇਸ ਤਰ੍ਹਾਂ ਦੀ ਪਾਬੰਦੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇੱਕ ਸਟੈਪ ਹੋਰ ਅੱਗੇ ਜਾ ਕੇ ਮੈਂ ਤਾਂ ਇਹ ਵੀ ਕਹਾਂਗਾ ਕਿ ਜੇ ਕਿਤੇ ਵਿਅਕਤੀਗਤ ਤੌਰ ਤੇ ਵੀ ਕੋਈ ਮੀਡੀਆ ਕਰਮੀ ਜਿਹੜਾ ਹੈਗਾ ਕਿਸੇ ਵੱਡੇ ਨੇਤਾ ਦਾ, ਕਿਸੇ ਵੱਡੀ ਆਰਗੇਨਾਈਜੇਸ਼ਨ ਦਾ ਭਾਂਡਾ ਪਾਉਂਦਾ ਚੁਰਾਹੇ ਦੇ ਵਿੱਚ, ਤਾਂ ਉਹਦੇ ਖਿਲਾਫ ਵੀ ਜਦੋਂ ਕਾਰਵਾਈ ਹੁੰਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਕਾਰਵਾਈ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ। ਤੇ ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਬਿਆਨ ਜਾਰੀ ਹੋਇਆ। ਉਹਨਾਂ ਨੇ ਕਿਹਾ ਕਿ 11 ਮਹੀਨੇ ਹੋ ਗਏ ਨੇ, 11 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਬਦਲਾਅ ਤਾਂ ਨਹੀਂ ਆਇਆ ਪਰ ਪੰਜਾਬ ਬੌਂਦਲ ਜ਼ਰੂਰ ਗਿਆ। ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਹੀ ਪਿਆਰਾ ਸ਼ਬਦ ਵਰਤਿਆ ਤੁਸੀਂ ਨਵਦੀਪ ਕਿ ਪੰਜਾਬ ਬੌਂਦਲ ਜ਼ਰੂਰ ਗਿਆ।
ਇਹ ਨਹੀਂ ਹੁਣ ਪਤਾ ਪੰਜਾਬ ਬੌਂਦਲਿਆ, ਪ੍ਰਤਾਪ ਸਿੰਘ ਬਾਜਵਾ ਬੌਂਦਲਿਆ, ਕੌਣ ਬੌਂਦਲਿਆ। ਦੇਖੋ ਬੜੀ ਸਥਿਤੀ ਬੜੀ ਦਿਲਚਸਪ ਬਣੀ ਹੈ। ਆਖਰਕਾਰ ਹੁੰਦਾ ਕੀ ਹੈ, ਜਿੱਦਾਂ ਆਪਣੇ ਘਰ 'ਚ ਹੁਣ ਆਉਣ ਵਾਲੇ ਦਿਨਾਂ 'ਚ ਗਰਮੀ ਵੱਧ ਰਹੀ ਹੈ, ਮੌਸਮ ਗਰਮੀ ਵਾਲਾ ਆਏਗਾ ਹੈ ਨਾ, ਘਰ 'ਚ ਲਾਈਟਸ ਜਿਹੜੀਆਂ ਹੈਗੀਆਂ ਆਫ ਹੋ ਜਾਣ ਤਾਂ ਘਰ ਵਾਲੇ ਬੌਂਦਲ ਜਾਂਦੇ ਆ ਨਾ, ਕੋਈ ਬਾਹਰ ਨਿਕਲਦਾ, ਕੋਈ ਮੇਰੇ ਵਰਗਾ ਪੱਖੀ ਨਹੀਂ ਚੱਲ ਦਿੰਦਾ ਹੈ ਕਿ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸਾਹ ਲੈਂਦੇ ਰਹੀਏ। ਇੱਦਾਂ ਹੀ ਜਿਹੜੀਆਂ ਪੋਲੀਟੀਕਲ ਪਾਰਟੀਆਂ ਨਾ ਨਦੀਪ, ਜਦੋਂ ਸੱਤਾ 'ਚੋਂ ਬਾਹਰ ਹੋ ਜਾਂਦੀਆਂ ਨਾ, ਇਹਨਾਂ ਦੇ ਏਸੀ ਬੰਦ ਹੋ ਜਾਂਦੇ ਹੈ। ਇਹਨਾਂ ਦੀ ਪਾਵਰ ਇੱਕ ਐਸੀ ਹੈ, ਉਹਦੀ ਠੰਡੀ ਹਵਾ ਨਾ ਜਿਹੜੀ ਕਈ ਤਰੀਕੇ ਨਾਲ ਆਉਂਦੀ ਹੈ ਇਹਨਾਂ ਨੂੰ, ਤੇ ਜਦੋਂ ਠੰਡੀ ਹਵਾ ਦੇ ਬੁੱਲੇ ਬੰਦ ਹੁੰਦੇ ਆ ਨਾ ਤਾਂ ਪੋਲੀਟੀਕਲ ਪਾਰਟੀਆਂ ਵੀ ਬਖਲਾ ਜਾਂਦੀਆਂ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਪ੍ਰਤਾਪ ਬਾਜਵਾ ਨੇ ਆਪ ਬਾਰੇ ਗਲਤ ਕਿਹਾ ਜਾਂ ਠੀਕ ਕਿਹਾ, ਪਰ ਮੈਂ ਸਾਡੇ ਪੋਲੀਟੀਕਲ ਸਮੁੱਚਾ ਜਿਹੜਾ ਸਿਸਟਮ ਹੈ ਆਪਣੇ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ ਕਿ ਜਦੋਂ ਅਸੀਂ ਇੱਕ ਦੂਜੇ ਦੀ ਪੋਲੀਟੀਕਲ ਪਾਰਟੀਆਂ ਦੀ ਗੱਲ ਕਰਦੀਆਂ, ਅਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਕੋਟਕਪੂਰਾ ਗੋਲੀकांड ਦੇ ਮੁੱਦੇ ਤੇ ਗੱਲ ਕਰਕੇ ਹਟੇ ਹਾਂ। ਜੇ ਉੱਥੇ ਵੀ ਇਹ ਵਰਤਾਰਾ ਹੋਇਆ ਤਾਂ ਉਹਦੇ ਸਾਡੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਦੀ ਬਹੁਤ ਵੱਡੀ ਭੂਮਿਕਾ ਹੈ। ਇੱਕ ਦੂਜੇ ਦੇ ਖਿਲਾਫ ਦੂਸ਼ਣਬਾਜ਼ੀ ਉਹ ਤਾਂ ਲਾਉਂਦੀਆਂ ਰਹਿੰਦੀਆਂ, ਪਰ ਜਦੋਂ ਆਪ ਸੱਤਾ 'ਚ ਹੁੰਦੀਆਂ ਤਾਂ ਜੇ ਪੁੱਛਿਆ ਜਾਵੇ ਤਾਂ ਉਦੋਂ ਕਿਉਂ ਨਹੀਂ ਜਾਂ ਤੇ ਇਨਸਾਫ ਦਿੰਦੇ ਤੁਸੀਂ। ਇੱਦਾਂ ਹੀ ਜਿਹੜੇ ਬਾਜਵਾ ਹੋਣੀ ਹੈ, ਚਾਹੇ ਕਾਂਗਰਸ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ, ਇਹਨਾਂ ਦੀ ਆਪਾਂ ਗੱਲ ਕਰ ਲਈਏ, ਜਦੋਂ ਹੁਣ ਸੱਤਾ 'ਚੋਂ ਬਾਹਰ ਆ ਤਾਂ ਪੰਜਾਬ 'ਚ ਬਹੁਤ ਬੁਰੀ ਤਰ੍ਹਾਂ ਛਟਪਟਾਏ ਹੋਏ ਹੈ ਕਿ ਵੀ ਕਿਸੇ ਤਰੀਕੇ ਨਾਲ ਕੋਈ ਇਹੋ ਜਿਹੀ ਤੂਫਾਨ ਆ ਜਾਏ, ਕੋਈ ਐਸਾ ਹੋ ਜਾਏ, ਹੁੰਦਾ ਨਾ ਘਰ ਦੀ ਛਾਤੀ ਉੱਡ ਗਈ ਜਿਹੜੀ ਹੈਗੀ ਹੈ। 92 ਵਿਧਾਇਕ ਹੈ, ਨਵਦੀਪ ਬੜਾ ਔਖਾ ਲੱਗਦਾ ਹੈ ਵੀ ਕਿਵੇਂ ਟੁੱਟੇ ਸਰਕਾਰ, ਕਿਵੇਂ ਡਿੱਗੇ ਸਰਕਾਰ ਜਿਹੜੀ ਹੈਗੀ ਹੈ। ਕਈ ਵਾਰੀ ਜੇ ਗਵਰਨਰ ਜਿਹੜਾ ਹੈਗਾ ਕੋਈ ਇਸ ਤਰ੍ਹਾਂ ਦੀ ਗੱਲ ਕਰ ਦਿੰਦਾ ਜਿਹੜੀ ਸਰਕਾਰ ਦੇ ਖਿਲਾਫ ਹੁੰਦੀ ਹੈ ਤਾਂ ਸਾਰਾ ਲਾਣਾ ਬਾਣਾ ਗਵਰਨਰ ਦੇ ਪਿੱਛੇ ਲੱਗ ਪੈਂਦਾ। ਬਹੁਤ ਹੀ ਦਿਲਚਸਪ ਸਥਿਤੀ ਹੈ। ਜੇ ਕਹਾਂ ਤਾਂ ਮੈਂ ਹਿੰਦੁਸਤਾਨ, ਜਿਵੇਂ ਆਪਾਂ ਕਹਿੰਦੇ ਹਾਂ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ 'ਤੇ, ਇਹ ਗੁਰਾਂ ਦੇ ਨਾਂ 'ਤੇ ਤੁਸੀਂ ਵਸੀ ਜਾਂਦੇ ਹੋ। ਜੇ ਪੋਲੀਟੀਕਲ ਪਾਰਟੀਆਂ ਦੇ ਭਰੋਸੇ ਹੁੰਦੇ ਤਾਂ ਸ਼ਾਇਦ ਜਿੰਨੇ ਕੁ ਵਸਦੇ ਇੰਨਾ ਵੀ ਬੜਾ ਔਖਾ ਹੋ ਜਾਣਾ ਸੀ। ਗਵਰਨਰ ਦੀ ਜਿਸ ਤਰ੍ਹਾਂ ਹਮਾਇਤ ਕਰਦੇ ਆ, ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਡੈਮੋਕ੍ਰੈਟਿਕ ਪਾਰਟੀਆਂ ਦੀ ਇਹ ਭੂਮਿਕਾ ਥੋੜ੍ਹੀ ਹੁੰਦੀ ਹੈ। ਤੁਸੀਂ ਆਪਣੀ ਗੱਲ ਕਹੋ, ਉਹੀ ਗਵਰਨਰ ਜਦੋਂ ਕਾਂਗਰਸ ਦੀਆਂ ਸਰਕਾਰਾਂ 'ਚ ਜਾ ਕੇ ਦਖਲ ਦਿੰਦਾ ਹੈ ਤਾਂ ਬਹੁਤ ਤਕਲੀਫ ਹੁੰਦੀ ਹੈ। ਜਦੋਂ ਆਪ ਜਾ ਕੇ ਦਖਲ ਦਿੰਦਾ ਹੈ ਤਾਂ ਉਦੋਂ ਫਿਰ ਉਹਨੂੰ ਬੱਲੇ ਬੱਲੇ ਕਰਦੇ। ਆਪ ਵਾਲੇ ਵੀ ਇੱਦਾਂ ਹੀ ਕਰਦੇ ਹੈ। ਜੇ ਦੂਜੇ ਮਾਮਲਿਆਂ 'ਚ ਕੋਈ ਮਾਮਲਾ ਹੋਵੇ ਤਾਂ ਫਿਰ ਇਹਨਾਂ ਨੂੰ, ਜੇ ਇਹਨਾਂ ਦਾ ਕੋਈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫੜਿਆ ਜਾਵੇ ਤਾਂ ਬੜੀ ਬਰੀਕੀ ਨਾਲ, ਜੇ ਫਿਰ ਕਿਤੇ ਕਾਬੂ ਆ ਵੀ ਜਾਵੇ ਤਾਂ ਕਹਿੰਦੇ ਫਿਰ ਬੱਲੇ ਬੱਲੇ ਅਸੀਂ ਦੇਖੋ ਅਸੀਂ ਤਾਂ ਆਪਣਿਆਂ ਨੂੰ ਨਹੀਂ ਬਖਸ਼ਿਆ। ਪਰ ਜੇ ਕੋਈ ਦੂਜਿਆਂ ਦੀ ਗੱਲ ਹੋਵੇ ਤਾਂ ਫਿਰ ਕਹਿੰਦੇ ਕਿ ਇਹ ਤਾਂ ਸਾਰੀ ਕੱਲੀ ਦਾਲ 'ਚ ਕੋਈ ਕਾਲਾ ਨਹੀਂ, ਪੂਰੀ ਪੂਰੀ ਦਾਲ ਹੀ ਸੁੱਟਣ ਵਾਲੀ ਹੈ। ਸੋ ਪੋਲੀਟੀਕਲ ਸਿਸਟਮ ਇੱਦਾਂ ਦਾ ਹੈਗਾ। ਪ੍ਰਤਾਪ ਬਾਜਵਾ ਦਾ ਜਿਹੜਾ ਕਮੈਂਟ ਤੁਸੀਂ ਕੀਤਾ ਹੈ ਕਿ ਬਖਲਾਟ ਵਾਲੀ ਗੱਲ, ਹੁਣ ਇਹ ਸਮਝਣਾ ਔਖਾ ਹੈ ਕਿ ਬਾਜਵਾ ਖੁਦ ਬਖਲਾਟ ਚਾਹੇ ਹੋਇਆ ਹੈ ਜਾਂ ਆਪ ਵਾਲੇ ਬਖਲਾਟ ਚਾਹੇ, ਕਿਉਂਕਿ ਸੱਤਾ 'ਚੋਂ ਬਾਹਰ ਜਦੋਂ ਆਉਂਦੀ ਹੈ ਪੋਲੀਟੀਕਲ ਪਾਰਟੀ ਤਾਂ ਬਖਲਾਟ ਜ਼ਰੂਰ ਨਜ਼ਰ ਆਉਂਦੀ। ਜੀ ਬਿਲਕੁਲ। ਤੇ ਸਿੱਧੂ ਸਾਹਿਬ ਜੇ ਨੇ ਪ੍ਰਤਾਪ ਸਿੰਘ ਬਾਜਵਾ ਨੇ ਬੌਂਦਲਿਆ ਪੰਜਾਬ ਕਿਹਾ ਤਾਂ ਉੱਥੇ ਹੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਤਾਂ ਹੁਣ ਜੰਗਲ ਰਾਜ ਲੱਗਦਾ ਹੈ। ਇਹ ਵੀ ਬਹੁਤ ਵਧੀਆ ਟੋਟਕਾ ਤੁਸੀਂ ਵਰਤਿਆ, ਜੰਗਲ ਰਾਜ ਦੀ ਗੱਲ ਕਰਦੇ ਹੋ। ਜਦੋਂ ਸੁਖਬੀਰ ਬਾਦਲ ਨੂੰ ਪੁੱਛੋ, ਜਦੋਂ ਸੁਖਬੀਰ ਬਾਦਲ ਦੀ ਸਰਕਾਰ ਸੀ, ਆਪਾਂ ਹੁਣੇ ਗੱਲ ਕਰਕੇ ਹਟੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਇਹ ਤੋਂ ਮੰਦਭਾਗੀ ਘਟਨਾ ਤਾਂ ਕੋਈ ਹੋ ਨਹੀਂ ਸਕਦੀ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਹੀ ਸੀ ਨਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਹੋਇਆ, ਜਦੋਂ ਬੇਦੋਸ਼ੀ ਸਿੰਘ ਮਾਰੇ ਗਏ। ਆਪਾਂ ਜਾਣਦੇ ਉਦੋਂ ਕੀ ਹੋਇਆ ਸੀ ਉਹਨਾਂ ਦਿਨਾਂ 'ਚ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਮੈਂਬਰ ਸੀ ਨਾ ਨਵਦੀਪ, ਉਹਨਾਂ ਨੂੰ ਘਰਾਂ 'ਚੋਂ ਨਿਕਲਣਾ ਔਖਾ ਹੋ ਗਿਆ ਸੀ। ਲੋਕ ਘਰਾਓ ਕਰਦੇ ਸੀ, ਕਟਾਪੇ ਚਾੜਦੇ ਸੀ, ਭੱਜ ਭੱਜ ਕੇ ਜਾਨਾਂ ਬਚਾਈਆਂ ਕਈਆਂ ਨੇ ਆਪਣੀਆਂ। ਸੋ ਇੱਦਾਂ ਦਾ ਰਾਜ ਸੁਖਬੀਰ ਬਾਦਲ ਦੇ ਸਮੇਂ ਸੀ। ਹੁਣ ਇਹਨੂੰ ਜੰਗਲ ਦਾ ਰਾਜ ਕਹਿੰਦੇ ਆ। ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਵੀ ਜੋ ਕੁਝ ਆਪ ਦੇ ਸਮੇਂ 'ਚ ਮਾੜਾ ਵਾਪਰਿਆ ਉਹਦੇ ਲਈ ਜਵਾਬਦੇਹ ਹੋਣਗੇ, ਪਰ ਇਹ ਪੋਲੀਟੀਕਲ ਟੋਟਕੇ ਆ ਇੱਕ ਦੂਜੇ ਦੇ ਖਿਲਾਫ। ਜੇ ਕਿਤੇ ਅਮਨ ਕਾਨੂੰਨ ਦੀ ਸਥਿਤੀ ਦੀ ਆਪਾਂ ਗੱਲ ਕਰਦੇ ਹਾਂ, ਜਿੱਥੇ ਵੀ ਕਿਤੇ ਵਿਗੜਦੀ ਹੈ, ਚਾਹੇ ਆਪ ਦੇ ਦੌਰਾਨ ਵਿਗੜਦੀ ਹੈ, ਹੁਣ ਗੈਂਗਸਟਰਾਂ ਦੀ ਗੱਲ ਆਈ, ਸਿੱਧੂ ਮੂਸੇਵਾਲਾ ਦੀ ਗੱਲ ਆਈ, ਜਾਂ ਹੋਰ ਜਿਹੜਾ ਹੈਗਾ ਕਿਤੇ ਕਬੱਡੀ ਖਿਡਾਰੀਆਂ ਦੇ ਕਤਲ ਹੋਇਆ, ਤਾਂ ਜਵਾਬਦੇਹੀ ਤਾਂ ਬਣਦੀ ਹੈ, ਆਪ ਦੀ ਵੀ ਬਣਦੀ ਹੈ। ਕਿਉਂ ਨਾ ਜਵਾਬਦੇਹੀ ਹੋਵੇ। ਪਰ ਮੈਂ ਗੱਲ ਸਿਰਫ ਇਸ ਕਰਕੇ ਇਹ ਕਹਿਣੀ ਚਾਹੁੰਦਾ ਕਿ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਦੋਸ਼ ਨੇ, ਮੈਨੂੰ ਇਹ ਕਿਧਰੇ ਇਹ ਵੀ ਲੱਗਦਾ ਹੁੰਦਾ ਕਈ ਵਾਰੀ ਕੇਸ ਕਰਕੇ ਵੀ ਲੋਕ ਜਿਹੜੇ ਹੈਗੇ ਨਾ ਰਾਜਸੀ ਤਰ੍ਹਾਂ ਤੋਂ ਭਰੋਸਾ ਉੱਠ ਜਾਂਦਾ ਹੈ। ਜਦੋਂ ਸੱਤਾ 'ਚ ਹੁੰਦੇ ਆ ਬੋਲੀ ਨਵਦੀਪ ਹੋਰ ਬੋਲਦੇ ਆ, ਜਦੋਂ ਸੱਤਾ ਤੋਂ ਪਾਸੇ ਹੁੰਦੇ ਆ ਬੋਲੀ ਹੋਰ ਬੋਲਦੇ ਆ। ਜੇ ਤਾਂ ਭ੍ਰਿਸ਼ਟਾਚਾਰ ਦੀ ਗੱਲ ਕੋਈ ਆਪ ਬਹੁਤ ਦੁੱਧ ਧੋਤੇ ਹੋਣ ਨਾ ਜਿਹੜੇ ਲੋਕ ਉਹ ਗੱਲ ਕਰਨ ਭ੍ਰਿਸ਼ਟਾਚਾਰ ਦੇ ਖਿਲਾਫ, ਫਿਰ ਤਾਂ ਗੱਲ ਸਮਝ ਲੱਗਦੀ ਹੈ। ਜੇ ਹੁਣ ਆਪਾਂ ਕਾਂਗਰਸ ਦੀ ਗੱਲ ਕਰ ਲਈਏ, ਉਹਨਾਂ ਦੇ ਆਪਣੇ ਘੱਟੋ ਘੱਟ 8-10 ਮੰਤਰੀ ਜਿਹੜੇ ਸਾਬਕਾ ਰਹੇ ਹੈ, ਕਈ ਤਾਂ ਛਾਲ ਮਾਰ ਕੇ ਭਾਜਪਾ 'ਚ ਹੀ ਚਲੇ ਗਏ ਹੈ।
ਉਹਨਾਂ ਦੇ ਭ੍ਰਿਸ਼ਟਾਚਾਰ ਦੇ, ਵਿਜੀਲੈਂਸ ਦੇ ਦੋਸ਼, ਕਿਵੇਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਬਣਾਈਆਂ ਜਿਹੜੀਆਂ ਹੈਗੀਆਂ, ਉਹਨਾਂ ਮੁੱਦਿਆਂ ਨੂੰ ਲੈ ਕੇ ਜਿਹੜਾ ਹੁਣ ਜੇ ਉਹੀ ਸਵਾਲ ਉਠਾਉਣਗੇ ਤਾਂ ਨੈਚੁਰਲੀ ਕਿੱਦਾਂ ਭਰੋਸਾ ਕਰਨਗੇ ਲੋਕ ਜਿਹੜੇ ਹੈਗੇ ਜੀ। ਸੋ ਜਦੋਂ ਜੰਗਲ ਦੇ ਰਾਜ ਦੀ ਗੱਲ ਕੀਤੀ ਜਾਂਦੀ ਹੈ ਤਾਂ ਪੰਜਾਬ ਵਾਲੇ ਤਾਂ ਜਾਣਦੇ ਆ ਨਾ ਕਿ ਪੁੱਛਣਾ ਵੀ ਚਾਹੁੰਦੇ ਹੋਣਗੇ ਕਿ ਵੀ ਜੰਗਲ ਦਾ ਰਾਜ ਕਿਹਦੇ ਵੇਲੇ ਨਹੀਂ ਸੀ। ਆਖਰਕਾਰ ਜੇ 75 ਸਾਲ ਬਾਅਦ ਵੀ ਸਾਡੀ ਨਵਦੀਂ ਪੈੜੀ ਤਰਾਸਦੀ ਹੈ, ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਹੈ, ਸਾਡੇ ਕੋਲ ਰੁਜ਼ਗਾਰ ਨਹੀਂ ਹੈ, ਅਸੀਂ ਡਰੱਗ ਮਾਫੀਆ ਦੇ ਰਾਹੀਂ ਮਰ ਰਹੇ ਹਾਂ, ਅਸੀਂ ਗੈਂਗਸਟਰਾਂ ਦੇ ਰਾਹੀਂ ਮਰ ਰਹੇ ਹਾਂ, ਅਸੀਂ ਸਾਡੀ ਇਕੋਨਮੀ ਦਾ ਮਾੜਾ ਹਾਲ ਹੈ। ਨਵਦੀਪ ਮੈਂ ਤੁਹਾਡੇ ਨਾਲ ਜ਼ਰੂਰ ਆਪਣੇ ਦਰਸ਼ਕਾਂ ਨਾਲ ਵੀ ਇਹ ਗੱਲ ਸਾਂਝੀ ਕਰਨੀ ਚਾਹਾਂਗਾ। ਬੜੀ ਕੱਲ ਮੈਂ ਦੇਖ ਰਿਹਾ ਸੀ ਕਿ ਬੜੀ ਪਿਆਰਾ ਜਿਹਾ, ਮੈਂ ਪਿਆਰਾ ਤਾਂ ਕੀ ਕਹਾਂਗੇ, ਬਹੁਤ ਕੌੜਾ ਤੱਥ ਹੈਗਾ, ਸੱਚ ਹੈਗਾ। ਮਹਾਰਾਸ਼ਟਰ ਦਾ ਇੱਕ ਕਿਸਾਨ ਜੀ, ਉਹਨੇ ਆਪਣੇ ਪਿਆਜ਼ ਵੇਚਣ ਦੇ ਲਈ 70 ਕਿਲੋਮੀਟਰ ਇੱਕ ਸ਼ਹਿਰ ਚੱਲ ਕੇ ਗਿਆ। ਪਤਾ ਕਿਵੇਂ ਵੇਚੇ? 1 ਰੁਪਏ ਕਿਲੋ ਦੇ ਹਿਸਾਬ ਨਾਲ 500 ਕਿਲੋ ਲੈ ਕੇ ਗਿਆ ਤਾਂ ਦੇਖ ਲਓ ਕਿੰਨੇ ਪੈਸੇ ਵੱਟੇ ਗਏ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਸਾਡੇ ਪੋਲੀਟੀਕਲ ਸਿਸਟਮ ਨੇ ਕਿੱਦਾਂ ਸਾਡੇ ਦੇਸ਼ ਨੂੰ ਰੋਲ ਕੇ ਰੱਖ ਦਿੱਤਾ। ਸੋ ਬਿਆਨਬਾਜ਼ੀ ਜਿਹੜੀ ਹੈਗੀ ਹੈ ਇਹ ਮੀਡੀਆ 'ਚ ਉਹਨਾਂ ਨੂੰ ਆਪਣੇ ਆਪ ਨੂੰ ਦੇਖਣ ਨੂੰ ਚੰਗੀ ਲੱਗਦੀ ਹੈ, ਪਰ ਜ਼ਮੀਨੀ ਹਕੀਕਤਾਂ ਕੁਝ ਹੋਰ ਹੈ। ਜੀ ਬਿਲਕੁਲ, ਜ਼ਮੀਨੀ ਹਕੀਕਤਾਂ ਕੁਝ ਹੋਰ ਨੇ ਤੇ ਕਿਸ ਤਰੀਕੇ ਦੀਆਂ ਨੇ, ਇਸੇ ਬਾਰੇ ਛਾਣਬੀਨ ਕਰਨ ਦੇ ਲਈ ਆਪਾਂ ਇਹ ਪ੍ਰੋਗਰਾਮ ਰੱਖਦੇ ਹਾਂ ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ ਡਿਸਕਸ਼ਨ ਕੀਤੀ ਜਾ ਸਕੇ, ਦਰਸ਼ਕਾਂ ਨੂੰ ਦੱਸਿਆ ਜਾ ਸਕੇ ਕਿ ਆਖਿਰਕਾਰ ਕੀ ਕੁਝ ਖਾਸ ਚੱਲ ਰਿਹਾ। ਸੋ ਜੀ ਹਾਂ, ਹੋਰ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਆਪਾਂ ਸਿੱਧੂ ਸਾਹਿਬ ਤੋਂ ਹੋਰ ਵੀ ਜਾਣਕਾਰੀ ਹਾਸਿਲ ਕਰਨੀ ਹੈ, ਪਰ ਵੇਲਾ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ। ਦਰਸ਼ਕਾਂ ਨੇ ਜਾਣਾ ਕਿਤੇ ਨਹੀਂ ਜੀ, ਮਿਲਦੇ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ। ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ ਬ੍ਰੇਕ ਤੋਂ ਪਹਿਲਾਂ ਆਪਾਂ ਗੱਲਬਾਤ ਕੀਤੀ ਕੋਟਕਪੂਰਾ ਗੋਲੀकांड ਬਾਰੇ ਕਿ ਕੀ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਖਾਸ ਰਹਿ ਸਕਦਾ ਹੈ, ਤੇ ਨਾਲ ਆਪਣੀ ਗੱਲਬਾਤ ਹੋਈ ਅਡਾਨੀ ਮਸਲੇ ਨੂੰ ਲੈ ਕੇ ਕਿ ਪੱਤਰਕਾਰਾਂ ਨੂੰ ਲੈ ਕੇ ਜੇਕਰ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਤਾਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਕੀ ਜਵਾਬ ਦਿੱਤਾ, ਤੇ ਨਾਲ ਹੀ ਜਿਹੜੀ ਗੱਲਬਾਤ ਹੋਈ ਹੈ ਕਿ ਉਹ ਪ੍ਰਤਾਪ ਸਿੰਘ ਬਾਜਵਾ ਤੇ ਸੁਖਬੀਰ ਸਿੰਘ ਬਾਦਲ ਵੱਲੋਂ ਕਿਸ ਤਰੀਕੇ ਦੇ ਤੰਜ ਕਸੇ ਜਾ ਰਹੇ ਨੇ। ਇਹਨਾਂ ਤੇ ਗੱਲਾਂ ਬਾਤਾਂ ਹੋਈਆਂ ਨੇ। ਤੇ ਹੁਣ ਜੇ ਅਗਲੀ ਖਬਰ ਦੀ ਗੱਲ ਕੀਤੀ ਜਾਵੇ ਤਾਂ ਕਬੱਡੀ ਕੱਪ ਨੂੰ ਲੈ ਕੇ ਜਿਹੜੀ ਗੱਲ ਹੈ, ਟੂਰਨਾਮੈਂਟਾਂ ਦੇ 1 ਸਾਲ ਦੇ ਦੌਰਾਨ ਜਾਂ 1.5 ਸਾਲ ਦੇ ਦੌਰਾਨ ਆਪਾਂ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਜਦੋਂ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਤਾਂ ਉੱਥੇ ਖਿਡਾਰੀਆਂ ਨੂੰ ਜਾਂ ਫਿਰ ਟੂਰਨਾਮੈਂਟ ਕਰਾਉਣ ਵਾਲੇ ਜੋ 7 ਸਮੁੰਦਰ ਪਾਰ ਰਹਿੰਦੇ ਨੇ, ਜਿਵੇਂ ਕਿ ਜੇ ਮੈਂ ਗੱਲ ਕਰਾਂ ਸੰਦੀਪ ਨੰਗਲ ਅੰਬੀਆਂ ਦੀ ਗੱਲ ਕੀਤੀ ਜਾਵੇ ਤਾਂ ਟੂਰਨਾਮੈਂਟ ਦੇ ਵਿੱਚ ਕਿਸ ਤਰੀਕੇ ਨਾਲ ਲੋਕ ਆਉਂਦੇ ਨੇ, ਸ਼ਰੇਆਮ ਗੋਲੀਆਂ ਮਾਰ ਕੇ ਲੰਘ ਜਾਂਦੇ ਨੇ ਤੇ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਕਿ ਕੌਣ ਸੀ, ਕਿਵੇਂ ਸੀ। ਜਿਹੜੇ ਫੜ ਲਏ ਜਾਂਦੇ ਨੇ ਉਹਨਾਂ ਦੇ ਘਰ ਦੇ ਕਹਿੰਦੇ ਨੇ ਜੀ ਸਾਡਿਆਂ ਨੂੰ ਤਾਂ ਧੱਕੇ ਨਾਲ ਹੀ ਫੜ ਲਿਆ ਗਿਆ। ਸੋ ਇਹ ਸਭ ਕੁਝ ਹੋ ਰਿਹਾ ਜਿਸ ਨੂੰ ਲੈ ਕੇ ਖਿਡਾਰੀ ਗਰਾਊਂਡ ਦੇ ਵਿੱਚ ਆਉਣ ਤੋਂ ਡਰਨ ਲੱਗ ਗਏ ਨੇ। ਇਹਨਾਂ ਨੂੰ ਲੱਗਦਾ ਵੀ ਜੇ ਅਸੀਂ ਕਿਤੇ ਗਰਾਊਂਡ 'ਚ ਜਾਵਾਂਗੇ, ਖੇਡਾਂਗੇ ਤਾਂ ਸਾਨੂੰ ਵੀ ਕੋਈ ਕਿਸੇ ਗੋਲੀ ਦਾ ਨਿਸ਼ਾਨਾ ਨਾ ਬਣਾ ਲਵੇ। ਜਿਸ ਦੇ ਚਲਦਿਆਂ ਪਿਛਲੇ ਹਫਤੇ ਦੇ ਦੌਰਾਨ ਖਬਰ ਤੁਹਾਨੂੰ ਸਭ ਨੂੰ ਅਸੀਂ ਦੱਸੀ ਕਿ ਇੱਕ ਸਿੱਧੂ ਮੂਸੇਵਾਲਾ ਨੂੰ ਸਮਰਪਿਤ, ਉਹਨਾਂ ਦੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਰੱਖਿਆ ਗਿਆ, ਜਿੱਥੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤਾਂ ਪਹੁੰਚੇ, ਚੀਫ ਗੈਸਟ ਹੋਰ ਵੀ ਪਹੁੰਚੇ, ਦੇਖਣ ਵਾਲੇ ਪਹੁੰਚ ਗਏ, ਪਰ ਖੇਡਣ ਵਾਲਾ ਉੱਥੇ ਕੋਈ ਨਹੀਂ ਪਹੁੰਚਿਆ, ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਹੀ ਨਿਰਾਸ਼ਾ ਪਾਈ ਗਈ। ਤਾਂ ਕਹਿੰਦੇ ਸੀ ਕਿ ਹੁਣ ਕੀ ਹੋਏਗਾ ਜਦੋਂ ਖੇਡ ਮੈਦਾਨ ਦੇ ਵਿੱਚ ਖਿਡਾਰੀ ਹੀ ਨਾ ਪਹੁੰਚੇ। ਪਰ ਹੁਣ ਇੱਕ ਖੁਸ਼ੀ ਦੀ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ, ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪ੍ਰਸ਼ਾਸਨ ਕਹਿੰਦਾ ਕਿ ਅਸੀਂ ਪੁਖਤਾ ਪ੍ਰਬੰਧ ਕਰਾਂਗੇ, ਅਸੀਂ ਖਿਡਾਰੀਆਂ ਦੇ ਨਾਲ ਹੈ, ਖਿਡਾਰੀਆਂ ਨੂੰ ਕੋਈ ਵੀ ਖਰੋਚ ਨਹੀਂ ਆਉਣ ਦਿੱਤੀ ਜਾਵੇਗੀ। ਤਾਂ ਆਉਣ ਵਾਲੀ 24 ਮਾਰਚ ਨੂੰ ਜਿਹੜਾ ਹੈਗਾ ਉਹ ਇੱਕ ਕਬੱਡੀ ਟੂਰਨਾਮੈਂਟ ਸਿੱਧੂ ਮੂਸੇਵਾਲੇ ਦੀ ਯਾਦ ਨੂੰ ਲੈ ਕੇ ਹੀ ਕੀਤਾ ਜਾਵੇਗਾ ਤੇ ਉੱਥੇ ਖਿਡਾਰੀਆਂ ਦੀਆਂ ਟੀਮਾਂ ਵੀ ਪਹੁੰਚ ਰਹੀਆਂ ਨੇ। ਇਸ ਪੂਰੀ ਖਬਰ ਦੇ ਲਈ ਅਸੀਂ ਸਿੱਧੂ ਸਾਹਿਬ ਕੋਲੋਂ ਜਾਣਕਾਰੀ ਲਵਾਂਗੇ। ਸਿੱਧੂ ਸਾਹਿਬ, ਖਿਡਾਰੀਆਂ ਦੇ ਵਿੱਚ ਡਰ ਬਣ ਗਿਆ ਜੀ ਜਿਸ ਮਾਮਲੇ ਦਾ ਤੁਸੀਂ ਗੱਲ ਕਰ ਰਹੇ ਹੋ, ਦੇਖੋ ਇਸ ਕਰਕੇ ਵੀ ਅਹਿਮ ਹੈ, ਜਿੱਦਾਂ ਤੁਸੀਂ ਕਿਹਾ ਕਿ ਕੁਝ ਦਿਨ ਪਹਿਲਾਂ ਦੀ ਗੱਲ ਹੈਗੀ ਹੈ। ਇਹ ਜਗਰਾਉਂ ਨੇੜਲਾ ਇੱਕ ਪਿੰਡ ਹੈ, ਜੇ ਮੈਂ ਗਲਤ ਨਾ ਹੋਵਾਂ ਤਾਂ ਝੋਰੜਾ ਜਾਂ ਪਿੰਡ ਦਾ ਨਾਂ ਹੈਗਾ ਜਿਹੜਾ, ਜਿੱਥੇ ਉੱਥੇ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਟੂਰਨਾਮੈਂਟ ਰੱਖਿਆ ਗਿਆ ਔਰ ਵੱਡੇ ਵੱਡੇ ਇਨਾਮ ਵੀ ਰੱਖੇ ਗਏ। ਮੇਰੇ ਖਿਆਲ ਟਰੈਕਟਰ ਜਿਹੜਾ ਸਿੱਧੂ ਮੂਸੇਵਾਲਾ ਨਾਲ ਹੀ ਸੰਬੰਧ ਰੱਖਦਾ ਸੀ, ਟਰੈਕਟਰ ਦਾ ਸੰਬੰਧ ਸੀ, ਜਿੱਦਾਂ ਦੇ ਹੋਰ ਵੱਡੇ ਵੱਡੇ ਇਨਾਮ ਜਿਹੜੇ ਹੈਗੇ ਉਸ ਟੂਰਨਾਮੈਂਟ ਦੇ ਲਈ ਬੜੀ ਅਟਰੈਕਸ਼ਨ ਵਾਲਾ ਸੀਗਾ, ਰੱਖੇ ਗਏ। ਵੈਸੇ ਤਾਂ ਪੰਜਾਬ ਦੀ ਰਵਾਇਤ ਹੈ ਇਹਨਾਂ ਦਿਨਾਂ 'ਚ ਆ ਕੇ ਅੱਗੇ ਤੱਕ ਚੱਲਦੇ ਜਿਹੜੇ ਹੈਗੇ ਟੂਰਨਾਮੈਂਟ ਹੁੰਦੇ ਆ ਪਿੰਡਾਂ ਦੇ ਅੰਦਰ, ਪਰ ਇਹ ਇਸ ਕਰਕੇ ਅਹਿਮੀਅਤ ਰੱਖਦਾ ਕਿਉਂਕਿ ਸਿੱਧੂ ਮੂਸੇਵਾਲੇ ਦੀ ਯਾਦ 'ਤੇ ਰੱਖਿਆ ਗਿਆ। ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਸਿੱਧੂ ਮੂਸੇਵਾਲਾ ਦੇ ਫਾਦਰ ਉਸ ਮੈਚ ਦੇ, ਉਸ ਟੂਰਨਾਮੈਂਟ ਦੇ ਆਪ ਸਟੇਜ ਦੇ ਉੱਤੇ ਹਾਜ਼ਰ ਸੀ, ਤਾਂ ਮੇਰੀ ਜਾਣਕਾਰੀ ਮੁਤਾਬਕ ਨਦੀ ਵੀ ਸ਼ਾਇਦ 2 ਦਿਨ ਪਹਿਲਾਂ ਕੋਈ ਟੀਮਾਂ ਨੇ ਆ ਕੇ ਮੈਚ ਖੇਡੇ ਵੀ। ਤਾਂ ਇਹ ਕੀ ਹੋ ਕੇ ਇੱਕ ਦਿਨ ਅਚਾਨਕ ਹੀ ਜਿਹੜਾ ਹੋਇਆ ਕਿ ਜਿਨ੍ਹਾਂ ਖਿਡਾਰੀਆਂ ਨੇ ਖੇਡਣਾ ਸੀ ਉਹਨਾਂ ਨੇ ਆਉਣ ਤੋਂ ਮਨਾ ਕਰ ਦਿੱਤਾ।
ਪਤਾ ਇਹ ਲੱਗਿਆ ਕਿ ਇਸ ਤਰ੍ਹਾਂ ਦੀ ਉਹਨਾਂ ਨੂੰ ਥ੍ਰੈਟ ਗਈ ਹੈ ਕਿ ਵੀ ਜਿਹੜਾ ਵੀ ਇਸ ਮੈਚ 'ਚ ਪਾਰਟਿਸਿਪੇਟ ਕਰੇਗਾ ਉਹਦਾ ਹਸ਼ਰ ਵੀ ਉਹੀ ਹੋਏਗਾ ਜਿੱਦਾਂ ਪਹਿਲਾਂ ਕੁਝ ਲੋਕਾਂ ਦਾ ਹੋਇਆ। ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਮੈਚ ਤੇ ਉੱਤੇ ਕੋਈ ਪਹੁੰਚਿਆ ਹੀ ਨਹੀਂ। ਤਾਂ ਆਪਣੇ ਆਪ 'ਚ ਬਹੁਤ ਵੱਡੀ ਸਰਕਾਰ ਲਈ ਤੇ ਪ੍ਰਬੰਧਕਾਂ ਲਈ ਵੀ ਨਮੋਸ਼ੀ ਵਾਲੀ ਗੱਲ ਸੀ ਕਿ ਇਹੋ ਜਿਹੀ ਸਥਿਤੀ, ਕਿਉਂਕਿ ਸਰਕਾਰ ਦਾ ਵੱਡਾ ਦਾਅਵਾ ਆਪਣੇ ਆਪ ਨੂੰ ਦਾਅਵੇ ਕਰਦੀ ਹੈ ਕਿ ਦੇਖੋ ਜੀ ਅਸੀਂ ਤਾਂ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈਗੀ ਹੈ ਬਹੁਤ ਚੰਗੀ ਬਣਾ ਰਹੇ ਹਾਂ। ਪੰਜਾਬ ਜਿਹੜਾ ਹੈਗਾ ਬੜਾ ਸਭ ਦੇ ਰਹਿਣ ਲਈ, ਕਾਰੋਬਾਰ ਲਈ ਬਹੁਤ ਵਧੀਆ ਸੂਬਾ ਬਣ ਗਿਆ। ਤੇ ਇਹੋ ਜਿਹੀ ਸਥਿਤੀ ਇੱਕ ਐਗਜ਼ਾਮਪਲ ਹੁੰਦੀ ਹੈ ਨਾ, ਜਦੋਂ ਇਸ ਤਰ੍ਹਾਂ ਦੀ ਐਗਜ਼ਾਮਪਲ ਸਾਹਮਣੇ ਆਈ ਤਾਂ ਸਰਕਾਰ 'ਚ ਵੀ ਇਸ ਗੱਲ ਨਾਲ ਤਰਥੱਲੀ ਮਚ ਗਈ ਕਿ ਇਹ ਕੀ ਹੋਇਆ, ਕਿ ਇਸ ਤਰ੍ਹਾਂ ਕਿਵੇਂ ਜਿਹੜਾ ਹੈਗਾ ਮੈਚ ਕੈਂਸਲ ਹੋ ਗਏ। ਉਹ ਇਹਨੂੰ ਇਹ ਵੀ ਪਤਾ ਲੱਗਿਆ ਕਿ ਉਸ ਕੁਝ ਕਿਲੋਮੀਟਰ ਤੇ ਇੱਕ ਹੋਰ ਕੋਈ ਮੈਚ ਵੀ ਚੱਲ ਰਹੇ ਸੀ। ਤਾਂ ਪਹਿਲਾਂ ਤਾਂ ਇਹ ਵੀ ਬਹਾਨਾ ਜਿਹਾ ਘਾੜਨ ਦੀ ਕੋਸ਼ਿਸ਼ ਕੀਤੀ ਕਿ ਕਹਿੰਦੇ ਜੀ ਟੀਮਾਂ ਇਸ ਕਰਕੇ ਨਹੀਂ ਆਈਆਂ ਕਿਉਂਕਿ ਗੁਆਂਢ ਦੇ ਵਿੱਚ ਕੁਝ ਕਿਲੋਮੀਟਰ ਤੇ ਹੋਰ ਮੈਚ ਸੀ, ਟੀਮਾਂ ਉੱਥੇ ਚਲੀ ਗਈਆਂ। ਪਰ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਸੱਚ ਜਿਹੜਾ ਹੈਗਾ ਉਹ ਸਾਹਮਣੇ ਆ ਹੀ ਜਾਂਦਾ ਜੀ। ਸੱਚਾਈ ਜਦੋਂ ਸਾਹਮਣੇ ਆਈ ਤਾਂ ਉਹਦੇ ਤੇ ਪਤਾ ਹੀ ਲੱਗਿਆ ਕਿ ਇਸ ਤਰ੍ਹਾਂ ਦੀ ਥ੍ਰੈਟ ਵਜ੍ਹਾ ਸੀ ਜਿਹਦੇ ਕਰਕੇ ਉਹ ਟੀਮਾਂ ਨਹੀਂ ਗਈਆਂ। ਤਾਂ ਹੁਣ ਸਰਕਾਰ ਨੇ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਨਵੇਂ ਸਿਰੇ ਤੋਂ ਉਪਰਾਲਾ ਕੀਤਾ ਹੈ। ਵੈਸੇ ਨਵਦੀਪ ਇਹ ਹੈ ਕਿ ਖਿਡਾਰੀਆਂ ਨੂੰ, ਗੇਮਾਂ ਨੂੰ ਜਿਹੜਾ ਹੈਗਾ ਇੱਦਾਂ ਦੀਆਂ ਧਮਕੀਆਂ ਤੋਂ, ਪੋਲੀਟਿਕਸ ਤੋਂ ਦੂਰ ਰੱਖਣਾ ਚਾਹੀਦਾ ਹੈ। ਜਿਹੜੀ ਹੈਗੇ ਮੈਚ ਖੇਡਣੇ, ਜਿਹੜੇ ਹੈਗੇ ਚਾਹੇ ਕਬੱਡੀ ਮੈਚ ਹੈ, ਚਾਹੇ ਰੇਸਿਸ ਹੈ, ਚਾਹੇ ਦੂਜੀਆਂ ਦੌੜਾਂ ਹੈਗੀਆਂ ਇੱਦਾਂ ਦੀਆਂ ਜਿਹੜੀਆਂ ਹੈਗੀਆਂ, ਉਹਨੂੰ ਇਸ ਤਰ੍ਹਾਂ ਡਰਾਇਆ ਜਾਣਾ, ਧਮਕਾਇਆ ਜਾਣਾ ਇਹ ਪੰਜਾਬ ਦੇ ਹਿੱਤ ਵਿੱਚ ਨਹੀਂ ਹੈ। ਇਸ ਕਰਕੇ ਜਿਹੜਾ ਹੈਗਾ ਖਿਡਾਰੀ ਆਪਣੇ ਆਪ ਨਾਲ ਆਉਂਦੇ, ਖਿਡਾਰੀਆਂ ਦਾ ਤਾਂ ਦੇਖੋ ਕਿਸੇ ਨਾਲੋਂ ਧਿਰ ਨਹੀਂ ਹੁੰਦੇ। ਕਿਸੇ ਨਾਲ ਵੀ ਕਦੇ ਖਿਡਾਰੀ ਮੈਂ ਦੇਖਿਆ ਧਿਰ ਦੇ ਤੌਰ ਤੇ ਨਹੀਂ ਖੇਡਦਾ, ਉਹ ਤਾਂ ਇੱਕ ਗੇਮ ਦੇ ਤੌਰ ਤੇ ਆਉਂਦੇ ਆ, ਆਪਣੇ ਜੋਸ਼ ਨਾਲ ਖੇਡਦੇ ਔਰ ਲੋਕ ਇੰਜੋਏ ਕਰਦੇ। ਇੱਕ ਮੈਸੇਜ ਆਉਂਦਾ ਜਦੋਂ ਚੰਗਾ ਖਿਡਾਰੀ ਆਪਣੀ ਗੇਮ ਖੇਡਦਾ ਤਾਂ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ, ਜਿਹੜੇ ਪਿੰਡਾਂ ਦਾ ਹੁੰਦਾ, ਮੈਂ ਅਜੇ ਤੱਕ ਵੀ ਨਵਦੀਪ ਮੈਨੂੰ ਯਾਦ ਹੈ ਕਿ ਕਈ ਖਿਡਾਰੀਆਂ ਦੇ ਨਾਂ ਪਿੰਡਾਂ ਦੇ ਨਾਂ ਨਾਲ ਜੁੜ ਗਏ ਸੀ। ਉਂਝ ਸ਼ਾਇਦ ਉਸ ਪਿੰਡ ਨੂੰ ਕੋਈ ਜਾਣਦਾ ਜਾਂ ਨਾ ਜਾਣਦਾ, ਪਰ ਖਿਡਾਰੀ ਕਰਕੇ ਉਸ ਪਿੰਡ ਦਾ ਨਾਂ ਵੀ ਮਸ਼ਹੂਰ ਹੋ ਗਿਆ ਕਿ ਫਲਾਣੇ ਪਿੰਡ ਦਾ ਖਿਡਾਰੀ, ਲਓ ਜੀ ਹੁਣ ਇਹ ਪਾਏਗਾ ਕਬੱਡੀ, ਹੁਣ ਇਹ ਦੌੜ ਲਾਏਗਾ, ਹੁਣ ਇਹ ਇੰਨਾ ਗੋਲਾ ਸਿੱਟਦਾ। ਇੱਦਾਂ ਹੀ ਜਿਹੜੇ ਹੈਗੇ ਕੋਈ ਜਿਹੜੇ ਘੋੜ ਦੌੜਾਂ ਦੀ ਗੱਲ ਕਰ ਲਈਏ, ਬੈਲ ਗੱਡੀਆਂ ਦੀ ਗੱਲ ਕਰ ਲਈਏ, ਕਿਲਾ ਰੈਪਰ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਗੇਮ ਦੇ ਤੌਰ ਤੇ ਬੜਾ ਪਾਪੂਲਰ, ਜਿੱਥੋਂ ਦੇ ਮੈਚ ਜਿਹੜੇ ਉੱਥੇ ਤਰ੍ਹਾਂ ਤਰ੍ਹਾਂ ਦੇ ਮੈਚ, ਪਸ਼ੂਆਂ ਦੇ ਇੱਦਾਂ ਦੇ ਮੁਕਾਬਲੇ, ਬੈਲ ਗੱਡੀਆਂ ਦੇ ਮੁਕਾਬਲੇ, ਘੋੜ ਸਵਾਰੀਆਂ ਦੇ ਮੁਕਾਬਲੇ, ਹੋਰ ਜਿਹੜੇ ਹੈਗੇ ਜਵਾਨੀ ਦੇ ਮੁਕਾਬਲੇ ਜਿਹੜੇ ਹੈਗੇ ਵੱਖ-ਵੱਖ ਢੰਗ, ਵੱਖ-ਵੱਖ ਤਰ੍ਹਾਂ ਦੇ। ਤਾਂ ਉਹਦੇ ਨਾਲ ਪੰਜਾਬ ਦਾ ਇੱਕ ਤਰ੍ਹਾਂ ਦਾ ਕਲਚਰ ਹੈਗਾ ਇਹ, ਤੇ ਉਹਨੂੰ ਕਰਵਾਇਆ ਜਾਣਾ, ਇੱਦਾਂ ਉਹਨੂੰ ਬੰਦ ਕਰ ਦੇਣਾ ਕਿਸੇ ਥ੍ਰੈਟ ਦੇ ਨਾਲ। ਕਿਹਦੇ ਵੱਲੋਂ ਥ੍ਰੈਟ ਆਈ, ਕਿਹਦੇ ਵੱਲੋਂ ਨਹੀਂ ਆਈ, ਪਰ ਇੱਦਾਂ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਇਹਨਾਂ ਮੈਚਾਂ ਦੇ 'ਚ ਨਹੀਂ ਆਉਣੀਆਂ ਚਾਹੀਦੀਆਂ। ਖਿਡਾਰੀਆਂ ਨੂੰ ਤਾਂ ਖਿਡਾਰੀ ਹੈ, ਉਹ ਆਪਣੇ ਪੰਜਾਬ ਦਾ ਨਾਂ ਉੱਚਾ ਕਰਦੇ ਆ, ਆਪਣੇ ਮਾਂ-ਬਾਪ ਦਾ ਨਾਂ ਉੱਚਾ ਕਰਦੇ ਆ, ਪਿੰਡ ਦਾ ਨਾਂ ਉੱਚਾ ਕਰਦੇ ਆ। ਸੋ ਜੇ ਹੁਣ ਉਹ ਉੱਥੇ ਮੈਚ ਹੋਣ ਲੱਗਿਆ ਤਾਂ ਚੰਗੀ ਗੱਲ ਹੈ। ਇਹਦੇ ਨਾਲ ਜਿਹੜਾ ਹੈਗਾ ਖਿਡਾਰੀਆਂ ਦਾ ਉਤਸ਼ਾਹ ਤਾਂ ਵਧੇਗਾ ਹੀ ਵਧੇਗਾ, ਕਿ ਚੰਗਾ ਮੈਸੇਜ ਜਾਏਗਾ। ਕਿਉਂਕਿ ਕਦੇ ਗੇਮਾਂ ਰੋਕ ਕੇ ਕਿਸੇ ਦੀ ਵੀ ਧਿਰ ਦੀ ਜਿਹੜੀ ਹੈਗੀ ਹੈ ਕੋਈ ਆਪਣੀ ਨੀਤੀ ਕਹਿ ਲਈਏ, ਕੋਈ ਸੁਨੇਹਾ ਉਹਦੇ ਨਾਲ ਪੂਰਾ ਨਹੀਂ ਹੁੰਦਾ। ਜੀ ਬਿਲਕੁਲ। ਤਾਂ ਜਿਸ ਤਰੀਕੇ ਦੇ ਨਾਲ ਸਿੱਧੂ ਸਾਹਿਬ ਨੇ ਕਿਹਾ ਕਿ ਗੇਮਾਂ ਰੋਕ ਕੇ, ਖੇਡਾਂ ਰੋਕ ਕੇ, ਟੂਰਨਾਮੈਂਟ ਰੋਕ ਕੇ ਤੁਹਾਡੀ ਕੋਈ ਵੀ ਮਨਸ਼ਾ ਜਿਹੜੀ ਉਹ ਪੂਰੀ ਨਹੀਂ ਹੋ ਸਕਦੀ। ਪਰ ਉੱਥੇ ਹੀ ਇੱਕ ਪਰੇ ਮਨ ਦੇ ਨਾਲ, ਬੜੇ ਦੁੱਖ ਦੇ ਨਾਲ ਇੱਕ ਗੱਲ ਹੋਰ ਕਹਿਣੀ ਪੈ ਰਹੀ ਹੈ ਕਿ ਗੈਂਗਸਟਰ ਵਾਰ ਦੇ ਵਿੱਚ ਜੋ ਪੰਜਾਬ ਦੇ 6 ਫੁੱਟ ਲੰਮੇ ਗੱਭਰੂ, ਜੇ ਮੈਂ ਗੱਲ ਕਰਾਂ ਮੁਕਤਸਰ ਦੀ, ਬਠਿੰਡੇ ਦੀ, ਕੋਟਕਪੂਰ ਏਰੀਏ ਦੀ, ਕਿ ਹੁਣ ਤੋਂ ਪਹਿਲਾਂ ਜਿੰਨੇ ਵੀ ਗੈਂਗਸਟਰ ਮਾਰੇ ਗਏ ਉਹ ਸਾਰੇ ਮੋਸਟਲੀ ਕਬੱਡੀ ਦੇ ਹੀ ਖਿਡਾਰੀ ਸਨ। ਉਹ ਮਾਵਾਂ ਨੇ ਦੁੱਧ ਮੱਖਣਾ ਦੇ ਨਾਲ ਉਹ ਪਾਲੇ ਸੀ, ਜਲੰਧਰ ਦੇ ਵੱਡੇ ਵੱਡੇ ਕਾਲਜਾਂ ਦੇ ਵਿੱਚ ਉਹ ਪੜ੍ਹੇ ਸੀ, ਐਵੇਂ ਹੀ ਉਹ ਟੂਰਨਾਮੈਂਟ ਦੇ ਵਿੱਚੋਂ ਵੱਡੇ ਵੱਡੇ ਖਿਤਾਬ ਜਿੱਤ ਕੇ ਲਿਆਉਂਦੇ ਸੀ। ਪਰ ਕਿੰਨਾ ਨੇ ਉਹਨਾਂ ਨੂੰ ਨਸ਼ੇ ਵੱਲ ਧਕੇਲ ਦਿੱਤਾ, ਕਿੰਨਾ ਨੇ ਉਹਨਾਂ ਨੂੰ ਇਸ ਗੈਂਗਸਟਰਵਾਦ ਦੀ ਦੁਨੀਆ ਦੇ ਵਿੱਚ ਧਕੇਲ ਦਿੱਤਾ, ਇਸ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ। ਤੇ ਸਰਕਾਰਾਂ ਨੇ ਜਿਹੜੀਆਂ ਸਾਡੀਆਂ, ਕੋਈ ਵੱਡੇ ਵੱਡੇ ਨਾਮਵਰ ਚਿਹਰੇ ਨੇ, ਵੱਡੇ ਵੱਡੇ ਲੀਡਰ ਨੇ ਜਿਨ੍ਹਾਂ ਦਾ ਨਾਮ ਵਿੱਚ ਆਉਂਦਾ, ਕਿ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਲਈ ਇਹ ਹੋਇਆ। ਬਹੁਤ ਵੱਡਾ ਸਵਾਲ ਹੈ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਦੇਖੋ ਕਈ ਗੈਂਗਸਟਰ ਜਿਹੜੇ ਨਾਂ ਜੁੜੇ ਆ, ਕਦੇ ਇਹ ਵੀ ਆਉਂਦਾ ਹੈ ਕਿ ਉਹ ਆਪਣੀਆਂ ਯੂਨੀਵਰਸਿਟੀਆਂ 'ਚ, ਆਪਣੇ ਕਾਲਜਾਂ 'ਚ ਨਾਮੀ ਗ੍ਰਾਮੀ ਵਿਦਿਆਰਥੀ ਆਗੂ ਰਹੇ, ਕੋਈ ਕਾਲਜ ਦਾ ਪ੍ਰਧਾਨ ਰਿਹਾ ਹੋਵੇਗਾ, ਕੋਈ ਯੂਨੀਵਰਸਿਟੀ 'ਚ ਜਿਹੜਾ ਹੈਗਾ ਚੰਗੇ ਮੋਹਰੀ ਜਿਹੜੇ ਆਗੂ ਹੈ ਵਿਦਿਆਰਥੀ ਜੀਵਨ 'ਚੋਂ। ਸਾਡੇ ਕਿੰਨੇ ਹੀ ਅਸੀਂ ਆਪਾਂ ਲੋਕਾਂ ਨੂੰ ਜਾਣਦੇ ਹਾਂ ਜਿਹੜੇ ਯੂਨੀਵਰਸਿਟੀਆਂ 'ਚੋਂ, ਕਾਲਜ 'ਚੋਂ ਨਿਕਲ ਕੇ ਹੀ ਅੱਗੇ ਚਾਹੇ ਸੂਬੇ ਦੇ ਕਹਿ ਲਓ, ਚਾਹੇ ਦੇਸ਼ ਦੇ ਕਹਿ ਲਓ, ਉਹ ਨੇਤਾ ਬਣੇ ਤੇ ਅਗਵਾਈ ਕੀਤੀ। ਇਹ ਲੋਕ ਵੀ ਜਿਹੜੇ ਕੋਈ ਗੈਂਗਸਟਰਾਂ 'ਚੋਂ ਕਿੰਨਾ ਪ੍ਰਸਥਿਤੀਆਂ 'ਚ ਉੱਧਰ ਚਲੇ ਗਏ, ਸ਼ਾਇਦ ਉਹ ਵੀ ਕੋਈ ਚੰਗੇ ਆਗੂ ਬਣਦੇ ਜੇ ਉਹਨਾਂ ਨੂੰ ਸਹੀ ਢੰਗ ਨਾਲ, ਸਹੀ ਮੌਕਾ, ਸਹੀ ਮਾਹੌਲ ਮਿਲਦਾ ਜਿਹੜਾ ਹੈਗਾ। ਕਈ ਵਾਰੀ ਕੀ ਹੁੰਦਾ ਨਵਦੀਪ, ਕਿ
ਕਿਤੇ ਨਾ ਕਿਤੇ ਹੁਣ ਆਪਾਂ ਕਿਸੇ ਦੀ ਉਹਦੀ ਪਿਛੋਕੜ ਦੇ 'ਚ ਆਪਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਤਾਂ ਕਰ ਨਹੀਂ ਰਹੇ, ਪਰ ਜਿਹੜਾ ਸਾਡਾ ਪੋਲੀਟੀਕਲ ਸਿਸਟਮ ਹੈ, ਪ੍ਰਸ਼ਾਸਨ ਹੈ, ਪੁਲਿਸ, ਉਹਦਾ ਖਾਸਾ ਜੇ ਕਿਸੇ ਤੇ ਕੋਈ ਆਂਢ ਗੁਆਂਢ 'ਚ ਜਾਂ ਕਿਸੇ ਵਜ੍ਹਾ ਕਰਕੇ ਕਿਸੇ ਧਿਰ ਨਾਲ ਲੜਾਈ ਹੋ ਗਈ, ਕੋਈ ਹੋਰ ਹੋ ਗਿਆ, ਤਾਂ ਕਿਸੇ ਦੀ ਜਿਹਦੀ ਪਹੁੰਚ ਹੁੰਦੀ ਹੈ ਉਹ ਐਸਾ ਉਹਦੇ ਤੇ ਕੇਸ ਪਾਉਂਦੇ ਆ ਕਿ ਬਾਹਰ ਨਾ ਆ ਸਕੇ, ਐਡਾ ਡਰਾਉਂਦੇ ਆ, ਧਮਕਾਉਂਦੇ ਆ। ਤਾਂ ਕਈ ਜਿਹੜੇ ਜੋਸ਼ ਵਾਲੇ ਜਵਾਨ ਹੁੰਦੇ ਆ ਫਿਰ ਉਹ ਦੂਜੇ ਤੇ ਵੀ ਕਾਰਵਾਈ ਕਰਦੇ ਆ। ਆਪਾਂ ਉਹਨੂੰ ਜਸਟੀਫਾਈ ਤਾਂ ਨਹੀਂ ਕਰਦੇ, ਪਰ ਜਵਾਨੀ ਹੈ ਜਿਹੜੀ ਹੈਗੀ ਹੈ, ਜਿਹੜੇ ਰਾਹ ਤੁਰ ਪਈ ਤੇ ਫਿਰ ਜਦੋਂ ਉਹ ਟਕਰਾਅ ਵਾਲੀ ਸਥਿਤੀ 'ਚ ਆਉਂਦੇ ਆ, ਕਈ ਘਰਾਂ ਤੋਂ ਦੌੜ ਜਾਂਦੇ ਮੁੜ ਕੇ ਘਰਾਂ ਨੂੰ। ਜਿਹੜਾ ਇੱਕ ਵਾਰੀ ਨਵਦੀਪ ਘਰੋਂ ਨਿਕਲ ਗਿਆ, ਦੇਖੋ ਮੈਂ ਬੀਇੰਗ ਏ ਜਰਨਲਿਸਟ ਜਿਹੜਾ ਹੈਗਾ, ਖਾੜਕੂਵਾਦ ਦਾ ਦੌਰ ਜੋ ਤੁਸੀਂ ਗੱਲ ਕਰ ਰਹੇ ਸੀ, ਖਾੜਕੂਵਾਦ ਦੇ ਦੌਰ 'ਚ ਵੀ ਸਾਡੇ ਕੋਲੇ ਉਹੇ ਜਿਹੇ ਨੌਜਵਾਨ ਪ੍ਰੈਸ ਨੋਟ ਲੈ ਕੇ ਆਉਂਦੇ ਰਹੇ, ਜਿੱਦਾਂ ਤੁਸੀਂ ਕਹਿ ਰਹੇ 6-6 ਫੁੱਟ ਲੰਬੇ ਗੱਭਰੂ ਜਵਾਨ, ਕਿਸੇ ਨੂੰ ਪੁੱਛਣਾ ਕੋਈ ਇੰਜੀਨੀਅਰਿੰਗ ਕਾਲਜ 'ਚ ਪੜ੍ਹਦਾ ਹੈ, ਕੋਈ ਹੋਰ ਇੱਦਾਂ ਦੀ ਡਿਗਰੀ ਲੈ ਰਿਹਾ, ਮਤਲਬ ਚੰਗੇ ਮੁੰਡੇ, ਚੰਗੀਆਂ ਜਿਹੜੀਆਂ ਐਜੂਕੇਸ਼ਨ ਸੰਸਥਾਵਾਂ 'ਚ, ਤੇ ਬਾਅਦ 'ਚ ਪਤਾ ਨਹੀਂ ਕਿੱਧਰ ਤੁਰ ਗਏ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ। ਸੋ ਜਿਹੜੀ ਪੁਲਿਸ ਹੈਗੀ ਆ, ਪ੍ਰਸ਼ਾਸਨ ਹੈਗਾ, ਇਹਨਾਂ ਦੇ ਹੱਥ ਵੀ ਬੜੇ ਲੰਬੇ ਹੁੰਦੇ ਆ। ਜੇ ਕੋਈ ਕਿਸੇ ਨੇ ਗਲਤ ਕਾਰਵਾਈ ਕੀਤੀ ਹੈ ਤਾਂ ਉਹਦਾ ਸਜ਼ਾ ਕਾਨੂੰਨ ਦੇ ਮੁਤਾਬਕ ਜੋ ਬਣਦੀ ਹੈ ਹੋਣੀ ਚਾਹੀਦੀ ਹੈ। ਜੇ ਜ਼ਾਤੀ ਕਿਸੇ ਨੇ ਕੀਤੀ ਹੈ, ਕਿਸੇ ਦਾ ਕਤਲ ਕੀਤਾ ਹੈ ਜਾਂ ਕਿਸੇ ਦਾ ਡਾਕਾ ਮਾਰਿਆ ਜਾਂ ਹੋਰ, ਜੋ ਕਾਨੂੰਨ ਬਣਦਾ ਉਹਦੇ ਮੁਤਾਬਕ ਕਾਰਵਾਈ ਹੋਵੇ। ਪਰ ਜਦੋਂ ਪੁਲਿਸ ਆਪਣੇ ਤੌਰ ਤੇ ਕਾਰਵਾਈ ਕਰਨ ਦੇ ਰਾਹ ਤੁਰ ਪੈਂਦੀ ਹੈ ਨਾ, ਕਿ ਕਾਨੂੰਨ ਨੂੰ ਛੱਡੋ, ਸਿੱਧੇ ਤੌਰ ਤੇ ਕਾਰਵਾਈ ਕਰੋ, ਕਿਸੇ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਮਾਰੋ, ਕਿਸੇ ਨੂੰ ਡਰਾਓ ਧਮਕਾਓ, ਪਹਿਲਾਂ ਦੜਾਓ ਤੇ ਫਿਰ ਪਿੱਛੋਂ ਗੋਲੀ ਦਾ ਨਿਸ਼ਾਨਾ ਬਣਾਓ ਜਿਹੜਾ ਹੈਗਾ। ਜਦੋਂ ਇਹੋ ਜਿਹੀਆਂ ਕਾਰਵਾਈਆਂ ਹੁੰਦੀਆਂ ਤਾਂ ਉਹਨਾਂ 'ਚੋਂ ਹੀ ਬਹੁਤੇ ਵਾਰੀ ਜਿਹੜੇ ਗੈਂਗਸਟਰ ਤੇ ਇਦਾਂ ਦੇ ਲੋਕ, ਕਿਉਂਕਿ ਉਹਨਾਂ ਦੀ ਜਾਨ ਨੂੰ ਤਾਂ ਖਤਰਾ ਹੁੰਦਾ ਹੀ ਹੁੰਦਾ ਹੈ, ਉਹ ਫਿਰ ਆਪਣੀ ਜਾਨ ਤਲੀ ਤੇ ਰੱਖ ਕੇ ਗਲਤ ਰਾਹਾਂ ਵੱਲ ਨੂੰ ਤੁਰ ਪੈਂਦੇ ਆ। ਸੋ ਕਿਤੇ ਸਿਸਟਮ ਵੀ ਬਹੁਤ ਵੱਡਾ ਕਸੂਰਵਾਰ ਹੈ। ਜਿੱਦਾਂ ਤੁਸੀਂ ਗੱਲ ਕਰਦੇ ਹੋ ਪੋਲੀਟੀਕਲ ਲੋਕ ਕੀ ਕਰਦੇ ਆ, ਆਪਾਂ ਸਾਰੇ ਪੋਲੀਟੀਕਲ ਸਿਸਟਮ ਨੂੰ ਟੋਟਲੀ ਸਾਰੇ ਆਗੂਆਂ ਬਾਰੇ ਗੱਲ ਤਾਂ ਨਹੀਂ ਕਰਾਂਗੇ, ਪਰ ਅਕਸਰ ਕਈ ਵਾਰੀ ਹੁੰਦਾ ਨਾ ਕਿ ਜਦੋਂ ਇਲੈਕਸ਼ਨ ਆਉਂਦੀਆਂ ਆਪਣੇ ਨਾਲ ਜਿਹੜੇ ਹੈਗੇ ਜਿਨ੍ਹਾਂ ਲੋਕਾਂ ਨੂੰ ਲਾਉਂਦੇ ਆ, ਜਿਨ੍ਹਾਂ ਜਵਾਨਾਂ ਨੂੰ ਨਾਲ ਲਾਉਂਦੇ ਆ, ਮੁੰਡਿਆਂ ਨੂੰ ਨਾਲ ਲਾਉਂਦੇ ਆ, ਉਹਨਾਂ ਨੂੰ ਫਿਰ ਜਦੋਂ ਕਿਤੇ ਪਾਵਰ 'ਚ ਆ ਜਾਂਦੇ ਮੁੜ ਕੇ ਥੋੜ੍ਹੀਆਂ ਬਹੁਤੀਆਂ ਖੁੱਲ੍ਹਾਂ ਵੀ ਦਿੰਦੇ ਆ। ਜਿੱਦਾਂ ਤੁਸੀਂ ਗੱਲ ਕਰਦੇ ਹੋ ਕੋਈ ਨਸ਼ੇ ਵੇਚਣ ਦੇ ਰਾਹ ਤੁਰ ਪਿਆ, ਕੋਈ ਹੋਰ ਇੱਦਾਂ ਦੇ ਗਲਤ ਰਾਹ ਤੁਰ ਪਿਆ। ਹੁਣ ਸਰਕਾਰਾਂ ਤਾਂ ਹਮੇਸ਼ਾ ਬੈਠੀਆਂ ਨਹੀਂ ਰਹਿੰਦੀਆਂ ਨਾ, ਸਰਕਾਰ ਤਾਂ ਜਿਹੜੀ ਆਈ ਹੈ ਨਵਦੀਪ ਇੱਕ ਨਾ ਇੱਕ ਦਿਨ ਉਸਨੇ ਜਾਣਾ ਹੀ ਜਾਣਾ ਜਿਹੜਾ ਹੈਗਾ। ਇੱਥੇ ਤਾਂ ਮੁਗਲ ਹੁਕੂਮਤ ਵੀ ਨਹੀਂ ਰਹੀ, ਉਹ ਵੀ ਚਲੇ ਗਏ, ਤੇ ਜਿਹੜੀਆਂ ਵੋਟ ਪਰਚੀ ਦੀਆਂ ਆਈਆਂ ਸਰਕਾਰਾਂ ਹੈ ਇਹ ਤਾਂ ਜਾਂਦੀਆਂ ਹੀ ਜਾਂਦੀਆਂ, ਪਰ ਜਿਹੜੀਆਂ ਗਲਤ ਆਦਤਾਂ ਪਾ ਕੇ ਚਲੇ ਜਾਂਦੇ ਆ ਉਹ ਆਦਤਾਂ ਫਿਰ ਮੁੜ ਕੇ ਛੁੱਟਦੀਆਂ ਨਹੀਂ ਹੈਗੀਆਂ। ਫਿਰ ਉਹ ਕੋਈ ਪੁਲਿਸ ਨਾਲ ਆਪਣੇ ਲਿੰਕ ਬਣਾ ਲੈਂਦੇ ਆ, ਕੋਈ ਪ੍ਰਸ਼ਾਸਨ 'ਚ ਲਿੰਕ ਬਣਾ ਲੈਂਦੇ ਆ, ਕੋਈ ਪੋਲੀਟੀਕਲ ਥਾਪੜਾ ਲੈਂਦੇ ਆ, ਤਾਂ ਉਹਦੇ ਨਾਲ ਸਾਡਾ ਸਿਸਟਮ ਦਾ ਜਿਹੜਾ ਨਗਾਰ ਹੈ, ਵਿਗਾੜ ਹੈ। ਪੰਜਾਬ 'ਚ ਜੇ ਬਹੁਤ ਵੱਡੀ ਤਬਾਹੀ ਕਸਾਰਾ, ਜੇ ਆਪਾਂ ਗੱਲ ਕਰ ਲਈਏ, ਨਸ਼ਿਆਂ ਦੀ ਗੱਲ ਕਰ ਲਈਏ, ਗੈਂਗਸਟਰ ਦੀ ਗੱਲ ਕਰ ਲਈਏ, ਹੋਰ ਵੀ ਬਹੁਤ ਸਾਰੇ ਕਾਰਨ ਹੋਣਗੇ, ਪਰ ਇੱਕ ਵੱਡਾ ਕਾਰਨ ਸਾਡਾ ਆਪਣਾ ਪੋਲੀਟੀਕਲ ਸਿਸਟਮ ਵੀ ਹੈ। ਜੇ ਸਾਡਾ ਪੋਲੀਟੀਕਲ ਸਿਸਟਮ ਇਹਨਾਂ ਨਿਕੰਮਾ ਨਾ ਹੁੰਦਾ, ਜੇ ਇੰਨੇ ਇਹ ਮੌਕਾ ਪ੍ਰਸਤ ਆਪਣੇ ਆਪ ਨੂੰ ਸੈਲਫਿਸ਼ ਜਿਹੜੇ ਹੈਗੇ ਆਪਣੇ ਤੱਕ ਹੀ ਸੀਮਤ ਰਹਿਣ ਵਾਲੇ ਆਗੂ ਨਾ ਹੁੰਦੇ, ਤਾਂ ਸ਼ਾਇਦ ਪੰਜਾਬ ਦੀ ਇਦਾਂ ਦੀ ਸਥਿਤੀ ਨਾ ਬਣਦੀ। ਕਿਉਂਕਿ ਇਹਨਾਂ ਨੇ ਆਪਣੀ ਖਾਤਰ ਜੋ ਕੁਝ ਕਰ ਸਕਦੇ ਸੀ ਉਹ ਕਰਿਆ, ਜਿਸ ਨੂੰ ਵਰਤਿਆ ਜਾ ਸਕਦਾ ਸੀ ਵਰਤਿਆ, ਜੇ ਕਿਸੇ ਵਿਰੋਧੀ ਨੂੰ ਮਾਰਿਆ ਜਾ ਸਕਦਾ ਸੀ ਕਿਸੇ ਨੇ ਉਹ ਵੀ ਉਹਦੇ ਤੋਂ ਵੀ ਸੀ ਨਹੀਂ ਕੀਤੀ, ਜੇ ਕਿਸੇ ਨੂੰ ਘਰੋਂ ਭਜਾਇਆ ਜਾ ਸਕਦਾ ਸੀ ਕਿਸੇ ਹੋਰ ਨੂੰ ਖੁਸ਼ ਕਰਨ ਲਈ ਉਹ ਵੀ ਨਹੀਂ ਕੀਤਾ। ਪਰ ਇਹ ਹੈ ਕਿ ਸਭ ਲੋਕਾਂ ਦੇ ਇੱਕੋ ਜਿਹਾ ਫਾਰਮੂਲਾ ਨਹੀਂ ਲਾਗੂ ਹੁੰਦਾ। ਜੇ ਕੁਝ ਲੋਕਾਂ ਦੇ ਵੀ ਇਦਾਂ ਦੀਆਂ ਐਗਜ਼ਾਮਪਲਾਂ ਲਾਗੂ ਹੋ ਜਾਣ ਤਾਂ ਦੂਜਿਆਂ ਦੇ ਲਈ ਵੀ ਉਹ ਆਪਣੇ ਆਪ 'ਚ ਉਦਾਹਰਨ ਹੁੰਦੀ ਹੈ ਕਿ ਫਲਾਣੇ ਨਾਲ ਇਦਾਂ ਹੋਈ ਹੈ, ਸਾਡੇ ਨਾਲ ਵੀ ਇਦਾਂ ਹੋ ਸਕਦੀ ਹੈ। ਹੁਣ ਜੇ ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰਦੇ, ਜਿੱਦਾਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ 9-10 ਜਿਹੜੇ ਹੈਗੇ ਸਾਬਕਾ ਕੈਬਨਿਟ ਮੰਤਰੀ ਅੰਦਰ ਬੈਠੇ ਆ, ਹੁਣ ਦੂਜੇ ਕਹਿੰਦੇ ਜੀ ਪੋਲੀਟੀਕਲ ਤੌਰ ਤੇ ਇਹਨਾਂ ਨੂੰ ਬਿਠਾਇਆ ਗਿਆ ਅੰਦਰ ਜਾਂ ਬਦਲੇ ਦੀ ਭਾਵਨਾ ਪਾਇਆ ਗਿਆ, ਉਹਨਾਂ 'ਚੋਂ ਕੀ ਨਿਕਲ ਕੇ ਬਾਹਰ ਆਏਗਾ ਕੀ ਨਹੀਂ ਆਏਗਾ। ਪਰ ਨਦੀ ਵੀ ਇੱਕ ਗੱਲ ਤਾਂ ਹੈ ਹੀ ਹੈ ਨਾ, ਕੱਲ੍ਹ ਨੂੰ ਜਿਹੜੀ ਇਹ ਸਰਕਾਰ ਨਹੀਂ ਰਹੇਗੀ, ਕੋਈ ਹੋਰ ਸਰਕਾਰ ਆਏਗੀ, ਘੱਟੋ ਘੱਟ ਕਿਤੇ ਨਾ ਕਿਤੇ ਦਹਿਸ਼ਤ ਤਾਂ ਰਹੇਗੀ। ਜੇ ਦੂਜੇ ਆ ਗਏ ਤਾਂ ਸਾਨੂੰ ਜੇਲ੍ਹ 'ਚ ਵੀ ਜਾਣਾ ਬੈਠ ਸਕਦਾ। ਜੇ ਕਿਤੇ ਪੋਲੀਟੀਕਲ ਸਿਸਟਮ 'ਚ ਅਖਲਾਕ ਜਾਂ ਕਰੈਕਟਰ ਕਿਰਦਾਰ ਇੱਦਾਂ ਦਾ ਆ ਜੇ ਕਿ ਦੇਸ਼ ਦੀ ਖਾਤਰ, ਪੰਜਾਬ ਦੀ ਖਾਤਰ, ਆਪਣੇ ਲੋਕਾਂ ਦੀ ਖਾਤਰ ਅਸੀਂ ਰਹਿਣਾ ਹੈ, ਆਪਣੇ ਜਿਹੜੇ ਨਿੱਜ ਸਵਾਰਥ ਛੱਡ ਦੇਣੇ ਆ, ਤਾਂ ਸ਼ਾਇਦ ਜਿਹੜਾ ਰੰਗਲੇ ਪੰਜਾਬ ਦੀ ਗੱਲ ਕਰਦੇ ਆ, ਰੰਗਲਾ ਪੰਜਾਬ ਵੀ ਬਣ ਸਕਦਾ ਹੈ। ਅਤੇ ਇੱਦਾਂ ਦੀਆਂ ਧਮਕੀਆਂ ਵਾਲਾ ਮਾਹੌਲ ਵੀ, ਇੱਦਾਂ ਦੇ ਡਰੱਗ ਮਾਫੀਆ ਵਾਲਾ ਮਾਹੌਲ ਵੀ ਪੰਜਾਬ 'ਚੋਂ ਖਤਮ ਹੋ ਸਕਦਾ। ਪੋਲੀਟੀਕਲ ਵਿਲ ਪਾਵਰ ਜਿਹੜਾ ਅਖਲਾਕ ਜਿਹੜਾ ਬਹੁਤ ਵੱਡੀ ਗੱਲ ਹੈ ਨਵਦੀਪ ਇਹਨਾਂ ਸਾਰੇ ਮੁੱਦਿਆਂ ਦੇ। ਜੀ ਬਿਲਕੁਲ ਸਿੱਧੂ ਸਾਹਿਬ, ਜਿਸ ਤਰੀਕੇ ਦੇ ਨਾਲ ਹਰ ਰੋਜ਼ ਅਖਬਾਰਾਂ ਦੇ ਵਿੱਚ ਖਬਰਾਂ ਛਪਦੀਆਂ ਨੇ, ਟੈਲੀਵਿਜ਼ਨ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਨੇ, ਤਾਂ ਲੋਕਾਂ ਦੇ ਮਨਾਂ ਦੇ ਵਿੱਚ ਵੱਖਰਾ ਹੀ ਇੱਕ ਡਰ ਹੈ ਜਿਹੜਾ
ਉਹ ਵੇਖਣ ਨੂੰ ਮਿਲ ਰਿਹਾ। ਲੋਕ ਨਾ ਬੜੇ ਸਹਿਮੇ ਪਏ ਨੇ ਕਿਉਂਕਿ ਨਿੱਤ ਕਿਸੇ ਨੇ ਕਿਸੇ ਦਾ ਗਲ ਵੱਢ ਦਿੱਤਾ, ਕਿਸੇ ਨੇ ਕਿਸੇ ਦਾ ਹੱਥ ਵੱਢ ਦਿੱਤਾ, ਕਿਸੇ ਨੇ ਕਿਸੇ ਨੂੰ ਗੋਲੀ ਮਾਰ ਦਿੱਤੀ। ਕਿਹੜਾ ਕਿਹਦੀ ਕਾਰ ਨੂੰ ਕਿੱਥੋਂ ਚੱਕ ਕੇ ਲੈ ਗਿਆ ਪਤਾ ਹੀ ਨਹੀਂ ਲੱਗਦਾ। ਸੋ ਲੋਕਾਂ 'ਚ ਨਾ ਇੱਕ ਵੱਖਰਾ ਜਿਹਾ ਡਰ ਬਣ ਗਿਆ। ਮੈਂ ਜਿਹੜੀ ਇੱਥੇ ਮੇਨ ਗੱਲ ਕਰਨ ਵਾਲੀ ਆ, ਜਿਵੇਂ ਤੁਸੀਂ ਗੱਲ ਪਹਿਲਾਂ ਖਾੜਕੂਵਾਦ ਦੀ ਗੱਲ ਕੀਤੀ ਹੈ ਨਾ, ਕਿ ਇੱਕ ਆ 5-7 ਸਾਲਾਂ ਦੇ ਵਿੱਚ ਇੱਕ ਨਵਾਂ ਜਿਹਾ ਰੁਝਾਨ ਬਣ ਗਿਆ। ਲੋਕ ਕਹਿੰਦੇ ਨੇ ਕਿ ਪਿੰਡ ਵਾਲੇ ਮਾਹੌਲ ਨੂੰ ਛੱਡ ਕੇ ਖੇਤਾਂ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਨੇਈਆਂ ਦੇ ਵਿੱਚ, ਨੇੜਲੇ ਖੇਤ ਦੇ ਵਿੱਚ ਵੀ ਕੋਠੀਆਂ ਬਣਾ ਲਈਆਂ ਜਾਣ। ਬਹੁਤ ਸਾਰੇ ਲੋਕ ਨੇ ਕੋਠੀਆਂ ਦੇ ਵਿੱਚ ਜਾ ਕੇ ਸ਼ਿਫਟ ਹੋ ਗਏ, ਪਰ ਹੁਣ ਉਹਨਾਂ ਲੋਕਾਂ ਦੇ ਮਨਾਂ 'ਚ ਡਰ ਬੈਠ ਗਿਆ ਕਿ ਜਿਸ ਤਰੀਕੇ ਦੇ ਪੰਜਾਬ ਦੇ ਹਾਲਾਤ ਨੇ, ਅਸੀਂ ਆਪਣੇ ਪਿੰਡ ਦੇ ਵਿੱਚ ਹੀ ਆਪਣੇ ਘਰਾਂ 'ਚ ਸੇਫ ਨਹੀਂ, ਸਾਨੂੰ ਵਾਪਸ ਪਿੰਡ ਵਾਲੇ ਘਰ 'ਚ ਹੀ ਮੁੜ ਜਾਣਾ ਚਾਹੀਦਾ ਹੈ। ਨਵਦੀਪ, ਜੇ ਤੁਸੀਂ ਕਹਿ ਰਹੇ ਹੋ ਪੰਜਾਬ ਦੀ ਬਦਕਿਸਮਤੀ ਇਹ ਰਹੀ ਹੈ ਕਿ ਇੱਕ ਤਾਂ ਬਾਰਡਰ ਸਟੇਟ ਹੈ ਸਾਡਾ, ਜਿਹੜਾ ਗੁਆਂਢੀ ਮੁਲਕ ਆ ਪਾਕਿਸਤਾਨ, ਆਪਾਂ ਸਾਰੇ ਜਾਣਦੇ ਹਾਂ, ਉਹ ਵੀ ਕੋਈ ਇੰਨਾ ਭਲਾ ਮਾਨਸ ਨਹੀਂ, ਕੋਈ ਮੌਕੇ ਹੱਥੋਂ ਜਾਣ ਨਹੀਂ ਦਿੰਦੇ ਜਦੋਂ ਕੋਈ ਗੜਬੜ ਜਾਂ ਇਦਾਂ ਦਾ ਕੀਤਾ ਜਾ ਸਕਦਾ ਹੋਵੇ। ਫਿਰ ਉਹਨੂੰ ਕੁਝ ਇਦਾਂ ਦੇ ਜਿਹੜੇ ਹੈਗੇ ਆ ਤੱਤ ਜਾਂ ਐਲੀਮੈਂਟ ਜਿਹੜੇ ਹੈਗੇ ਗਰੋ, ਉਹਨਾਂ ਦੇ ਕਿਤੇ ਨਾ ਕਿਤੇ ਉਹਨਾਂ ਦੀਆਂ ਤਾਰਾਂ ਜੁੜ ਜਾਂਦੀਆਂ ਜਾ ਕੇ। ਤੇ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣਾ ਤਾਂ ਫਿਰ ਕਹਿਣਾ ਬੜਾ ਸੌਖਾ ਹੁੰਦਾ, ਕੋਈ ਪਾਕਿਸਤਾਨ ਜਾਂ ਚਾਈਨਾ ਜਾਂ ਅਮਰੀਕਾ ਜਾਂ ਕਿਸੇ ਹੋਰ ਕੰਟਰੀ ਦੀ ਜ਼ਿੰਮੇਵਾਰੀ ਨਹੀਂ ਨਾ। ਜਦੋਂ ਆਪਾਂ ਸੱਤਾ ਲਈ ਵੋਟਾਂ ਮੰਗਦੇ ਹਾਂ ਲੋਕਾਂ ਕੋਲੋਂ, ਅਮਨ ਕਾਨੂੰਨ ਦੀ ਦੁਹਾਈ ਦਿੰਦੇ ਹਾਂ ਕਿ ਅਸੀਂ ਆਵਾਂਗੇ, ਤਾਂ ਪੰਜਾਬ 'ਚ ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਕਿ ਇਹੋ ਜਿਹੇ ਨੇਤਾ ਵੀ ਪੰਜਾਬ 'ਚ ਹੋਏ ਆ ਜਿਹੜੇ ਕਹਿੰਦੇ ਸੀ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਿਆਂਗੇ। ਉਹ ਕੈਲੀਫੋਰਨੀਆ ਦੇਖਦੇ ਦੇਖਦੇ ਪੰਜਾਬ ਵਾਲੇ ਹੀ ਕੈਲੀਫੋਰਨੀਆ ਚਲੇ ਗਏ। ਇੱਥੇ ਤਾਂ ਕੀ ਬਣਨਾ ਸੀ, ਜਿਹੜਾ ਜਿੰਨਾ ਕੁ ਪੰਜਾਬ ਸੀਗਾ ਉਹ ਵੀ ਕੈਲੀਫੋਰਨੀਆ ਪਹੁੰਚਣਾ ਸ਼ੁਰੂ ਹੋ ਗਿਆ। ਸੋ ਜਿਹੜੇ ਆਗੂ ਹੈਗੇ ਆ, ਜਿੱਦਾਂ ਦੇ ਆਗੂਆਂ ਦੀਆਂ ਜਿਹੜੀਆਂ ਉਹਨਾਂ ਦੀਆਂ ਇਛਾਵਾਂ ਹੁੰਦੀਆਂ ਜਾਂ ਉਹਨਾਂ ਦੀ ਵਿਲ ਪਾਵਰ, ਜਿੱਦਾਂ ਮੈਂ ਕਹਿ ਰਿਹਾ ਸੀ, ਉਹਨਾਂ ਦਾ ਪ੍ਰਸ਼ਾਸਨ ਕਿਹੋ ਜਿਹਾ ਹੈ, ਇਸ ਗੱਲ 'ਤੇ ਬਹੁਤ ਡਿਪੈਂਡ ਕਰਦਾ। ਲੋਕਾਂ ਨੇ ਜੋ ਘਰ ਬਣਾਏ, ਜਿੰਨਾ ਤੁਸੀਂ ਗੱਲ ਕਰਦੇ ਹੋ, ਜਿਹੜੇ ਥੋੜ੍ਹੇ ਪੜ੍ਹੇ ਲਿਖੇ ਢੰਗ ਨਾਲ ਆਪਣੀ ਟੌਰ ਨਾਲ ਜਿਹਨੂੰ ਕਹਿੰਦੇ ਕਿ ਸਾਡਾ ਫਾਰਮ ਹਾਊਸ ਹੈ, ਫਾਰਮ ਹਾਊਸ ਦੀ ਗੱਲ ਕਰਦੇ ਹਾਂ ਤੁਸੀਂ, ਘਰ ਬਣਾਉਣ ਦੀ ਗੱਲ ਕੀਤੀ ਹੈ, ਕੋਠੀ ਬਣਾਉਣ ਦੀ ਗੱਲ ਕੀਤੀ ਹੈ। ਕਿਉਂਕਿ ਪਿੰਡਾਂ ਦੇ ਅੰਦਰ ਜਿਹੜੀ ਸਾਡੀ ਪੁਰਾਣੀ ਪਿੰਡਾਂ ਦੀ ਵਸੋਂ ਹੈਗੀ ਹੈ, ਜਿਹਨਾਂ ਨੂੰ ਅਸੀਂ ਪੰਜਾਬੀ 'ਚ ਪੁਰਾਣਾ ਜਿਹੜਾ ਹੈਗਾ ਮਾਲ ਮਹਿਕਮੇ ਵਾਲੇ ਸ਼ਬਦ ਵਰਤਦੇ ਆ, ਲਾਲ ਡੋਰਾ। ਲਾਲ ਡੋਰੇ ਦੇ ਅੰਦਰਲੀ ਜ਼ਮੀਨ ਜਿਹੜੀ ਹੈਗੀ ਹੈ, ਉੱਥੋਂ ਤੱਕ ਜਿਹੜੀ ਹੈਗੀ ਉਹ ਕਾਨੂੰਨ ਘਰ ਬਣਾਉਣ 'ਤੇ, ਕਾਇਦਾ ਕਾਨੂੰਨ 'ਤੇ ਲਾਗੂ ਨਹੀਂ ਹੁੰਦਾ। ਉਦੋਂ ਬਾਅਦ 'ਚ ਵੱਖਰੀਆਂ ਪਰਿਸਥਿਤੀਆਂ ਹੁੰਦੀਆਂ ਜਿਹੜੀਆਂ ਹੈਗੀਆਂ। ਸੋ ਉਹ ਜਿਹੜੇ ਪੁਰਾਣੀ ਆਬਾਦੀ ਸੀ ਉਹ ਕਾਫੀ ਜ਼ਿਆਦਾ ਘਰ ਵੰਡੇ ਗਏ, ਅੱਗੇ ਬੱਚਿਆਂ ਦੀ ਆਬਾਦੀ, ਹੋਰ ਸਾਰੇ ਆਬਾਦੀਆਂ ਵੱਧਦੀਆਂ ਗਈਆਂ, ਘਰ ਛੋਟੇ ਛੋਟੇ। ਤਾਂ ਲੋਕਾਂ ਨੇ ਘਰਾਂ ਤੋਂ ਬਾਹਰ ਇੱਕ ਮਾਹੌਲ ਵੀ ਬਦਲਿਆ। ਮਾਹੌਲ ਬਦਲਣ ਦੇ ਨਾਲ ਲੋਕਾਂ ਨੂੰ ਲੱਗਾ ਕਿ ਬਾਹਰ ਜਾਵਾਂਗੇ, ਨਵੇਂ ਢੰਗ ਦਾ, ਨਵੇਂ ਡਿਜ਼ਾਈਨ ਦਾ। ਕੋਈ ਲੋਕਾਂ ਨੇ ਮਿਹਨਤਾਂ ਕੀਤੀਆਂ, ਜਿੱਦਾਂ ਆਪਾਂ ਕਹਿ ਰਹੇ ਹਾਂ ਕਿ ਅਮਰੀਕਾ ਕੈਨੇਡਾ 'ਚ ਗਏ, ਕੁਛ ਲੋਕ ਬਾਹਰ ਵੀ ਗਏ, ਉਹਨਾਂ ਦੀ ਜੇਬ 'ਚ ਪੈਸਾ ਵੀ ਆਇਆ। ਉਹਨਾਂ ਨੇ ਵੀ ਕਿਹਾ ਕਿ ਅਸੀਂ ਕਿਉਂ ਨਾ ਬਾਹਰ ਕੋਠੀਆਂ ਬਣਾਈਏ, ਪਤਾ ਲੱਗੇ ਵੀ ਸਾਡਾ ਮੁੰਡਾ ਜਿਹੜਾ ਹੈਗਾ ਅਮਰੀਕਾ ਵਾਲੇ ਦੀ ਕੋਠੀ ਆ, ਕੈਨੇਡਾ ਵਾਲੇ ਦੀ ਕੋਠੀ ਆ, ਆਸਟ੍ਰੇਲੀਆ ਵਾਲੇ ਦੀ ਕੋਠੀ ਹੈ। ਇੱਦਾਂ ਦੇ ਵੀ, ਪਰ ਇੱਧਰਲੇ ਵੀ ਲੋਕਾਂ ਨੇ ਜਿਹੜੀਆਂ ਮਿਹਨਤਾਂ ਕਰਕੇ ਆਪਣੇ ਘਰ-ਬਾਰ ਬਣਾਏ। ਹੁਣ ਜਦੋਂ ਉਹੋ ਜਿਹੀ ਸਥਿਤੀ ਬਣਦੀ ਹੈ, ਅਮਨ ਕਾਨੂੰਨ ਦੀ ਹਾਲਤ ਵਿਗੜਦੀ ਹੈ, ਤਾਂ ਤੁਹਾਡੀ ਗੱਲ ਸਹੀ ਹੈ ਕਿ ਇੱਕ ਬੜਾ ਵੱਡਾ ਜਿਹੜਾ ਹੈਗਾ ਉੱਥੇ ਹੁਣ ਸ਼ਹਿਰ ਵਰਗੀ ਪਰਿਸਥਿਤੀ ਤਾਂ ਹੁੰਦੀ ਨਹੀਂ। ਉੱਥੇ ਨਾ ਤਾਂ ਇਹ ਹੈ ਕਿ 100 ਨੰਬਰ 'ਤੇ ਡਾਇਲ ਕਰਾਂਗੇ ਤਾਂ ਨਾਲ ਦੀ ਨਾਲ ਹੀ, ਹਾਲਾਂਕਿ ਤਾਂ ਔਖਾ ਤਾਂ ਇਹ ਸਿਟੀ ਦੇ ਵਿੱਚ ਵੀ ਹੁੰਦੀ ਹੈ ਇਹ ਗੱਲ, ਪਰ ਪਿੰਡ ਦੇ ਵਿੱਚ ਤਾਂ ਕੋਈ ਗੱਲ ਹੀ ਨਹੀਂ। ਪਿੰਡ ਤਾਂ ਜਿੱਥੋਂ ਦਿਨ ਛਿਪ ਗਿਆ, ਸ਼ਾਮ ਪੈ ਗਈ, ਤਾਂ ਦੂਜੇ ਹੁਣ ਤਾਂ ਜੇ ਮੋਬਾਈਲ ਸਿਸਟਮ ਹੋ ਗਿਆ, ਪਹਿਲਾਂ ਤਾਂ ਕੋਈ ਇੱਦਾਂ ਦੀ ਗੱਲ ਹੈ ਹੀ ਨਹੀਂ ਸੀ। ਸੋ ਜਿਹੜੇ ਲੋਕ ਪਿੰਡਾਂ 'ਚ ਰਹਿੰਦੇ ਆ ਔਰ ਖਾਸ ਤੌਰ 'ਤੇ ਖੇਤਾਂ 'ਚ ਆਪਣੇ ਫਾਰਮ ਹਾਊਸਾਂ 'ਚ ਰਹਿੰਦੇ ਆ, ਜਦੋਂ ਅਮਨ ਕਾਨੂੰਨ ਦੀ ਸਥਿਤੀ ਵਿਗੜਦੀ ਹੈ ਤਾਂ ਸਭ ਤੋਂ ਵੱਧ ਟਾਰਗੇਟ ਉਹ ਹੁੰਦੇ ਆ। ਸੋ ਹੁਣ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਵੀ ਵਿਰੋਧੀ ਧਿਰ ਵੱਲੋਂ ਇਸ ਤਰ੍ਹਾਂ ਦੇ ਨਿਸ਼ਾਨੇ ਸਾਧੇ ਜਾ ਰਹੇ ਕਿ ਅਮਨ ਕਾਨੂੰਨ ਦੀ ਸਥਿਤੀ ਮਾੜੀ ਹੈ, ਇਹ ਸੰਭਾਲਣ ਦੀ ਜ਼ਿੰਮੇਵਾਰੀ ਵੀ ਇਹਨਾਂ ਦੀ। ਜੀ ਬਿਲਕੁਲ। ਤਾਂ ਪੰਜਾਬ ਦੇ ਵਿੱਚ ਹਾਲਾਤ ਕੀ ਨੇ, ਸਭ ਕੁਝ ਜਗ ਜ਼ਾਹਿਰ ਹੈ। ਬਹੁਤ ਸਾਰਾ NRI ਭਾਈਚਾਰਾ ਸਾਨੂੰ TV ਦੇ ਜ਼ਰੀਏ ਵੇਖ ਰਿਹਾ ਹੋਏਗਾ, ਸੁਣ ਰਿਹਾ ਹੋਏਗਾ, ਤੁਹਾਨੂੰ ਵੀ ਸਭ ਕੁਝ ਪਤਾ ਹੀ ਹੈ। ਪਰ ਉੱਤੇ ਹੀ ਜੇ ਅਸੀਂ ਕਹਿੰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਰਹਿੰਦੇ ਲੀਡਰ ਨੇ, ਜੇ ਉਹ ਪੰਜਾਬ ਨੂੰ ਨਹੀਂ ਸੰਭਾਲ ਸਕੇ, ਪਰ ਸਿੱਧੂ ਸਾਹਿਬ ਅਕਸਰ ਪ੍ਰੋਗਰਾਮ ਦੇ ਵਿੱਚ ਕਹਿੰਦੇ ਨੇ ਕਿ ਪੰਜਾਬ ਵਸਦਾ ਹੈ ਗੁਰਾਂ ਦੇ ਨਾਂ, ਤਾਂ ਵਾਕਿਆ ਹੀ ਪੰਜਾਬ ਗੁਰਾਂ ਦੇ ਨਾਂ ਵਸਦਾ ਹੈ। ਜੇ ਇੱਥੇ ਕੁਝ ਕੁ ਲੋਕ ਨੇ ਜੋ ਕਾਲਾ ਮਾਲਾ ਕਰਦੇ ਨੇ, ਕੁਝ ਲੋਕ ਨੇ ਜੋ ਉਸ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ, ਪਰ ਉੱਥੇ ਹੀ ਉਹ ਸ਼ਖਸੀਅਤਾਂ ਵੀ ਨੇ ਜਿਹੜੀਆਂ ਕਿ ਪੰਜਾਬ ਦਾ ਜਿਹੜਾ ਝੰਡਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਚਲਾਉਂਦੀਆਂ ਨੇ। ਜਿੱਥੋਂ ਪਤਾ ਲੱਗਦਾ ਕਿ ਫਲਾਣਾ ਬੰਦਾ ਪੰਜਾਬੀ ਹੈ ਤੇ ਉਹਨੇ ਇੱਥੇ ਆ ਝੰਡੇ ਗੱਡੇ ਨੇ। ਤਾਂ ਜੇ ਮੈਂ ਗੱਲ ਕਰਾਂ ਅਜੇਪਾਲ ਸਿੰਘ ਬੰਗਾ ਦੀ, ਤਾਂ ਉਹਨਾਂ ਨੂੰ ਵਿਸ਼ਵ ਬੈਂਕ ਦਾ ਮੁਖੀ ਬਣਾਇਆ ਗਿਆ, ਜੋ ਸਾਡੇ ਲਈ ਬੜੇ ਹੀ ਫਖਰ ਵਾਲੀ ਗੱਲ ਹੈ। ਤੁਸੀਂ ਕੀ ਕਹਿਣਾ ਚਾਹੋਗੇ? ਜੀ ਵਾਕਈ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ। ਦੇਖੋ ਆਂਦੇ ਹੁੰਦੇ ਵੀ ਜੇ ਸਾਡੇ ਪਿੰਡ ਦਾ ਕੋਈ ਸਰਪੰਚ ਵੀ ਬਣ ਜੇ ਤਾਂ ਖੁਸ਼ੀ ਹੁੰਦੀ ਹੈ। ਤੇ ਦੁਨੀਆ ਭਰ ਦਾ ਜਿਹੜਾ ਮੋਹਰੀ ਮੁਲਕ ਮੰਨਿਆ ਜਾਂਦਾ ਅਮਰੀਕਾ,
ਤੇ ਵਿਸ਼ਵ ਬੈਂਕ ਦਾ ਜਿਹੜਾ ਹੈਗਾ ਸਾਡਾ ਜਿਹੜਾ ਹੈਗਾ ਬੰਗਾ ਉਹਦਾ ਹੈੱਡ ਬਣ ਜਾਣਾ, ਮੁਖੀ ਬਣ ਜਾਣਾ ਜਿਹੜਾ ਹੈਗਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਖਾਸ ਤੌਰ ਤੇ ਉਸ ਇਕੋਨਮੀ ਦੀ ਆਪਾਂ ਗੱਲ ਕਰਦੇ ਹਾਂ ਜਿਹੜੀ ਦੁਨੀਆ ਦੇ ਉੱਤੇ ਕੰਟਰੋਲ ਕਰਦੀ ਹੈ ਜਾਂ ਦੁਨੀਆ 'ਚ ਬਹੁਤ ਵੱਡਾ ਉਸ ਦਾ ਯੋਗਦਾਨ ਹੈ, ਕੰਟਰੀਬਿਊਸ਼ਨ ਹੈ। ਕੱਲੀ ਇੰਨੀ ਗੱਲ ਨਹੀਂ ਹੈਗੀ, ਜਦੋਂ ਬੰਗਾ ਦਾ ਨਾਂ ਆਉਂਦਾ ਹੈ ਤਾਂ ਕਿਧਰੇ ਪਹਿਲਾਂ ਪੰਜਾਬੀਆਂ ਨੂੰ, ਕਿਉਂਕਿ ਪੰਜਾਬੀ ਹੋਣ ਦੇ ਨਾਤੇ ਸਾਡੇ ਲਈ ਫਖਰ ਵਾਲੀ ਗੱਲ ਤਾਂ ਹੈ ਹੀ ਹੈ, ਫਿਰ ਪੂਰੇ ਸਾਡੇ ਹਿੰਦੁਸਤਾਨੀਆਂ ਨੂੰ, ਸਾਡੇ ਮੁਲਕ ਲਈ ਬੜੀ ਮਾਣ ਵਾਲੀ ਗੱਲ ਹੈ। ਕਿਉਂਕਿ ਵਰਲਡ ਬੈਂਕ ਦਾ ਜਿਹੜਾ ਹੈਗਾ ਚੇਅਰਮੈਨ ਬਣਨਾ, ਜਿਹੜਾ ਉਹਨੂੰ ਹੈੱਡ ਕਰਨਾ, ਜਿਹੜਾ ਆਪਣੇ ਆਪ 'ਚ ਬਹੁਤ ਹੀ ਵੱਡੀ ਮਾਣ ਵਾਲੀ ਗੱਲ ਹੈ ਕਿ ਕਿਸ ਤਰੀਕੇ ਨਾਲ ਤੁਸੀਂ ਦੁਨੀਆ ਦੀ ਇਕੋਨਮੀ ਨੂੰ ਲੀਡ ਕਰਨਾ, ਕਿਸ ਤਰੀਕੇ ਨਾਲ ਤੁਸੀਂ ਆਪਣੀ ਪਲੈਨਿੰਗ ਲੈ ਕੇ ਆਉਣੀ ਹੈ। ਸੋ ਇਹ ਜਿਹੜੀ ਸਾਰੀ ਸਿਚੁਏਸ਼ਨ 'ਚ ਬੰਗਾ ਦਾ ਜਿਹੜਾ ਨਾਂ ਅੱਗੇ ਆਇਆ, ਉਹਦੇ ਨਾਲ ਇੱਕ ਚੰਗੀ ਸਾਰੇ ਪੰਜਾਬੀਆਂ ਲਈ, ਸਾਰੇ ਮੁਲਕ ਲਈ ਬੜੀ ਮਾਣ ਵਾਲੀ ਤੇ ਖੁਸ਼ੀ ਵਾਲਾ ਇੱਕ ਮੌਕਾ ਹੈਗਾ, ਮੁਕਾਮ ਹੈਗਾ, ਔਰ ਇੱਕ ਸੁਨੇਹਾ ਵੀ ਹੈ ਜੀ ਕਿ ਜੇ ਮਿਸਟਰ ਬੰਗਾ ਇਸ ਮੁਕਾਮ ਤੇ ਪਹੁੰਚ ਸਕਦੇ ਹੈ ਤਾਂ ਕੱਲ੍ਹ ਨੂੰ ਹੋਰ ਕੋਈ ਵੀ ਹਿੰਦੁਸਤਾਨੀ ਜਾਂ ਕੋਈ ਵੀ ਪੰਜਾਬੀ ਇਸ ਰਾਹ ਤੇ ਪਹੁੰਚ ਸਕਦਾ। ਔਰ ਇਹ ਵੀ ਇੱਕ ਸੁਨੇਹਾ ਹੈ ਕਿ ਜ਼ਰੂਰੀ ਨਹੀਂ ਕਿ ਅਮਰੀਕਾ 'ਚ ਜਾ ਕੇ ਹੀ ਜਿਹੜਾ ਹੈਗਾ ਕੋਈ ਬੰਗਾ ਵਰਗਾ ਮੁਕਾਮ ਹਾਸਲ ਕਰ ਸਕਦੇ। ਤੁਸੀਂ ਆਪਣੇ ਮੁਲਕ 'ਚ ਰਹਿੰਦਿਆਂ ਹੋਇਆਂ ਵੀ ਆਪਣੇ ਮੁਲਕ ਦਾ, ਆਪਣੇ ਦੇਸ਼ ਦਾ, ਆਪਣੇ ਸੂਬੇ ਦਾ ਨਾਂ ਜਿਹੜਾ ਹੈਗਾ ਉੱਚਾ ਕਰ ਸਕਦੇ ਹੋ। ਔਰ ਉਹਦੇ ਨਾਲ ਇੱਕ ਸੁਨੇਹਾ ਇਹ ਵੀ ਹੈ ਕਿ ਪੰਜਾਬੀ ਜਾਂ ਹਿੰਦੁਸਤਾਨੀ ਜਦੋਂ ਕਿਤੇ ਜਾਂਦੇ ਆ, ਚਾਹੇ ਅਮਰੀਕਾ ਦੀ ਗੱਲ ਕਰ ਲਈਏ, ਕੈਨੇਡਾ ਦੀ ਗੱਲ ਕਰ ਲਈਏ, ਤਾਂ ਉਹਨਾਂ ਸੰਸਥਾਵਾਂ ਦੇ ਵਿੱਚ ਜਾ ਕੇ ਵੀ ਆਪਣਾ ਇੱਕ ਸਥਾਨ ਤੇ ਜਗ੍ਹਾ ਜਿਹੜੀ ਬਣਾਉਂਦੇ ਆ ਦੁਨੀਆ ਭਰ ਜਾ ਕੇ, ਇਹ ਵੀ ਆਪਣੇ ਆਪ 'ਚ ਬਹੁਤ ਫਖਰ ਵਾਲੀ ਗੱਲ ਹੈ ਜੀ। ਬਿਲਕੁਲ। ਤੇ ਸਮਾਂ ਸਾਡੇ ਕੋਲ ਸਿੱਧੂ ਸਾਹਿਬ 4 ਮਿੰਟ ਦਾ ਰਹਿ ਗਿਆ। 4 ਮਿੰਟ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੇ ਵਿੱਚ ਸਿਹਤ ਸੇਵਾਵਾਂ ਦਾ ਕੀ ਹਾਲ ਹੈ। ਸਰਕਾਰਾਂ ਜੋ ਦਾਅਵੇ ਕਰਦੀਆਂ ਨੇ, ਲੀਡਰ ਜੋ ਦਾਅਵੇ ਕਰਦੇ ਨੇ ਕਿ ਉਹ ਸਭ ਕੁਝ ਹੋ ਰਿਹਾ ਹੈ ਜਾਂ ਨਹੀਂ ਹੋ ਰਿਹਾ, ਤੁਸੀਂ ਕੀ ਕਹਿਣਾ ਚਾਹੋਗੇ? ਨਵਦੀਪ, ਤੁਸੀਂ ਕਿਹਾ ਕਿ ਸਮਾਂ 4 ਮਿੰਟ ਦਾ ਹੁਣ ਤਾਂ ਆਪਾਂ ਗੱਲ ਕਰਦੇ, ਉਸ ਤੋਂ ਵੀ ਘੱਟ ਗਿਆ ਹੋਏਗਾ। ਇਹ ਐਸਾ ਸਬਜੈਕਟ ਹੈ ਕਿ ਇਹਦੇ ਤੇ ਤਾਂ ਪੂਰੇ ਆਪਾਂ ਜਿੰਨਾ ਆਪਾਂ ਲਾਇਆ 40-42 ਮਿੰਟ ਇਸ ਇਕੱਲੇ ਇਸ਼ੂ ਦੇ ਉੱਤੇ ਹੀ ਇੰਨੀ ਗੱਲ ਕੀਤੀ ਜਾ ਸਕਦੀ, ਕਿਉਂਕਿ ਬਹੁਤ ਵੱਡਾ ਸਬਜੈਕਟ ਹੈ। ਖਾਸ ਤੌਰ 'ਤੇ ਪਿਛਲੇ ਦਿਨਾਂ ਜਦੋਂ ਆਪਾਂ ਗੱਲ ਕੀਤੀ ਮਹੱਲਾ ਕਲੀਨਿਕ, ਜਿੱਦਾਂ ਇਹਨਾਂ ਨੇ ਬੜਾ ਪ੍ਰਚਾਰ ਕੀਤਾ, ਇਹ ਗੱਲਾਂ ਬੜੀ ਦੇਖੋ ਕਈ ਵਾਰੀ ਅਕਸਰ ਮੈਂ ਵੀ ਕਹਿੰਦਾ ਕਿ ਵੀ ਵਿਰੋਧੀ ਧਿਰਾਂ ਇੱਦਾਂ ਕਹਿੰਦੀਆਂ, ਜਦੋਂ ਪਾਵਰ 'ਚ ਹੁੰਦੇ ਤਾਂ ਹੋਰ ਗੱਲ ਕਰਦੇ ਆ, ਪਰ ਹਰ ਵਾਰ ਵਿਰੋਧੀ ਧਿਰਾਂ ਗਲਤ ਵੀ ਨਹੀਂ ਹੁੰਦੀਆਂ। ਹੁਣ ਦੇਖੋ ਜਦੋਂ ਇਸ਼ਤਿਹਾਰਬਾਜ਼ੀ ਦੀ ਗੱਲ ਕਰਦੇ ਆ, ਇਸ਼ਤਿਹਾਰਬਾਜ਼ੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਇਹ ਕਹਿੰਦੇ ਕਿ ਤੁਸੀਂ ਕਰੋੜਾਂ ਰੁਪਏ ਇਸ਼ਤਿਹਾਰ ਦੇ ਉੱਤੇ ਲਾਤੇ, ਮਹੱਲਾ ਕਲੀਨਿਕਾਂ ਦਾ ਪ੍ਰਚਾਰ ਕਰਨ ਲਈ ਤੁਸੀਂ ਕਰੋੜਾਂ ਰੁਪਏ ਲਾਤੇ। ਤੁਸੀਂ ਕਿਹਾ ਸੀਗਾ ਕਿ ਪਿੰਡਾਂ ਦੇ ਅੰਦਰ, ਕਸਬਿਆਂ ਦੇ ਅੰਦਰ ਮਹੱਲਾ ਕਲੀਨਿਕ ਉਹਨਾਂ ਦਾ ਪਸਾਰ ਕਰਾਂਗੇ, ਹੇਠਲੀ ਪੱਧਰ ਤੱਕ ਲੋਕਾਂ ਨੂੰ ਜਿਹੜੀਆਂ ਹੈਗੀਆਂ ਸਿਹਤ ਸਹੂਲਤਾਂ ਦਿਆਂਗੇ। ਹੁਣ ਉਹਨਾਂ 'ਚੋਂ ਸਿਰਫ ਅਜੇ ਤੱਕ ਜਿਹੜੀ ਫਿਗਰਸ ਆਈ ਹੈ 500 ਮਹੱਲਾ ਕਲੀਨਿਕ ਜਿਹੜੇ ਹੈਗੇ। ਹੁਣ ਸਾਡਾ ਪੰਜਾਬ ਦੇ ਲੋ ਕਿੰਨਾ ਵੱਡਾ ਹੈ, ਕਿੰਨੇ ਪਿੰਡ ਹੈ, ਸਾਰੇ ਪਿੰਡਾਂ 'ਚ ਤਾਂ ਨਹੀਂ, ਚਲੋ ਕੁਝ ਪਿੰਡਾਂ ਦਾ ਕਲਸਟਰ ਬਣਾ ਕੇ ਵੀ ਮਹੱਲਾ ਕਲੀਨਿਕ ਹੋ ਸਕਦਾ ਹੈ, ਪਰ ਮਹੱਲਾ ਕਲੀਨਿਕ ਦਾ ਸੰਦਰਭ ਜਾਂ ਕਨਸੈਪਟ ਹੀ ਹੈ ਕਿ ਤੁਹਾਡੀ ਇੱਕ ਤਰ੍ਹਾਂ ਦਾ ਡੋਰ ਤੇ ਜਾ ਕੇ ਮੈਡੀਕਲ ਸਹੂਲਤ ਦੇਣੀ ਜੀ। ਔਰ ਉਹਦੇ 'ਚ ਵੀ ਜਿਹੜਾ ਹੈਗਾ ਦੇਖੋ ਕੁਝ ਥਾਵਾਂ ਦੇ ਉੱਤੇ ਮਹੱਲਾ ਕਲੀਨਿਕ 'ਚ ਕੰਮ ਚੰਗੇ ਵੀ ਹੋ ਰਹੇ ਹੋਣੇ ਆ, ਚੰਗੇ ਹੋਣਗੇ ਵੀ, ਪਰ ਇਹ ਵੀ ਸਵਾਲ ਜਿਹੜੇ ਹੈਗੇ ਉੱਠ ਰਹੇ ਆ ਕਿ ਕਈ ਜਗ੍ਹਾ ਇਹੋ ਜਿਹੀਆਂ ਵੀ ਜਿੱਥੇ ਇਹਨਾਂ ਨੇ ਉੱਦਾਂ ਹੀ ਕੁਚੀ ਕਾਚੀ ਫੇਰ ਕੇ ਜਿਹੜਾ ਹੈਗਾ ਉਹਦੇ ਤੇ ਮਹੱਲਾ ਕਲੀਨਿਕ ਤੇ ਆਪਣਾ ਭਾਈ ਸਾਹਿਬ ਭਗਵੰਤ ਮਾਨ ਦੀ ਤਸਵੀਰ ਲਗਾਤੀ, ਮਹੱਲਾ ਕਲੀਨਿਕ ਬਣ ਗਿਆ। ਇੱਦਾਂ ਦਾ ਜਿਹੜਾ ਪ੍ਰਾਪੇਗੰਡਾ ਵਾਲਾ ਸਿਸਟਮ ਹੈ ਨਾ, ਕੱਲਾ ਤੁਸੀਂ ਦੇਖੋ ਪੂਰਾ ਅਧਿਕਾਰ ਹੈ ਨਵਦੀਪ ਕਿ ਮੈਂ ਦਰਸ਼ਕਾਂ ਨਾਲ ਵੀ ਇਹ ਗੱਲ ਸ਼ੇਅਰ ਕਰਨੀ ਚਾਹਾਂਗਾ ਸਿੱਧੇ ਤੌਰ ਤੇ ਕਿ 5 ਸਾਲ ਬਾਅਦ ਹਰ ਸਰਕਾਰ ਨੂੰ, ਹਰ ਪਾਰਟੀ ਨੂੰ ਪੂਰਾ ਅਧਿਕਾਰ ਹੈ ਆਪਣਾ ਲੇਖਾ ਜੋਖਾ ਦੇਣ ਦਾ, ਔਰ ਅੱਗੇ ਨੂੰ ਵੋਟਾਂ ਮੰਗਣ ਦਾ ਤੇ ਜਿੱਤ ਕੇ ਆਉਣ ਦਾ ਪੂਰਾ ਅਧਿਕਾਰ ਹੈ। ਪਰ ਜੇ ਤੁਸੀਂ ਹਰ ਮਹੀਨੇ ਜਾਂ ਹਰ 15 ਦਿਨਾਂ ਬਾਅਦ ਹੀ ਐਡੇ ਐਡੇ ਲੰਮੇ ਇਸ਼ਤਿਹਾਰ ਦਿਓ, ਅਖਬਾਰਾਂ 'ਚ ਦਿਓ, ਪ੍ਰਿੰਟ ਮੀਡੀਆ 'ਚ, ਇਲੈਕਟ੍ਰੋਨਿਕ ਮੀਡੀਆ 'ਚ ਦਿਓ, ਤੇ ਉਹਨਾਂ ਸੂਬਿਆਂ 'ਚ ਵੀ ਜਾ ਕੇ ਦਿਓ ਜਿੱਥੇ ਪੰਜਾਬ ਦਾ ਕੋਈ ਲੈਣਾ ਦੇਣਾ ਨਹੀਂ, ਤਾਂ ਫਿਰ ਨਦੀਪ ਸਵਾਲ ਤਾਂ ਫਿਰ ਉੱਠਣਗੇ ਨਾ ਇਸ ਗੱਲ ਦੇ ਉੱਤੇ। ਸੋ ਇਹ ਮਹੱਲਾ ਕਲੀਨਿਕ ਬਾਰੇ ਵੀ ਜਿੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਹੈ। ਕੋਈ ਲੋਕ ਤਾਂ ਇਹ ਵੀ ਕਹਿੰਦੇ ਕਿ ਜਿੰਨਾ ਕਿ ਇਸ਼ਤਿਹਾਰਬਾਜ਼ੀ ਤੇ ਕਰੋੜਾਂ ਰੁਪਇਆ ਖਰਚ ਕੀਤਾ ਗਿਆ ਹੈ, ਜੇ ਉਹਦਾ ਕੁਝ ਪੈਸਾ ਮਹੱਲਾ ਕਲੀਨਿਕਾਂ ਦੀ ਦਵਾ ਬੂਟੀ ਤੇ ਖਰਚ ਕਰ ਦਿੱਤਾ ਜਾਂਦਾ ਤਾਂ ਸ਼ਾਇਦ ਕੁਝ ਮਰੀਜ਼ਾਂ ਦੀ ਜਾਨ ਬਚ ਸਕਦੀ ਸੀ, ਸੁਧਾਰ ਹੋ ਸਕਦਾ ਸੀ। ਸੋ ਹਰ ਗੱਲ ਨੂੰ ਨਾ ਪ੍ਰਾਪੇਗੰਡੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਆਮ ਆਦਮੀ ਪਾਰਟੀ ਦਾ ਇਹ ਬੜੀ ਮੈਂ ਕਹਾਂ ਬੜੀ ਕਸੂਤੀ ਜੀ ਆਦਤ ਹੈ ਕਿ ਹਰ ਗੱਲ ਨੂੰ ਪ੍ਰਾਪੇਗੰਡੇ ਨਾਲ ਜੋੜ ਕੇ ਦੇਖੋ। ਪੋਲੀਟੀਕਲ ਸਿਸਟਮ ਪ੍ਰਾਪੇਗੰਡੇ ਦੀ ਅਹਿਮੀਅਤ ਹੈ ਹੀ ਹੈ, ਪਰ ਇਹ ਵੀ ਨਹੀਂ ਹੈ ਕਿ ਜੇ ਤੁਸੀਂ ਖਾਣਾ ਖਾਣ ਬੈਠੇ ਹੋ ਤਾਂ ਵੀ ਪ੍ਰਾਪੇਗੰਡਾ, ਜੇ ਤੁਸੀਂ ਕਿਤੇ ਵਿਆਹ ਤੇ ਗਏ ਹੋ ਤਾਂ ਵੀ ਪ੍ਰਾਪੇਗੰਡਾ, ਜੇ ਤੁਸੀਂ ਕਿਤੇ ਮਹੱਲਾ ਕਲੀਨਿਕ ਦਾ ਉਦਘਾਟਨ ਕਰ ਰਹੇ ਹੋ ਤਾਂ ਵੀ ਪ੍ਰਾਪੇਗੰਡਾ। ਜਾਂ ਮਤਲਬ ਹਰ ਗੱਲ ਨੂੰ ਜੋੜ ਕੇ ਤੁਸੀਂ ਇਸ਼ਤਿਹਾਰਬਾਜ਼ੀ ਦੇ ਨਾਲ ਨਹੀਂ, ਉਹਦੇ ਨਤੀਜੇ ਆਉਣਗੇ, ਲੋਕ ਫੈਸਲਾ ਕਰਨਗੇ। ਜੇ 92 ਵਿਧਾਇਕ ਆਏ ਹੈ ਨਵਦੀਪ,
ਉਹ ਇਹਨਾਂ ਦੇ ਪ੍ਰਾਪੇਗੰਡਾ ਕਰਕੇ ਨਹੀਂ ਆਏ। ਜੇ 92 ਵਿਧਾਇਕ ਆਏ ਤਾਂ ਪਿਛਲੀਆਂ ਜਿਹੜੀਆਂ ਪਾਰਟੀਆਂ ਸੀ, ਚਾਹੇ ਕਾਂਗਰਸ ਦੀ ਗੱਲ ਕਰ ਲਈਏ, ਅਕਾਲੀ ਦਲ ਦੀ ਗੱਲ ਕਰ ਲਈਏ, ਭਾਜਪਾ ਦੀ ਗੱਲ ਕਰ ਲਈਏ, ਉਹਨਾਂ ਭਾਈ ਸਾਹਿਬਾਨਾਂ ਨੇ ਜੋ ਕਰਤੂਤਾਂ ਕੀਤੀਆਂ, ਜੋ ਪੰਜਾਬ ਦਾ ਬੇੜਾ ਗਰਕ ਕਰਿਆ ਪਿਛਲੇ 70-75 ਸਾਲ 'ਚ, ਜਿੱਦਾਂ ਪੰਜਾਬੀ ਪਰੇਸ਼ਾਨ ਹੋਏ ਉਸ ਸਿਸਟਮ ਦੇ ਤੋਂ, ਤਾਂ ਹੀ ਇਹ ਜਿਹੜੇ ਨਵੇਂ ਚਿਹਰੇ 92 ਲੈ ਕੇ ਆਏ ਨਾ। ਹੁਣ ਇਹ ਮਤਲਬ ਜਿਵੇਂ ਆਂਦੇ ਦੂਰੋਂ ਹੀ ਜੁੱਤੀ ਲਾ ਕੇ ਦੌੜ ਪੈਂਦੇ ਆ, ਦਰਿਆ ਜੇ ਦੂਰ ਹੁੰਦਾ ਜੁੱਤੀ ਲਾ ਕੇ ਪਹਿਲਾਂ ਹੱਥ 'ਚ ਫੜ ਲੈਂਦੇ ਆ। ਸੋ ਇਹ ਜਿਹੜਾ ਸਿਸਟਮ ਇਹਨਾਂ ਨੇ ਬਣਾਇਆ ਨਾ ਕਿ ਹਰ ਗੱਲਬਾਤ ਇਸ਼ਤਿਹਾਰ, ਹਰ ਇਸ਼ੂ ਦੇ ਉੱਤੇ ਇਸ਼ਤਿਹਾਰ, ਹਰ ਇਸ਼ੂ ਦੇ ਇਸ਼ਤਿਹਾਰ। ਕਈ ਵਾਰੀ ਤਾਂ ਨਵਦੀਪ ਇਹ ਵੀ ਦੇਖਦਾ, ਮੈਂ ਹੁਣ TV ਦੇਖ ਰਿਹਾ ਸੀ ਕੱਲ੍ਹ ਕਿ ਜਿੱਦਾਂ ਇਹਨਾਂ ਨੇ ਮੋਹਾਲੀ 'ਚ ਆਪਣਾ ਨਿਵੇਸ਼ ਸੰਮੇਲਨ ਕੀਤਾ, ਨਿਵੇਸ਼ ਸਮਿਟ ਕੀਤਾ, ਉਹ ਹੁਣ ਲੰਘ ਗਿਆ। ਹੁਣ ਜਿਹੜੇ ਸਾਡੇ ਵਰਗੇ TV ਚੈਨਲਾਂ ਨੂੰ ਐਡ ਦਿੱਤੀ ਵੀ ਹੈ, ਉਹਨਾਂ ਦਾ ਠੇਕਾ ਹੁੰਦਾ ਵੀ ਇੰਨੇ ਦਿਨ ਚਲਾਉਣੀ ਹੈ ਤੇ ਇੰਨੇ ਪੈਸੇ ਮਿਲਣਗੇ, ਉਹ ਹੁਣ ਵੀ ਚਲਾਈ ਜਾਂਦੇ ਆ। ਸੰਮੇਲਨ ਲੰਘ ਗਿਆ ਤਦ ਵੀ ਸੰਮੇਲਨ ਦੀ ਐਡ ਆਈ ਜਾਂਦੀ ਹੈ। ਸੋ ਹਰ ਗੱਲ ਨੂੰ ਐਡ ਨਾਲ ਜੋੜ ਕੇ ਦੇਖਣ ਦੀ ਲੋੜ ਨਹੀਂ। ਇੱਦਾਂ ਹੀ ਮੁਹੱਲਾ ਕਲੀਨਿਕ ਨੂੰ ਵੀ ਸਿਰਫ ਇਸ਼ਤਿਹਾਰਬਾਜ਼ੀ ਦੇ ਤੌਰ 'ਤੇ ਨਾ ਵਰਤਿਆ ਜਾਵੇ। ਇਹ ਦੌੜ ਜਿਹੜੀ ਲੋਕਾਂ ਦੇ ਮੂੰਹੋਂ ਹੋਣੀ ਚਾਹੀਦੀ ਹੈ। ਜੀ ਬਿਲਕੁਲ। ਜੇ ਲੋਕਾਂ 'ਚ ਸਿਹਤ ਸਹੂਲਤਾਂ ਚੰਗੀਆਂ ਜਾਣਗੀਆਂ, ਲੋਕਾਂ ਨੂੰ ਉਹਨਾਂ ਦੇ ਡੋਰ ਸਟੈਪ 'ਤੇ ਦਵਾਈਆਂ ਮਿਲਣਗੀਆਂ, ਡਾਕਟਰ ਮਿਲਣਗੇ, ਤਾਂ ਮੇਰਾ ਖਿਆਲ ਹੈ ਅਖਬਾਰਾਂ 'ਚ ਇਸ਼ਤਿਹਾਰ ਦੇਣ ਦੀ ਜ਼ਰੂਰਤ ਨਹੀਂ ਪਏਗੀ। ਪਰ ਮੁਹੱਲਾ ਕਲੀਨਿਕ ਨੂੰ ਲੈ ਕੇ ਬਹੁਤ ਵੱਡਾ ਇਹ ਵੀ ਆਪਣੇ ਆਪ 'ਚ ਘਮਸਾਨ ਜਿਹਾ ਮੱਚਿਆ ਹੋਇਆ ਹੈ। ਇਹ ਕਹਿੰਦੇ ਅਸੀਂ ਬਹੁਤ ਕੁਝ ਕੀਤਾ ਹੈ, ਵਿਰੋਧੀ ਕਹਿੰਦੇ ਜੀ ਪੁਰਾਣੀਆਂ ਦੀਵਾਰਾਂ ਦੇ ਉੱਤੇ ਕੂਚੀ ਫੇਰ ਕੇ ਇਹਨਾਂ ਨੇ ਮੁਹੱਲਾ ਕਲੀਨਿਕ ਲਿਖਤਾ ਜਿਹੜਾ ਹੈਗਾ। ਸੋ ਇੱਦਾਂ ਦਾ ਜਿਹੜਾ ਸਿਸਟਮ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਪੰਜਾਬ ਨੂੰ ਬਹੁਤ ਵੱਡੇ ਮੈਡੀਕਲ ਸਿਸਟਮ 'ਚ, ਜਿਵੇਂ ਡਾਕਟਰ ਬਲਵੀਰ ਸਿੰਘ ਆਪ ਡਾਕਟਰ ਹੈਗੇ ਹੈ, ਇੱਕ ਚੰਗੇ ਪਿਛੋਕੜ ਵਾਲੇ ਡਾਕਟਰ ਹੈ, ਇਹਦੇ ਬਾਰੇ ਕੋਈ ਦੋ ਰਾਮਾਂ ਨਹੀਂ ਹੈਗੀਆਂ। ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜਾ ਹੈਗਾ ਪਿੰਡ ਪੱਧਰ 'ਤੇ ਜਾ ਕੇ, ਹੋਰ ਹੇਠਲੀ ਪੱਧਰ 'ਤੇ ਜਾ ਕੇ ਜਿਹੜੀਆਂ ਲੋਕਾਂ ਦੀਆਂ ਸਹੂਲਤਾਂ, ਕਿਉਂਕਿ ਪੰਜਾਬ ਨੂੰ ਮੈਡੀਕਲ ਖੇਤਰ ਦੇ ਵਿੱਚ ਸੁੱਖ ਸਹੂਲਤਾਂ ਦੀ ਬਹੁਤ ਵੱਡੀ ਜ਼ਰੂਰਤ ਹੈ। ਕਿਉਂ ਲੋਕ ਜਿਹੜਾ ਵੱਡੇ ਵੱਡੇ ਹਸਪਤਾਲਾਂ ਜਾ ਕੇ ਆਪਣੀਆਂ ਜੇਬਾਂ ਕਟਵਾਉਂਦੇ ਫਿਰ। ਜੀ ਨਵਦੀਪ ਬਿਲਕੁਲ। ਤੁਸੀਂ ਸਭ ਤੁਹਾਡਾ ਬਹੁਤ ਧੰਨਵਾਦ। ਬਹੁਤ ਵਧੀਆ ਸਲੀਕੇ ਦੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ। ਦਰਸ਼ਕਾਂ ਦਾ ਬਹੁਤ ਧੰਨਵਾਦ। ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਬੇहद ਪਿਆਰ ਕਰਦੇ ਹੋ, ਸ਼ੁਰੂਆਤ ਤੋਂ ਲੈ ਕੇ ਅਖੀਰ ਤੱਕ ਇਸ ਪ੍ਰੋਗਰਾਮ ਨੂੰ ਵੇਖਦੇ ਹੋ। ਬਹੁਤ ਵਧੀਆ ਤੁਹਾਡੇ ਸਵਾਲ ਤੇ ਸੁਝਾਅ ਕਮੈਂਟ ਦੇ ਜ਼ਰੀਏ Facebook ਤੇ YouTube ਤੇ ਸੁਣਨ ਨੂੰ ਤੇ ਦੇਖਣ ਨੂੰ ਮਿਲਦੇ ਨੇ, ਤੇ ਕੋਸ਼ਿਸ਼ ਕਰਦੇ ਹੁੰਦੇ ਸਮਾਂ ਰਹਿੰਦੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਣਾ ਹੀ ਜੀ। ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।